ਪਾਠ ਚੌਥਾ। ਪਿਛਲੇ ਅਧਿਆਇ ਵਿੱਚ ਅਸੀਂ ਕਿਹਾ ਹੈ ਕਿ ਆਨੰਦ ਜਾਂ ਖੁਸ਼ੀ ਅਜਿਹੀ ਚੀਜ਼ ਹੈ ਜੋ ਸੁੱਖ ਭੋਗ ਤੋਂ ਬਿਲਕੁਲ ਵੱਖਰੀ ਹੈ। ਆਓ ਖੋਜਬੀਨ ਕਰੀਏ ਕਿ ਸੁੱਖ ਭੋਗ ਨਾਲ ਕੀ ਜੁੜਿਆ ਹੈ ਤੇ ਕੀ ਆਪਣੇ ਅੰਦਰ ਅਜਿਹੇ ਜਗਤ ਵਿੱਚ ਜਿਉਣਾ ਸੰਭਵ ਹੈ ਜਿੱਥੇ ਸੁੱਖ ਭੋਗ ਨਹੀਂ ਹੈ ਪਰ ਪਰਮ ਆਨੰਦ ਦਾ ਡੂੰਘਾ ਬੋਧ ਹੈ। ਅਸੀਂ ਸਭ ਕਿਸੇ ਨਾ ਕਿਸੇ ਰੂਪ ਵਿੱਚ ਸੁੱਖ ਦੀ ਤਲਾਸ਼ ਵਿੱਚ ਲੱਗੇ ਹੋਏ ਹਾਂ। ਬੌਧਿਕ ਸੁੱਖ, ਇੰਦਰਿਆਵੀ ਸੁੱਖ, ਸੰਸਕ੍ਰਿਤ ਸੁੱਖ, ਸੁਧਾਰਕ ਹੋਣ ਦਾ ਸੁੱਖ, ਉਪਦੇਸ਼ ਦੇਣ ਦਾ ਸੁੱਖ, ਸਮਾਜ ਚੋਂ ਬੁਰਾਈ ਨੂੰ ਰੋਕਣ ਦਾ ਸੁੱਖ, ਚੰਗਿਆਈ ਕਰਨ ਦਾ ਸੁੱਖ, ਜ਼ਿਆਦਾ ਗਿਆਨ ਹੋਣ ਦਾ ਸੁੱਖ, ਜ਼ਿਆਦਾ ਸੰਤੁਸ਼ਟੀ, ਜ਼ਿਆਦਾ ਅਨੁਭਵ, ਜ਼ਿੰਦਗੀ ਦੀ ਜ਼ਿਆਦਾ ਸਮਝ, ਮਨ ਦੀਆਂ ਸਭ ਚਲਾਕੀਆਂ ਤੇ ਸਭ ਧੋਖੇ ਤੇ ਸਰਵੋੱਚਤਾ ਪਰਮਾਤਮਾ ਸੁੱਖ ਹੀ ਹੈ। ਸੁੱਖ ਦੀ ਬੁਨਿਆਦ ਤੇ ਹੀ ਖੜਾ ਹੈ ਸਮਾਜ ਦਾ ਢਾਂਚਾ। ਜਨਮ ਤੋਂ ਮੌਤ ਤੱਕ ਅਸੀਂ ਲੁਕੇ ਛਿਪੇ ਚਲਾਕੀ ਨਾਲ ਜਾਂ ਖੁੱਲ੍ਹੇਆਮ ਸੁੱਖ ਦਾ ਹੀ ਪਿੱਛਾ ਕਰਦੇ ਰਹਿੰਦੇ ਹਾਂ। ਮੈਂ ਸਮਝਦਾ ਹਾਂ ਕਿ ਸੁੱਖ ਦਾ ਕੋਈ ਵੀ ਰੂਪ ਹੋਵੇ, ਸਾਨੂੰ ਸਾਫ਼ ਹੋਣਾ ਚਾਹੀਦਾ ਹੈ ਕਿ ਅਸੀਂ ਕਿਸ ਸੁੱਖ ਮਗਰ ਦੌੜ ਰਹੇ ਹਾਂ, ਕਿਉਂਕਿ ਇਸ ਨੇ ਹੀ ਸਾਡੀ ਜੀਵਨ ਦੀ ਰੂਪਰੇਖਾ ਤੇ ਦਿਸ਼ਾ ਨਿਰਧਾਰਿਤ ਕਰਨੀ ਹੈ। ਇਸ ਕਰਕੇ ਇਹ ਜ਼ਰੂਰੀ ਹੈ ਕਿ ਅਸੀਂ ਤਸੱਲੀ ਨਾਲ, ਗਹਿਰਾਈ ਤੇ ਬਾਰੀਕੀ ਨਾਲ ਸੁੱਖ ਦੇ ਇਸ ਸਵਾਲ ਦੀ ਛਾਣਬੀਨ ਤੇ ਜਾਂਚ ਪੜਤਾਲ ਕਰੀਏ। ਸੁੱਖ ਪ੍ਰਾਪਤ ਕਰਨਾ ਤੇ ਫਿਰ ਇਸ ਨੂੰ ਸਾਂਭ ਕੇ ਰੱਖਣਾ ਜੀਵਨ ਦੀ ਬੁਨਿਆਦੀ ਮੰਗ ਹੈ। ਹਕੀਕਤ ਇਹੀ ਹੈ ਕਿ ਇਸ ਤੋਂ ਬਿਨਾਂ ਸਾਡਾ ਜੀਵਨ ਸੁੰਨਾ ਬੋਝਲ, ਫਿੱਕਾ, ਨੀਰਸ ਤੇ ਅਰਥਹੀਨ ਬਣ ਜਾਂਦਾ ਹੈ। ਤੁਸੀਂ ਪੁੱਛ ਸਕਦੇ ਹੋ ਕਿ ਸੁੱਖ ਸਾਡੇ ਜੀਵਨ ਦਾ ਪ੍ਰੇਰਕ ਤੇ ਗਾਈਡ ਕਿਉਂ ਨਹੀਂ ਹੋਣਾ ਚਾਹੀਦਾ। ਕਿਉਂਕਿ ਸੁੱਖ ਕਦੇ ਇਕੱਲਾ ਨਹੀਂ ਆਉਂਦਾ, ਉਹ ਆਪਣੇ ਨਾਲ ਪੀੜ, ਨਿਰਾਸ਼ਾ, ਦੁੱਖ ਤੇ ਡਰ ਵੀ ਲਿਆਉਂਦਾ ਹੈ, ਤੇ ਡਰ ਦੇ ਨਾਲ ਹਿੰਸਾ ਵੀ। ਫਿਰ ਵੀ ਜੇ ਤੁਸੀਂ ਇਸ ਢੰਗ ਨਾਲ ਜਿਉਣਾ ਚਾਹੁੰਦੇ ਹੋ ਤਾਂ ਜੀਓ। ਸਾਰਾ ਸੰਸਾਰ ਇਸੇ ਢੰਗ ਨਾਲ ਹੀ ਜੀ ਰਿਹਾ ਹੈ। ਪਰ ਜੇ ਤੁਸੀਂ ਦੁੱਖ ਤੋਂ ਛੁੱਟਣਾ ਚਾਹੁੰਦੇ ਹੋ ਤਾਂ ਤੁਹਾਨੂੰ ਸੁੱਖ ਦੀ ਬਣਤਰ ਤੇ ਇਸ ਦੇ ਪੂਰੇ ਢਾਂਚੇ ਨੂੰ ਸਮਝਣਾ ਪਏਗਾ। ਸੁੱਖ ਨੂੰ ਸਮਝਣ ਤੋਂ ਮੁਰਾਦ ਇਸ ਨੂੰ ਨਕਾਰਨਾ ਨਹੀਂ ਹੈ। ਅਸੀਂ ਸੁੱਖ ਦੀ ਨਿੰਦਿਆ ਨਹੀਂ ਕਰ ਰਹੇ, ਨਾ ਹੀ ਇਸ ਨੂੰ ਗਲਤ ਜਾਂ ਠੀਕ ਕਹਿ ਰਹੇ ਹਾਂ। ਪਰ ਜੇ ਅਸੀਂ ਇਸ ਦਾ ਪਿੱਛਾ ਕਰਦੇ ਹਾਂ ਤਾਂ ਫਿਰ ਇਹ ਕੰਮ ਅੱਖਾਂ ਖੋਲ੍ਹ ਕੇ ਕਰੀਏ ਤੇ ਇਹ ਜਾਣਦੇ ਹੋਏ ਕਿ ਜੋ ਮਨ ਹਰ ਵੇਲੇ ਸੁੱਖ ਮਗਰ ਹੀ ਲੱਗਾ ਰਹਿੰਦਾ ਹੈ, ਉਸ ਨੂੰ ਇਸ ਦੀ ਪਰਛਾਈ, ਪੀੜ ਵੀ ਮਿਲਦੀ ਹੀ ਹੈ। ਭਾਵੇਂ ਅਸੀਂ ਸੁੱਖ ਮਗਰ ਹੀ ਦੌੜਦੇ ਹਾਂ ਤੇ ਦੁੱਖ ਤੋਂ ਦੂਰ ਭੱਜਦੇ ਹਾਂ, ਪਰ ਸੁੱਖ ਦੁੱਖ ਨੂੰ ਵੱਖ-ਵੱਖ ਨਹੀਂ ਕੀਤਾ ਜਾ ਸਕਦਾ। ਮਨ ਸਦਾ ਸੁੱਖ ਦੀ ਮੰਗ ਕਿਉਂ ਕਰਦਾ ਹੈ? ਸਾਡੇ ਭਲੇ ਬੁਰੇ ਕੰਮਾਂ ਪਿੱਛੇ ਸੁੱਖ ਦੀ ਚਾਹ ਹੀ ਕੰਮ ਕਿਉਂ ਕਰਦੀ ਹੈ? ਅਸੀਂ ਸੁੱਖ ਦੇ ਮਹੀਨ ਜਿਹੇ ਧਾਗੇ ਵਿੱਚ ਹੀ ਆਪਣੇ ਤਿਆਗ, ਬਲੀਦਾਨ ਤੇ ਕਸ਼ਟ, ਦੁੱਖ ਕਿਉਂ ਪਰੋ ਲੈਂਦੇ ਹਾਂ? ਇਹ ਸੁੱਖ ਹੈ ਕੀ ਤੇ ਕਿਵੇਂ ਪੈਦਾ ਹੁੰਦਾ ਹੈ? ਪਤਾ ਨਹੀਂ ਕਿਸੇ ਨੇ ਆਪਣੇ ਆਪ ਤੋਂ ਇਹ ਸਵਾਲ ਪੁੱਛ ਕੇ ਅੰਤ ਤੱਕ ਇਸ ਦੀ ਖੋਜ ਕੀਤੀ ਹੋਵੇ ਜਾਂ ਨਾ। ਸੁੱਖ 4 ਹਾਲਾਤਾਂ ਚੋਂ ਲੰਘ ਕੇ ਆਉਂਦਾ ਹੈ। ਪਹਿਲੀ ਝਾਤ ਜਾਂ ਦੇਖਣ ਦੀ ਕਿਰਿਆ, ਚਰਚਰਾਹਟ ਦਾ ਅਹਿਸਾਸ, ਛੂਹਣ ਦੀ ਕਿਰਿਆ ਤੇ ਫਿਰ ਖਵਾਇਸ਼। ਕਲਪਨਾ ਕਰੋ, ਇੱਕ ਸੁੰਦਰ ਜਿਹੀ ਕਾਰ ਦੇਖੀ ਹੈ। ਦੇਖ ਕੇ ਤਤਕਾਲ ਤੁਹਾਡੇ ਅੰਦਰ ਇੱਕ ਸੰਵੇਦਨਾ ਜਿਹੀ ਹੁੰਦੀ ਹੈ। ਫਿਰ ਤੁਸੀਂ ਇਸ ਨੂੰ ਕਲਪਨਾ ਵਿੱਚ ਜਾਂ ਸੱਚਮੁੱਚ ਹੀ ਛੂਹਦੇ ਹੋ ਜਾਂ ਛੂਹਣ ਦੀ ਕੋਸ਼ਿਸ਼ ਕਰਦੇ ਹੋ। ਫਿਰ ਤੁਹਾਡੇ ਅੰਦਰ ਅਜਿਹੀ ਕਾਰ ਦੇ ਮਾਲਕ ਹੋਣ ਦੀ ਇੱਛਾ ਪੈਦਾ ਹੋ ਜਾਂਦੀ ਹੈ। ਕਾਸ਼ ਤੁਸੀਂ ਇਸ ਵਿੱਚ ਬੈਠ ਕੇ ਦੁਨੀਆ ਨੂੰ ਦਿਖਾਉਂਦੇ ਫਿਰਦੇ। ਜਾਂ ਮੈਂ ਇੱਕ ਸੁੰਦਰ ਤੇ ਲੁਭਾਵਨੇ ਬੱਦਲ ਨੂੰ ਹਵਾ ਵਿੱਚ ਤੈਰਦੇ ਦੇਖਿਆ ਹੈ, ਜਾਂ ਆਕਾਸ਼ ਨੂੰ ਛੂਹਦੇ ਇੱਕ ਪਹਾੜ ਨੂੰ ਦੇਖਿਆ ਹੈ, ਜਾਂ ਬਸੰਤ ਵਿੱਚ ਨਵੇਂ ਪੁੰਗਰੇ ਪੱਤੇ ਜਾਂ ਕਲੀਆਂ ਨੂੰ ਦੇਖਿਆ ਹੈ, ਜਾਂ ਸੁੰਦਰਤਾ ਨਾਲ ਸਰਸਾਰ ਇੱਕ ਗਹਿਰੀ ਘਾਟੀ ਨੂੰ, ਜਾਂ ਅਲੌਕਿਕ ਡੁੱਬਦੇ ਸੂਰਜ ਨੂੰ, ਜਾਂ ਇੱਕ ਬੋਧ ਭਰੇ ਸੁੰਦਰ ਨੂਰੀ ਚਿਹਰੇ ਨੂੰ। ਜੀਵੰਤ, ਆਪਣੇ ਆਪ 'ਚ ਉਲਝਿਆ ਚਿਹਰਾ ਨਹੀਂ, ਜਿਹੜਾ ਹੁਣ ਇਸ ਕਰਕੇ ਸੁੰਦਰ ਨਹੀਂ ਰਿਹਾ। ਮੈਂ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਤੀਬਰ ਆਨੰਦ ਤੇ ਖੁਸ਼ੀ ਨਾਲ ਭਰ ਜਾਂਦਾ ਹਾਂ। ਜਦ ਮੈਂ ਇਸ ਤਰ੍ਹਾਂ ਉਹਨਾਂ ਨੂੰ ਦੇਖ ਰਿਹਾ ਹੁੰਦਾ ਹਾਂ ਤਾਂ ਉੱਥੇ ਦੇਖਣ ਵਾਲਾ ਨਹੀਂ ਬਚਦਾ। ਜੋ ਬਚਦਾ ਹੈ ਉਹ ਹੈ ਸਿਰਫ ਸੁੰਦਰਤਾ, ਜੋ ਕਿ ਪ੍ਰੇਮ ਹੈ। ਇੱਕ ਪਲ ਵਿੱਚ ਮੈਂ ਆਪਣੀਆਂ ਸਮੱਸਿਆਵਾਂ, ਬਿਪਤਾਵਾਂ, ਚਿੰਤਾਵਾਂ ਸਮੇਤ ਗਾਇਬ ਹੋ ਜਾਂਦਾ ਹਾਂ ਤੇ ਉਹ ਪਰਮ ਸੁੰਦਰ ਚੀਜ਼ ਬਚੀ ਰਹਿ ਜਾਂਦੀ ਹੈ। ਹੁਣ ਜਾਂ ਤਾਂ ਮੈਂ ਇਸ ਨੂੰ ਆਨੰਦ ਨਾਲ ਭਰ ਕੇ ਦੇਖਾਂਗਾ ਤੇ ਅਗਲੇ ਹੀ ਪਲ ਭੁੱਲ ਜਾਵਾਂਗਾ, ਜਾਂ ਫਿਰ ਮਨ ਵਿੱਚ ਕੁੱਦ ਪਾਵਾਂਗਾ ਤੇ ਸਮੱਸਿਆ ਸ਼ੁਰੂ ਹੋ ਜਾਵੇਗੀ। ਮਨ ਸੋਚ ਵਿਚਾਰ ਕਰੇਗਾ ਕਿ ਉਸ ਨੇ ਕੀ ਦੇਖਿਆ ਹੈ ਤੇ ਇਹ ਇੰਨੀ ਸੋਹਣੀ ਸ਼ੈ ਹੈ।
ਫਿਰ ਮੈਂ ਆਪਣੇ ਆਪ ਨੂੰ ਸਮਝਾਵਾਂਗਾ ਕਿ ਆਹ ਕਿੰਨਾ ਮਜ਼ਾ ਆਏਗਾ ਜੇ ਮੈਂ ਇਸ ਨੂੰ ਬਰਾਬਰ ਦੇਖਾਂ। ਫਿਰ ਮੈਂ ਆਪਣੇ ਆਪ ਨੂੰ ਸਮਝਾਵਾਂਗਾ ਕਿ ਆਹ ਕਿੰਨਾ ਮਜ਼ਾ ਆਏਗਾ ਜੇ ਮੈਂ ਇਸ ਨੂੰ ਬਾਰ-ਬਾਰ ਦੇਖਾਂ। ਇੱਥੇ ਹੀ ਵਿਚਾਰ ਲੱਤ ਅੜਾਉਂਦਾ ਹੈ ਤੇ ਉਸ ਦੀ ਹਕੂਮਤ ਸ਼ੁਰੂ ਹੋ ਜਾਂਦੀ ਹੈ। ਵਿਚਾਰ ਤੁਲਨਾ ਕਰਦਾ ਹੈ, ਵਿਚਾਰ ਨਿਰਣਾ ਲੈਂਦਾ ਹੈ ਤੇ ਕਹਿੰਦਾ ਹੈ ਮੈਂ ਕੱਲ ਫਿਰ ਇਹੀ ਆਨੰਦ ਲੈਣਾ ਚਾਹਾਂਗਾ। ਇੱਕ ਅਨੁਭੂਤੀ ਜਿਹੀ ਜਿਸ ਨੇ ਤੁਹਾਨੂੰ ਕਿਸੇ ਸਹਿਜ ਆਨੰਦ ਨਾਲ ਭਰ ਦਿੱਤਾ ਸੀ, ਕਿਵੇਂ ਵਿਚਾਰਾਂ ਦੀ ਲਪੇਟ ਵਿੱਚ ਆ ਜਾਂਦੀ ਹੈ ਤੇ ਫਿਰ ਵਿਚਾਰ ਇਸ ਨੂੰ ਹਮੇਸ਼ਾ ਲਈ ਰੱਖਣਾ ਚਾਹੁੰਦੇ ਹਨ। ਇਹੀ ਹਾਲ ਕਾਮ ਵਾਸਨਾ ਤੇ ਦੂਸਰੇ ਕਿਸਮ ਦੀਆਂ ਵਾਸਨਾਵਾਂ ਦਾ ਹੈ। ਸਮੱਸਿਆ ਇੱਛਾ ਤੋਂ ਨਹੀਂ ਬਲਕਿ ਕਿਸੇ ਹੋਰ ਚੀਜ਼ ਤੋਂ ਪੈਦਾ ਹੁੰਦੀ ਹੈ। ਇੱਛਾ ਆਪਣੇ ਆਪ ਵਿੱਚ ਕੋਈ ਗੈਰ ਸੁਭਾਵਿਕ ਗੱਲ ਨਹੀਂ ਹੈ। ਕਿਸੇ ਚੀਜ਼ ਦੇ ਪ੍ਰਤੀ ਸਾਡੀ ਪ੍ਰਤੀਕਿਰਿਆ ਦਾ ਹੋਣਾ ਬਿਲਕੁਲ ਸਹਿਜ ਤੇ ਸੁਭਾਵਿਕ ਘਟਨਾ ਹੈ। ਜੇ ਕੋਈ ਮੈਨੂੰ ਸੂਈ ਚੁਭੇਗਾ ਤਾਂ ਮੈਨੂੰ ਪ੍ਰਤੀਕਿਰਿਆ ਦੇ ਰੂਪ ਵਿੱਚ ਪੀੜ ਤੇ ਹੋਏਗੀ ਹੀ, ਬਸ਼ਰਤੇ ਕਿ ਮੈਨੂੰ ਲਕਵਾ ਨਾ ਮਾਰ ਗਿਆ ਹੋਵੇ। ਪਰ ਫਿਰ ਵਿਚਾਰ ਆ ਟਪਕਦਾ ਹੈ ਤੇ ਆਨੰਦ ਦੀ ਜੁਗਾਲੀ ਕਰਦੇ ਹੋਏ ਉਸ ਨੂੰ ਸੁੱਖ ਵਿੱਚ ਬਦਲ ਦਿੰਦਾ ਹੈ। ਅਰਥਾਤ ਵਿਚਾਰ ਉਸ ਅਨੁਭੂਤੀ ਨੂੰ ਦੁਹਰਾਉਣਾ ਚਾਹੁੰਦਾ ਹੈ ਤੇ ਜਿੰਨਾ ਤੁਸੀਂ ਦੁਹਰਾਓਗੇ ਓਨਾ ਹੀ ਉਹ ਜਾਂਤਰਿਕ ਹੁੰਦਾ ਜਾਏਗਾ। ਜਿੰਨਾ ਉਸ ਬਾਰੇ ਜ਼ਿਆਦਾ ਸੋਚੋਗੇ ਓਨਾ ਹੀ ਸੁੱਖ ਨੂੰ ਬਲ ਮਿਲਦਾ ਹੈ ਤੇ ਵਿਚਾਰ ਹੀ ਇੱਛਾ ਕਰ ਕਰਕੇ ਸੁੱਖ ਪੈਦਾ ਕਰਦਾ ਹੈ, ਸੁੱਖ ਦਾ ਪਾਲਣ ਪੋਸ਼ਣ ਕਰਦਾ ਹੈ, ਸੁੱਖ ਦੇ ਬਾਵਜੂਦ ਨੂੰ ਕਾਇਮ ਰੱਖਣਾ ਚਾਹੁੰਦਾ ਹੈ। ਇਸ ਤਰ੍ਹਾਂ ਕਿਸੇ ਸੁੰਦਰ ਚੀਜ਼ ਦੀ ਇੱਛਾ ਤੇ ਸਹਿਜ ਪ੍ਰਤੀਕਿਰਿਆ ਦੀ ਵਜ੍ਹਾ ਨਾਲ ਤਰੋੜੀ ਮਰੋੜੀ ਜਾਂਦੀ ਹੈ। ਵਿਚਾਰ ਉਸ ਨੂੰ ਯਾਦ ਵਿੱਚ ਬਦਲ ਦਿੰਦਾ ਹੈ। ਬਾਰ-ਬਾਰ ਸੋਚ ਕੇ ਯਾਦ ਕਰਕੇ ਯਾਦ ਨੂੰ ਹੋਰ ਵੀ ਜ਼ਿਆਦਾ ਖੁਰਾਕ ਤੇ ਬਲ ਮਿਲਦਾ ਹੈ। ਸੱਚਮੁੱਚ ਯਾਦ ਦੀ ਆਪਣੀ ਜਗ੍ਹਾ ਹੈ। ਇਸ ਬਿਨਾਂ ਅਸੀਂ ਰੋਜ਼ਾਨਾ ਜੀਵਨ ਵਿੱਚ ਬਿਲਕੁਲ ਨਹੀਂ ਵਿਚਰ ਸਕਦੇ। ਆਪਣੇ ਖੇਤਰ ਵਿੱਚ ਯਾਦ ਇੱਕ ਚੰਗੀ ਲਾਹੇਵੰਦ ਚੀਜ਼ ਹੈ, ਪਰ ਮਨ ਦੀ ਇੱਕ ਖਾਸ ਹਾਲਤ ਵਿੱਚ ਇਸ ਲਈ ਕੋਈ ਜਗ੍ਹਾ ਨਹੀਂ। ਜਿਸ ਮਨ ਨੂੰ ਯਾਦ ਨੇ ਅਪਾਹਜ ਬਣਾ ਦਿੱਤਾ ਹੋਵੇ ਉਹ ਸੱਚਮੁੱਚ ਆਜ਼ਾਦ ਹੈ। ਕੀ ਤੁਸੀਂ ਕਦੀ ਨੋਟ ਕੀਤਾ ਹੈ ਕਿ ਜਦੋਂ ਤੁਸੀਂ ਕਿਸੇ ਚੀਜ਼ ਦਾ ਸਾਹਮਣਾ ਪੂਰੇ ਦਿਲ ਨਾਲ ਕਰਦੇ ਹੋ ਤਾਂ ਯਾਦ ਨਾ ਮਾਤਰ ਹੀ ਬਚਦੀ ਹੈ, ਪਰ ਜਦ ਕਿਸੇ ਚੁਣੌਤੀ ਦਾ ਉੱਤਰ ਤੁਸੀਂ ਆਪਣੇ ਪੂਰੇ ਵਜੂਦ ਨਾਲ, ਪੂਰੇ ਪ੍ਰਾਣਾਂ ਨਾਲ ਨਹੀਂ ਦਿੰਦੇ, ਤਾਂ ਹੀ ਦਵੰਦ ਤੇ ਸੰਘਰਸ਼ ਹੁੰਦਾ ਹੈ ਜੋ ਉਲਝਣ ਤੇ ਸੁੱਖ ਦੁੱਖ ਨੂੰ ਜਨਮ ਦਿੰਦਾ ਹੈ। ਇਸ ਸੰਘਰਸ਼ ਤੋਂ ਯਾਦ ਪੈਦਾ ਹੁੰਦੀ ਹੈ। ਇਸ ਯਾਦ ਵਿੱਚ ਹਮੇਸ਼ਾ ਨਵੀਆਂ ਯਾਦਾਂ ਆ ਕੇ ਜੁੜਦੀਆਂ ਰਹਿੰਦੀਆਂ ਹਨ। ਯਾਦਾਂ ਦੇ ਇਸ ਕੁੱਲ ਜੋੜ ਚੋਂ ਹੀ ਸਾਡੀਆਂ ਸਾਰੀਆਂ ਪ੍ਰਤੀਕਿਰਿਆਵਾਂ, ਸਾਡੇ ਸਾਰੇ ਉੱਤਰ ਨਿਕਲਦੇ ਹਨ ਤੇ ਜੋ ਵੀ ਯਾਦਾਂ ਦਾ ਵਿਸ਼ਾ ਹੈ ਸਭ ਪੁਰਾਣਾ ਹੈ ਤੇ ਇਹ ਆਜ਼ਾਦ ਕਦੇ ਨਹੀਂ ਹੋ ਸਕਦਾ। ਵਿਚਾਰ ਦੀ ਆਜ਼ਾਦੀ ਨਾਂ ਦੀ ਕੋਈ ਚੀਜ਼ ਨਹੀਂ ਹੈ, ਇਹ ਕੋਰੀ ਬਕਵਾਸ ਹੈ। ਵਿਚਾਰ ਕਦੇ ਤਾਜ਼ਾ ਨਹੀਂ ਹੁੰਦਾ। ਵਿਚਾਰ ਯਾਦ, ਅਨੁਭਵ ਤੇ ਗਿਆਨ ਦੀ ਪ੍ਰਤੀਕਿਰਿਆ ਹੈ। ਵਿਚਾਰ ਕਿਉਂਕਿ ਖੁਦ ਪੁਰਾਣਾ ਹੁੰਦਾ ਹੈ, ਇਹ ਉਹਨਾਂ ਚੀਜ਼ਾਂ ਨੂੰ ਵੀ ਪੁਰਾਣਾ ਕਰ ਦਿੰਦਾ ਹੈ ਜੋ ਤਾਜ਼ਾ ਸਨ ਤੇ ਜਿਨ੍ਹਾਂ ਨੂੰ ਦੇਖ ਕੇ ਤੁਸੀਂ ਬੇਹੱਦ ਖੁਸ਼ ਹੋਏ ਸਨ। ਸੁੱਖ ਪੁਰਾਣੇ ਤੋਂ ਹੀ ਮਿਲਦਾ ਹੈ ਤੇ ਨਵੇਂ ਤੋਂ ਕਦੇ ਨਹੀਂ। ਨਵੇਂ ਦਾ ਅਰਥ ਹੈ ਜਿੱਥੇ ਸਮਾਂ ਰੁਕ ਜਾਂਦਾ ਹੈ, ਬਿਲਕੁਲ ਗਾਇਬ ਹੋ ਜਾਂਦਾ ਹੈ। ਹੁਣ ਜੇ ਬਿਨਾਂ ਸੁੱਖ ਨੂੰ ਸੱਦਾ ਦਿੱਤੇ ਕਿਸੇ ਪੰਛੀ, ਕਿਸੇ ਚਿਹਰੇ, ਕਿਸੇ ਸਾੜੀ ਦੇ ਰੰਗ, ਪਾਣੀ ਦੀ ਸਤਹ ਤੇ ਝਿਲਮਿਲ ਕਰਦੀਆਂ ਸੂਰਜ ਦੀਆਂ ਰੂਪਲੀਆਂ ਕਿਰਨਾਂ ਜਾਂ ਆਨੰਦ ਨਾਲ ਭਰ ਦੇਣ ਵਾਲੇ ਕਿਸੇ ਵੀ ਚੀਜ਼ ਨੂੰ ਦੇਖਣ ਦੇ ਇਸ ਪਲ ਵਿੱਚ ਤੁਹਾਡੇ ਅੰਦਰ ਇਸ ਨੂੰ ਬਾਰ-ਬਾਰ ਦੇਖਣ ਦੀ ਖੁਆਇਸ਼ ਨਹੀਂ ਉੱਠਦੀ, ਤਾਂ ਤੁਹਾਡੇ ਲਈ ਪੀੜ ਦੇ ਡਰ ਦਾ ਵਜੂਦ ਹੀ ਖਤਮ ਹੋ ਗਿਆ। ਸਿਰਫ ਤਿਵਰ ਆਨੰਦ ਹੀ ਬਾਕੀ ਬਚਦਾ ਹੈ। ਸੁੱਖ ਨੂੰ ਦੁਹਰਾਉਣ ਲਈ ਤੇ ਕਾਇਮ ਰੱਖਣ ਲਈ ਜੋ ਸੰਘਰਸ਼ ਚੱਲਦਾ ਹੈ ਉਹ ਹੀ ਇਸ ਨੂੰ ਪੀੜ ਵਿੱਚ ਬਦਲ ਦਿੰਦਾ ਹੈ। ਇਸ ਦਾ ਨਿਰੀਖਣ ਤੁਸੀਂ ਆਪਣੇ ਅੰਦਰ ਕਰੋ। ਸੁੱਖ ਨੂੰ ਦੁਹਰਾਉਣ ਦੀ ਮੰਗ ਹੀ ਦੁੱਖ ਦਾ ਕਾਰਨ ਬਣ ਜਾਂਦੀ ਹੈ, ਕਿਉਂਕਿ ਕੱਲ ਜੋ ਸੁੱਖ ਮਿਲਿਆ ਸੀ ਜ਼ਰੂਰੀ ਨਹੀਂ ਕਿ ਅੱਜ ਵੀ ਉਹ ਮਿਲ ਹੀ ਜਾਏ। ਜੋ ਖੁਸ਼ੀ ਪਹਿਲਾਂ ਮਿਲੀ ਸੀ, ਸੁੰਦਰਤਾ ਦਾ ਜੋ ਬੋਧ, ਸੁੱਖ ਤੇ ਮਨ ਦੀ ਮਸਤੀ ਪਹਿਲਾਂ ਹਾਸਲ ਹੋਈ ਸੀ, ਉਸ ਨੂੰ ਮੁੜ ਹਾਸਲ ਕਰਨ ਲਈ ਤੁਸੀਂ ਸੰਘਰਸ਼ ਕਰਦੇ ਹੋ। ਪਰ ਕਿਉਂਕਿ ਉਹ ਤੁਹਾਨੂੰ ਮਿਲਦਾ ਨਹੀਂ ਹੈ, ਇਸ ਲਈ ਤੁਸੀਂ ਨਿਰਾਸ਼ ਹੋ ਜਾਂਦੇ ਹੋ, ਦੁਖੀ ਹੋ ਜਾਂਦੇ ਹੋ। ਕੀ ਤੁਸੀਂ ਕਦੇ ਧਿਆਨ ਦਿੱਤਾ ਹੈ ਕਿ ਜਦੋਂ ਤੁਹਾਨੂੰ ਛੋਟੇ ਜਿਹੇ ਸੁੱਖ ਤੋਂ ਵੀ ਰੋਕਿਆ ਜਾਂਦਾ ਹੈ ਤਾਂ ਤੁਹਾਡੇ ਤੇ ਕੀ ਗੁਜ਼ਰਦੀ ਹੈ? ਜਦ ਤੁਹਾਨੂੰ ਉਹ ਨਹੀਂ ਮਿਲਦਾ ਜੋ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਚਿੰਤਾ, ਨਫ਼ਰਤ ਤੇ ਈਰਖਾ ਦੀ ਅੱਗ ਵਿੱਚ ਸੜਦੇ ਹੋ। ਸ਼ਾਇਦ ਤੁਸੀਂ ਕਦੇ ਧਿਆਨ ਨਹੀਂ ਦਿੱਤਾ ਹੋਵੇਗਾ
ਕਿ ਜਦ ਤੁਹਾਨੂੰ ਸ਼ਰਾਬ, ਸਿਗਰਟ ਪੀਣ ਦੇ ਸੁੱਖ, ਕਾਮ ਸੁੱਖ ਜਾਂ ਕਿਸੇ ਹੋਰ ਸੁੱਖ ਤੋਂ ਰੋਕਿਆ ਜਾਂਦਾ ਹੈ ਤਾਂ ਤੁਹਾਨੂੰ ਆਪਣੇ ਅੰਦਰ ਕਿਹੋ ਜਿਹੀਆਂ ਲੜਾਈਆਂ ਵਿੱਚੋਂ ਦੀ ਲੰਘਣਾ ਪੈਂਦਾ ਹੈ ਕਿ ਤੁਹਾਨੂੰ ਨਹੀਂ ਲੱਗਦਾ ਕਿ ਇਹ ਸਭ ਡਰ ਦਾ ਹੀ ਇੱਕ ਰੂਪ ਹੈ। ਮੈਂ ਜੋ ਚਾਹੁੰਦਾ ਹਾਂ, ਜੇ ਉਹ ਨਾ ਮਿਲਿਆ ਉਹਦਾ ਡਰ, ਜਾਂ ਜੇ ਕੁਝ ਮੇਰੇ ਕੋਲ ਹੁਣ ਹੈ ਉਹ ਕਿਤੇ ਗਵਾਚ ਨਾ ਜਾਏ ਉਸ ਦਾ ਡਰ। ਤੁਸੀਂ ਕਿਸੇ ਖਾਸ ਧਰਮ ਜਾਂ ਖਾਸ ਵਿਚਾਰਧਾਰਾ ਨੂੰ ਸਾਲਾਂ ਤੋਂ ਗਲੇ ਲਗਾ ਕੇ ਬੈਠੇ ਹੋ। ਇੱਕ ਦਿਨ ਜੀਵਨ ਦੀ ਕੋਈ ਘਟਨਾ ਜਾਂ ਵਜਨੀ ਤਰਕ ਤੁਹਾਡੀ ਆਸਥਾ ਨੂੰ ਡਾਵਾਡੋਲ ਨਾ ਕਰ ਦੇਵੇ, ਇਸ ਦਾ ਡਰ। ਜਾਂ ਤੁਹਾਡੇ ਤੋਂ ਲੋੜ ਕੇ ਕੋਈ ਇਸ ਨੂੰ ਅਲਗ ਕਰ ਦੇਵੇ ਤਾਂ ਕਿ ਤੁਸੀਂ ਇਕੱਲੇ ਖੜੇ ਰਹਿ ਜਾਓ ਕਿ ਤੁਸੀਂ ਇਸ ਡਰ ਤੋਂ ਕੰਬਦੇ ਨਹੀਂ ਹੋ। ਜਿਸ ਵਿਸ਼ਵਾਸ ਤੇ ਸ਼ਰਧਾ ਨੇ ਤੁਹਾਨੂੰ ਸਾਲਾਂ ਤੱਕ ਸੰਤੁਸ਼ਟ ਰੱਖਿਆ ਹੈ ਤੇ ਸੁੱਖ ਪ੍ਰਦਾਨ ਕੀਤਾ ਹੈ, ਜਦ ਉਹ ਵਿਸ਼ਵਾਸ ਖੋਇਆ ਜਾਂਦਾ ਹੈ ਤਾਂ ਤੁਹਾਡੀ ਹਾਲਤ ਬੇਸਹਾਰਾ ਤੇ ਦੀਨਹੀਨ ਹੋ ਜਾਂਦੀ ਹੈ। ਜਿੰਨਾ ਚਿਰ ਤੁਸੀਂ ਸੁੱਖ ਦਾ ਕੋਈ ਹੋਰ ਸਾਧਨ ਨਹੀਂ ਖੋਜ ਲੈਂਦੇ, ਦੂਸਰੀ ਆਸਥਾ ਜਾਂ ਵਿਸ਼ਵਾਸ ਨਹੀਂ ਖੋਜ ਲੈਂਦੇ, ਉਨਾ ਚਿਰ ਡਰ ਤੁਹਾਡਾ ਪਿੱਛਾ ਨਹੀਂ ਛੱਡਦਾ। ਮੇਰੇ ਲਈ ਇਹ ਬਿਲਕੁਲ ਸਿੱਧਾ, ਸਾਫ਼ ਤੇ ਸਰਲ ਹੈ। ਕਿਉਂਕਿ ਇਹ ਬਿਲਕੁਲ ਹੀ ਸਰਲ ਹੈ, ਇਸ ਲਈ ਅਸੀਂ ਇਸ ਦੀ ਸਰਲਤਾ ਨੂੰ ਦੇਖਣ ਤੋਂ ਇਨਕਾਰ ਕਰਦੇ ਹਾਂ। ਹਰ ਚੀਜ਼ ਨੂੰ ਗੁੰਝਲਦਾਰ ਬਣਾ ਦੇਣਾ ਸਾਡਾ ਸੁਭਾਅ ਹੈ। ਜੇ ਤੁਹਾਡੀ ਪਤਨੀ ਤੁਹਾਨੂੰ ਛੱਡ ਕੇ ਕਿਸੇ ਹੋਰ ਨਾਲ ਚਲੀ ਜਾਏ ਤਾਂ ਕੀ ਤੁਸੀਂ ਗੁੱਸੇ ਤੇ ਈਰਖਾ 'ਚ ਸੜੋਗੇ? ਨਹੀਂ। ਜਿਸ ਆਦਮੀ ਨੇ ਉਸ ਨੂੰ ਆਪਣੇ ਵੱਲ ਖਿੱਚਿਆ ਹੈ ਕਿ ਤੁਹਾਨੂੰ ਉਸ ਨਾਲ ਨਫ਼ਰਤ ਨਹੀਂ ਹੋ ਜਾਏਗੀ? ਇਹ ਸਭ ਡਰ ਤੋਂ ਇਲਾਵਾ ਹੋਰ ਕੀ ਹੈ? ਤੁਹਾਡੇ ਕੋਲ ਕੁਝ ਸੀ ਜਿਸ ਤੋਂ ਤੁਹਾਨੂੰ ਫਿਰ ਸਾਰਾ ਸੁੱਖ ਮਿਲਦਾ ਸੀ, ਸੰਗ ਸਾਥ ਮਿਲਦਾ ਸੀ, ਜਿਸ ਦੇ ਕਾਰਨ ਤੁਹਾਨੂੰ ਤਸੱਲੀ ਤੇ ਚੈਨ ਸੀ, ਮਲਕੀਅਤ ਦਾ ਮਜ਼ਾ ਤੇ ਰਸ ਸੀ। ਹੁਣ ਉਸ ਦੇ ਗਵਾਚ ਜਾਣ ਦਾ ਡਰ ਹੈ। ਸੋ ਜੇ ਤੁਸੀਂ ਇਸ ਗੱਲ ਨੂੰ ਸਮਝ ਲਈ ਹੈ ਕਿ ਜਿੱਥੇ ਵੀ ਸੁੱਖ ਦੀ ਤਲਾਸ਼ ਹੋਵੇਗੀ ਉੱਥੇ ਹੀ ਦੁੱਖ ਆ ਟਪਕੇਗਾ, ਇਹ ਦੇਖਣ ਦੇ ਬਾਵਜੂਦ ਜੇ ਤੁਸੀਂ ਅਜੇ ਵੀ ਉੱਦਾਂ ਦੇ ਹੀ ਜਿਉਣਾ ਚਾਹੁੰਦੇ ਹੋ ਤਾਂ ਤੁਸੀਂ ਜਿਓਗੇ, ਪਰ ਘੱਟ ਤੋਂ ਘੱਟ ਇਸ ਵਿੱਚ ਹੁਣ ਤੁਸੀਂ ਅਣਜਾਣੇ ਹੀ ਨਾ ਫਿਸਲਦੇ ਚਲੇ ਜਾਓਗੇ। ਜੇ ਤੁਸੀਂ ਸੁੱਖ ਨੂੰ ਖਤਮ ਕਰਨਾ ਚਾਹੁੰਦੇ ਹੋ, ਜੋ ਅਸਲ ਦੇ ਦੁੱਖ ਨੂੰ ਹੀ ਖਤਮ ਕਰਨਾ ਹੈ, ਤਾਂ ਤੁਹਾਨੂੰ ਸੁੱਖ ਦੇ ਢਾਂਚੇ ਤੇ ਰਚਨਾ ਬਾਰੇ ਪੂਰੀ ਤਰ੍ਹਾਂ ਸੁਚੇਤ ਤੇ ਸਜਗ ਰਹਿਣਾ ਪਵੇਗਾ। ਤੁਸੀਂ ਜ਼ੋਰ ਜ਼ਬਰਦਸਤੀ ਕਰਕੇ ਸੁੱਖ ਨੂੰ ਆਪਣੇ ਤੋਂ ਅਲੱਗ ਨਹੀਂ ਕਰ ਸਕਦੇ, ਜਿਵੇਂ ਕਿ ਸਾਧੂ ਸੰਨਿਆਸੀ ਕਰਦੇ ਰਹਿੰਦੇ ਹਨ। ਉਹ ਔਰਤਾਂ ਵੱਲ ਨਹੀਂ ਦੇਖਦੇ ਕਿਉਂਕਿ ਅਜਿਹਾ ਕਰਨਾ ਉਹ ਪਾਪ ਸਮਝਦੇ ਹਨ ਤੇ ਇਸ ਤਰ੍ਹਾਂ ਉਹ ਆਪਣੀ ਸਮਝ ਦੀ ਹੱਤਿਆ ਕਰ ਦਿੰਦੇ ਹਨ। ਇਸ ਦੇ ਉਲਟ ਤੁਹਾਨੂੰ ਸੁੱਖ ਦੇ ਪੂਰੇ ਅਰਥਾਂ ਨੂੰ ਦੇਖਣਾ ਤੇ ਸਮਝਣਾ ਪਵੇਗਾ, ਤਾਂ ਹੀ ਤੁਹਾਡੇ ਜੀਵਨ ਵਿੱਚ ਖੁਸ਼ੀ, ਖੇੜਾ ਤੇ ਆਨੰਦ ਦੀ ਪ੍ਰਚੰਡ ਧਾਰਾ ਵਗਣ ਲੱਗੇਗੀ। ਤੁਸੀਂ ਆਨੰਦ ਬਾਰੇ ਸੋਚ ਵਿਚਾਰ ਨਹੀਂ ਸਕਦੇ। ਆਨੰਦ ਇੱਕ ਤਤਛਣ ਵਸਤੂ ਹੈ। ਜਿਉਂ ਹੀ ਤੁਸੀਂ ਇਸ ਬਾਰੇ ਸੋਚਣਾ ਸ਼ੁਰੂ ਕੀਤਾ, ਇਹ ਸੁੱਖ ਵਿੱਚ ਬਦਲ ਜਾਂਦਾ ਹੈ ਤੇ ਵਰਤਮਾਨ 'ਚ ਜਿਉਣਾ ਸੁੰਦਰਤਾ ਦਾ ਤਤਕਾਲ ਦਰਸ਼ਨ ਕਰਨਾ ਹੈ ਤੇ ਇਸ ਵਿੱਚੋਂ ਸੁੱਖ ਨਾ ਲੱਭਣਾ ਦਾ ਅਰਥ ਅਸੀਮ ਆਨੰਦ ਦੇ ਸਾਗਰ ਵਿੱਚ ਗੋਤੇ ਲਾਉਣਾ ਹੈ। ਪਾਠ 5ਵਾਂ। ਹੋਰ ਅੱਗੇ ਵਧਣ ਤੋਂ ਪਹਿਲਾਂ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਕਿ ਜੀਵਨ ਵਿੱਚ ਤੁਹਾਡੀ ਸਭ ਤੋਂ ਜ਼ਿਆਦਾ ਤੇ ਸਥਾਈ ਦਿਲਚਸਪੀ ਕਿਸ ਗੱਲ ਵਿੱਚ ਹੈ? ਤੁਹਾਡੀ ਦਿਲਚਸਪੀ ਦਾ ਮੁੱਲ ਵਿਸ਼ਾ ਕੀ ਹੈ? ਘੁਮਾ ਫਿਰਾ ਕੇ ਉੱਤਰ ਦੇਣ ਦੀ ਬਜਾਏ ਇਸ ਦਾ ਸਿੱਧਾ ਤੇ ਇਮਾਨਦਾਰੀ ਵਾਲਾ ਉੱਤਰ ਕੀ ਹੋ ਸਕਦਾ ਹੈ? ਕੀ ਤੁਸੀਂ ਜਾਣਦੇ ਹੋ? ਤੁਹਾਡੀ ਸਭ ਤੋਂ ਵੱਧ ਦਿਲਚਸਪੀ ਕੀ ਆਪਣੇ ਆਪ ਵਿੱਚ ਹੀ ਨਹੀਂ ਹੈ? ਹਾਂ, ਜੇ ਅਸੀਂ ਸੱਚ ਬੋਲੀਏ ਤਾਂ ਸਾਡੇ ਵਿੱਚੋਂ ਬਹੁਤਿਆਂ ਦਾ ਇਹੀ ਉੱਤਰ ਹੋਵੇਗਾ। ਮੇਰੀ ਸਾਰੀ ਦਿਲਚਸਪੀ ਦਾ ਵਿਸ਼ਾ ਹੈ ਮੇਰੀ ਤਰੱਕੀ, ਮੇਰੀ ਨੌਕਰੀ, ਮੇਰਾ ਪਰਿਵਾਰ। ਅਰਥਾਤ ਮੇਰੀ ਦਿਲਚਸਪੀ ਜੀਵਨ ਦੇ ਉਸ ਛੋਟੇ ਜਿਹੇ ਕੋਨੇ ਵਿੱਚ ਹੈ ਜਿੱਥੇ ਮੈਂ ਜੀ ਰਿਹਾ ਹਾਂ। ਆਪਣੇ ਲਈ ਬਿਹਤਰ ਰੁਤਬਾ, ਵੱਧ ਇੱਜ਼ਤ ਤੇ ਸ਼ਕਤੀ, ਦੂਸਰਿਆਂ ਤੋਂ ਜ਼ਿਆਦਾ ਦਬਦਬਾ ਤੇ ਅਧਿਕਾਰ ਅਤੇ ਇਸੇ ਤਰ੍ਹਾਂ ਦਾ ਹੋਰ ਗੱਲਾਂ ਜਿਨ੍ਹਾਂ ਨਾਲ ਮੇਰਾ ਮਹੱਤਵ ਵੱਧਦਾ ਹੈ। ਇਹ ਬਹੁਤ ਇਮਾਨਦਾਰੀ ਤੇ ਸਮਝਦਾਰੀ ਦਾ ਸਬੂਤ ਹੋਵੇਗਾ ਜੇ ਅਸੀਂ ਆਪਣੇ ਅੰਦਰ ਇਹ ਗੱਲ ਕਬੂਲ ਕਰੀਏ ਕਿ ਬੁਨਿਆਦੀ ਤੌਰ ਤੇ ਸਾਡੀ ਦਿਲਚਸਪੀ ਜਿਸ ਗੱਲ ਵਿੱਚ ਹੈ ਉਹ ਹੈ ਹਰ ਚੀਜ਼ ਤੋਂ ਪਹਿਲਾਂ ਤੇ ਅੱਗੇ ਮੈਂ। ਹੁਣ ਸਾਡੇ ਚੋਂ ਕੁਝ ਲੋਕ ਕਹਿਣਗੇ ਕਿ ਸਭ ਤੋਂ ਅੱਗੇ ਆਪਣੇ ਆਪ ਨੂੰ ਰੱਖਣਾ ਤਾਂ ਗਲਤ ਗੱਲ ਹੈ, ਪਰ ਇਸ ਵਿੱਚ ਕੀ ਗਲਤ ਹੈ?
ਸਿਵਾਏ ਇਸ ਦੇ ਕਿ ਅਸੀਂ ਇਮਾਨਦਾਰੀ ਤੇ ਹਲੀਮੀ ਨਾਲ ਸ਼ਾਇਦ ਹੀ ਇਹ ਗੱਲ ਸਵੀਕਾਰ ਕਰਦੇ ਹਾਂ। ਜੇ ਕਰਦੇ ਵੀ ਹਾਂ ਤਾਂ ਇਸ ਕਾਰਨ ਸ਼ਰਮਿੰਦਗੀ ਵੀ ਮਹਿਸੂਸ ਕਰਦੇ ਹਾਂ। ਹਕੀਕਤ ਇਹ ਹੈ ਕਿ ਮੌਲਿਕ ਰੂਪ 'ਚ ਆਦਮੀ ਦਾ ਝੁਕਾਅ ਤੇ ਦਿਲਚਸਪੀ ਖੁਦ ਆਪਣੇ ਆਪ ਵਿੱਚ ਹੀ ਹੈ ਅਤੇ ਵੱਖ-ਵੱਖ ਵਿਚਾਰਧਾਰਾਵਾਂ ਤੇ ਪਰੰਪਰਾਵਾਂ ਦੇ ਅਸਰ ਹੇਠ ਉਹ ਸੋਚਦਾ ਹੈ ਕਿ ਇਸ ਵਿੱਚ ਕੋਈ ਚੰਗੀ ਗੱਲ ਨਹੀਂ ਹੈ। ਪਰ ਇਸ ਤਰ੍ਹਾਂ ਸੋਚਣ ਨਾਲ ਕੀ ਹੁੰਦਾ ਹੈ ਤੇ ਗਲਤ ਜਾਂ ਠੀਕ ਦੀ ਗੱਲ ਹੀ ਕਿਉਂ ਉਠਾਉਣੀ? ਕਿਉਂਕਿ ਗਲਤ ਇਹ ਇੱਕ ਵਿਚਾਰ, ਇੱਕ ਧਾਰਨਾ ਕਰਕੇ ਲੱਗਦਾ ਹੈ। ਤੱਥ ਤੇ ਹਕੀਕਤ ਤਾਂ ਇਹ ਹੈ ਕਿ ਆਦਮੀ ਦੀ ਪਹਿਲੀ ਤੇ ਅੰਤਿਮ ਦਿਲਚਸਪੀ ਆਪਣੇ ਤੋਂ ਸ਼ੁਰੂ ਹੁੰਦੀ ਹੈ ਤੇ ਆਪਣੇ ਤੇ ਹੀ ਖਤਮ ਹੁੰਦੀ ਹੈ। ਭਲਾ ਜੇ ਇਹ ਕਹੋ ਕਿ ਆਪਣੀ ਫਿਕਰ ਕਰਨ ਤੋਂ ਦੂਸਰੇ ਦੀ ਫਿਕਰ ਕਰਨ ਨਾਲ ਜ਼ਿਆਦਾ ਸੰਤੋਸ਼ ਮਿਲਦਾ ਹੈ, ਪਰ ਫਰਕ ਕੀ ਪਿਆ? ਦੂਸਰੇ ਦੀ ਮਦਦ ਵੀ ਆਪਣੇ ਸੰਤੋਸ਼ ਲਈ ਹੀ ਕੀਤੀ, ਇਹ ਵੀ ਤੇ ਆਪਣੀ ਹੀ ਫਿਕਰ ਹੋਈ। ਤੁਹਾਨੂੰ ਤਾਂ ਮਤਲਬ ਆਪਣੇ ਤੋਂ ਜ਼ਿਆਦਾ ਸੰਤੋਸ਼ ਨਾਲ ਹੋਇਆ ਕਿ ਇਹ ਕਿੱਥੇ ਮਿਲੇਗਾ? ਇਹ ਸਿੱਧੀ ਤੇ ਸਰਲ ਗੱਲ ਵਿੱਚ ਕੋਈ ਸਿਧਾਂਤਕ ਵਿਚਾਰ ਕਿਉਂ ਉਸੇੜਨੇ? ਆਖਰ ਇਹ ਦੋਗਲੀ ਸੋਚ ਕਿਉਂ? ਸਾਫ਼-ਸਾਫ਼ ਕਿਉਂ ਨਹੀਂ ਕਹਿਣਾ ਕਿ ਜੋ ਮੈਂ ਚਾਹੁੰਦਾ ਹਾਂ ਉਹ ਹੈ ਸੰਤੁਸ਼ਟੀ ਅਤੇ ਤ੍ਰਿਪਤੀ, ਚਾਹੇ ਕਾਮ ਵਾਸਨਾ ਵਿੱਚ ਮਿਲੇ ਜਾਂ ਦੂਸਰਿਆਂ ਦੀ ਸਹਾਇਤਾ ਕਰਨ ਵਿੱਚ, ਜਾਂ ਇੱਕ ਮਹਾਨ ਸੰਤ, ਮਹਾਤਮਾ, ਸਾਇੰਸਦਾਨ ਜਾਂ ਰਾਜਨੀਤੀ ਬਣ ਕੇ। ਇਹ ਸਭ ਇੱਕ ਪ੍ਰਕਿਰਿਆ ਹੈ। ਕੀ ਅਜਿਹਾ ਨਹੀਂ ਹੈ? ਤੇ ਅਸੀਂ ਹਰ ਸੰਭਵ ਸੂਖਮ ਤੇ ਸਪਸ਼ਟ ਤਰੀਕੇ ਨਾਲ ਸੰਤੁਸ਼ਟੀ ਤੇ ਤ੍ਰਿਪਤੀ ਹੀ ਚਾਹੁੰਦੇ ਹਾਂ। ਜਦ ਅਸੀਂ ਕਹਿੰਦੇ ਹਾਂ ਕਿ ਸਾਨੂੰ ਮੁਕਤੀ ਮਿਲੇ ਤਾਂ ਮੁਕਤੀ ਦੀ ਚਾਹਤ ਮਗਰ ਹੀ ਸਾਡੀ ਇਹੀ ਕਲਪਨਾ ਕੰਮ ਕਰਦੀ ਹੈ ਕਿ ਮੁਕਤੀ ਹੈਰਾਨਕੁਨ ਹੱਦ ਤੱਕ ਸਾਨੂੰ ਤ੍ਰਿਪਤੀ ਦੇਵੇਗੀ ਅਤੇ ਇਸ ਤੋਂ ਵੀ ਵੱਧ ਚਰਮ ਸੀਮਾ ਵਾਲੀ ਤੇ ਅੰਤਮ ਤ੍ਰਿਪਤੀ ਦਾ ਸਾਧਨ ਵੀ ਅਸੀਂ ਸੁਣੀ ਸੁਣਾਈ ਆਤਮ ਗਿਆਨ ਦੀ ਧਾਰਨਾ ਨੂੰ ਬਣਾ ਲਿਆ ਹੈ। ਸੰਤੋਸ਼ ਤੇ ਤ੍ਰਿਪਤੀ ਦੇ ਇੱਕ ਅਜਿਹੇ ਸਾਧਨ ਦੀ ਅਸੀਂ ਤਲਾਸ਼ ਕਰ ਰਹੇ ਹਾਂ ਜੋ ਸਾਡੀ ਸਾਰੀ ਬੇਚੈਨੀ ਨੂੰ ਖਤਮ ਕਰ ਦੇਵੇਗਾ। ਸਾਡੇ ਵਿੱਚੋਂ ਬਹੁਤੇ ਸਮਾਜ ਵਿੱਚ ਕੋਈ ਖਾਸ ਹੈਸੀਅਤ ਹਾਸਲ ਕਰਨ ਲਈ ਤਾਂਘਦੇ ਰਹਿੰਦੇ ਹਨ, ਕਿਉਂਕਿ ਸਾਨੂੰ ਇਹ ਡਰ ਰਹਿੰਦਾ ਹੈ ਕਿ ਕਿਤੇ ਅਸੀਂ ਮਾਮੂਲੀ ਤੇ ਅਦਨੇ ਹੀ ਨਾ ਰਹਿ ਜਾਈਏ। ਸਮਾਜ ਦੀ ਬਣਾਵਟ ਅਜਿਹੀ ਹੈ ਕਿ ਇੱਥੇ ਜਿਸ ਨੂੰ ਇੱਜ਼ਤ ਵਾਲਾ ਰੁਤਬਾ ਮਿਲ ਜਾਂਦਾ ਹੈ ਉਸ ਨਾਲ ਲੋਕ ਸਲੀਕੇ ਨਾਲ ਪੇਸ਼ ਆਉਂਦੇ ਹਨ, ਜਦਕਿ ਬਿਨਾਂ ਕਿਸੇ ਹੈਸੀਅਤ ਵਾਲੇ ਆਦਮੀ ਨੂੰ ਹਰ ਜਗ੍ਹਾ ਲੜਾਇਆ ਜਾਂਦਾ ਹੈ। ਦੁਨੀਆ ਵਿੱਚ ਹਰ ਇਨਸਾਨ ਕੋਈ ਰੁਤਬਾ ਚਾਹੁੰਦਾ ਹੈ, ਭਾਵੇਂ ਸਮਾਜ ਵਿੱਚ ਹੋਵੇ ਜਾਂ ਪਰਿਵਾਰ ਵਿੱਚ ਜਾਂ ਰੱਬ ਦੇ ਘਰ 'ਚ ਹੋਵੇ। ਰੁਤਬਾ ਇਹੋ ਜਿਹਾ ਹੋਵੇ ਜੋ ਦੁਨੀਆ ਨੂੰ ਨਜ਼ਰ ਆਵੇ, ਨਹੀਂ ਤੇ ਰੁਤਬਾ ਕਾਹਦਾ ਹੋਇਆ? ਅਸੀਂ ਸਟੇਜ ਤੇ ਹੀ ਬੈਠੇ ਹੋਣੇ ਚਾਹੀਦੇ ਹਾਂ। ਅੰਦਰੋਂ ਤਾਂ ਅਸੀਂ ਦੁੱਖਾਂ ਤੇ ਕੁਕਰਮਾਂ ਦੀ ਘੁੰਮਣ ਘੇਰੀ 'ਚ ਫਸੇ ਹਾਂ। ਇਸ ਲਈ ਬਾਹਰੋਂ ਇੱਕ ਮਹਾਨ ਆਦਮੀ ਦੇ ਰੂਪ ਵਿੱਚ ਇੱਜ਼ਤ ਹਾਸਲ ਕਰਕੇ ਸਾਨੂੰ ਬੜਾ ਸੁੱਖ ਚੈਨ ਮਿਲਦਾ ਹੈ। ਸਮਾਜ ਵਿੱਚ ਖਾਸ ਹੋਣ ਤੇ ਪ੍ਰਮੁੱਖਤਾ ਦਾ ਦਰਜਾ ਅਤੇ ਮਾਨਤਾ ਹਾਸਲ ਕਰਨ, ਰੁਤਬੇ ਤੇ ਤਾਕਤ ਦੀ ਤਾਂਘ ਪਿੱਛੇ ਦੂਜਿਆਂ ਤੇ ਰੋਹਬ ਪਾਉਣ ਦੀ ਚਾਹਤ ਹੁੰਦੀ ਹੈ। ਰੋਹਬ ਦਾਬ ਰੱਖਣ ਦਾ ਇਹ ਖਿਆਲ ਹਮਲੇ ਤੇ ਹਿੰਸਾ ਦਾ ਇੱਕ ਰੂਪ ਹੈ। ਸੰਤ ਮਹਾਤਮਾ ਦੀ ਪਦਵੀ ਪਾਉਣ ਵਾਲੇ ਸਾਧੂ ਸੰਨਿਆਸੀ ਉਨੇ ਹੀ ਹਮਲਾਵਰ ਹੁੰਦੇ ਹਨ ਜਿੰਨੀਆਂ ਵਾੜੇ ਵਿੱਚ ਚੁੱਜਾਂ ਮਾਰਨ ਵਾਲੀਆਂ ਮੁਰਗੀਆਂ। ਇਸ ਹਮਲਾਵਰ ਵਿਰਤੀ ਦਾ ਕੀ ਕਾਰਨ ਹੈ? ਕੀ ਇਸ ਪਿੱਛੇ ਭੈ ਨਹੀਂ ਹੈ? ਡਰ ਜੀਵਨ ਦੀਆਂ ਸਭ ਤੋਂ ਵੱਡੀਆਂ ਸਮੱਸਿਆਵਾਂ ਵਿੱਚੋਂ ਇੱਕ ਹੈ। ਡਰ ਵਿੱਚ ਜਕੜਿਆ ਹੋਇਆ ਮਨ ਟਕਰਾਵ ਤੇ ਉਲਝਣਾਂ ਵਿੱਚ ਜਿਉਂਦਾ ਹੈ। ਇਸ ਕਰਕੇ ਹਿੰਸਕ ਵਿਕਰਤ ਤੇ ਹਮਲਾਵਰ ਹੁੰਦਾ ਹੈ। ਇਹ ਆਪਣੇ ਸੋਚ ਵਿਚਾਰ ਦੇ ਢਾਂਚੇ ਤੋਂ ਬਾਹਰ ਨਿਕਲਣ ਦੀ ਹਿੰਮਤ ਨਹੀਂ ਕਰ ਸਕਦਾ। ਇਸ ਕਰਕੇ ਇਸ ਨੂੰ ਪਾਖੰਡ ਤੇ ਢੋਂਗ ਦਾ ਸਹਾਰਾ ਲੈਣਾ ਪੈਂਦਾ ਹੈ। ਜਦ ਤੱਕ ਅਸੀਂ ਡਰ ਤੋਂ ਆਜ਼ਾਦ ਨਹੀਂ ਹੁੰਦੇ, ਉਨਾ ਚਿਰ ਭਾਵੇਂ ਅਸੀਂ ਉੱਚੇ ਤੇ ਉੱਚੇ ਪਰਬਤ ਦੀ ਟੀਸੀ ਤੇ ਚੜ੍ਹ ਜਾਈਏ, ਹਰ ਤਰ੍ਹਾਂ ਦੇ ਰੱਬ ਦਾ ਅਵਿਸ਼ਕਾਰ ਕਰ ਲਈਏ, ਪਰ ਅਸੀਂ ਹਨੇਰੇ ਵਿੱਚ ਹੀ ਭਟਕਾਂਗੇ। ਏਦਾਂ ਦੇ ਭ੍ਰਿਸ਼ਟ ਤੇ ਚੌਪਟ ਸਮਾਜ ਵਿੱਚ ਜਿਉਂਦੇ ਹੋਏ, ਜਿੱਥੇ ਵਿੱਦਿਆ ਮੁਕਾਬਲੇਬਾਜ਼ੀ ਤੇ ਆਧਾਰਿਤ ਹੈ, ਜੋ ਡਰ ਹੀ ਉਪਜਾਉਂਦੀ ਹੈ, ਅਸੀਂ ਸਾਰੇ ਕਿਸੇ ਨਾ ਕਿਸੇ ਡਰ ਦੇ ਹੇਠਾਂ ਦੱਬੇ ਪਏ ਹਾਂ। ਤੇ ਡਰ ਇੱਕ ਭਿਆਨਕ ਚੀਜ਼ ਹੈ ਜਿਸ ਕਰਕੇ ਅਸੀਂ ਬੁਝੇ ਜ਼ਿੰਦਗੀ ਦੇ ਦਿਨ ਕੱਟਦੇ ਹਾਂ। ਜਿਸਮਾਨੀ ਪੱਧਰ ਤੇ ਡਰ ਦੀ ਗੱਲ ਹੋਰ ਹੈ, ਜੋ ਇੱਕ ਅਜਿਹੀ ਪ੍ਰਤੀਕਿਰਿਆ ਹੈ ਜੋ ਸਾਨੂੰ ਪਸ਼ੂਆਂ ਤੋਂ ਵਿਰਾਸਤ ਵਿੱਚ ਮਿਲੀ ਹੈ।
ਪਰ ਇੱਥੇ ਅਸੀਂ ਮਨੋਵਿਗਿਆਨਿਕ ਡਰ ਦੀ ਗੱਲ ਕਰ ਰਹੇ ਹਾਂ, ਕਿਉਂਕਿ ਜਦੋਂ ਅਸੀਂ ਮਨੋਵਿਗਿਆਨਿਕ ਡਰ ਨੂੰ ਸਮਝ ਲਵਾਂਗੇ, ਜੋ ਸਾਡੇ ਅੰਦਰ ਗਹਿਰੇ ਵਿੱਚ ਪੈਰ ਜਮਾ ਚੁੱਕਿਆ ਹੈ, ਤਾਂ ਅਸੀਂ ਸਰੀਰਕ ਡਰ ਦਾ ਵੀ ਸਾਹਮਣਾ ਕਰ ਸਕਾਂਗੇ। ਜੇ ਅਸੀਂ ਪਹਿਲਾਂ ਸਰੀਰਕ ਭੈ ਨੂੰ ਹੀ ਸਮਝਣ ਲੱਗ ਪਏ, ਤਾਂ ਫਿਰ ਸਾਨੂੰ ਮਨੋਵਿਗਿਆਨਿਕ ਡਰ ਨੂੰ ਸਮਝਣ ਵਿੱਚ ਕੋਈ ਸਹਾਇਤਾ ਨਹੀਂ ਮਿਲੇਗੀ। ਅਸੀਂ ਸਭ ਕਿਸੇ ਨਾ ਕਿਸੇ ਚੀਜ਼ ਤੋਂ ਡਰੇ ਰਹਿੰਦੇ ਹਾਂ। ਡਰ ਆਪਣੇ ਆਪ 'ਚ ਅਮੂਰਤ ਚੀਜ਼ ਨਹੀਂ ਹੈ, ਇਹ ਹਮੇਸ਼ਾ ਕਿਸੇ ਨਾ ਕਿਸੇ ਚੀਜ਼ ਨਾਲ ਜੁੜਿਆ ਹੁੰਦਾ ਹੈ। ਕੀ ਤੁਸੀਂ ਜਾਣਦੇ ਹੋ ਕਿ ਤੁਸੀਂ ਕਿੰਨਾਂ ਗੱਲਾਂ ਤੋਂ ਡਰਦੇ ਹੋ? ਨੌਕਰੀ ਚਲੇ ਜਾਣ ਦਾ ਡਰ, ਭੋਜਨ ਤੇ ਧਨ ਦੀ ਥੋੜ ਦਾ ਡਰ, ਗੁਆਂਢੀ ਤੇ ਲੋਕ ਤੁਹਾਡੇ ਬਾਰੇ ਕੀ ਸੋਚਦੇ ਹਨ ਇਸ ਦਾ ਡਰ, ਜਾਂ ਅਸਫਲ ਹੋਣ ਦਾ ਡਰ, ਸਮਾਜ ਵਿੱਚੋਂ ਆਪਣਾ ਰੁਤਬਾ ਗਵਾਉਣ ਦਾ ਡਰ, ਘਿਰਣਾ ਜਾਂ ਮਖੌਲ ਜਾਂ ਪਾਤਰ ਬਣ ਜਾਣ ਦਾ ਡਰ, ਬਿਮਾਰੀ ਤੇ ਪੀੜ ਦਾ ਡਰ, ਪ੍ਰਭਤਾ ਗੁਆਚਣ ਦਾ ਡਰ, ਪਿਆਰ ਨੂੰ ਨਾ ਜਾਣਨ ਦਾ ਡਰ, ਪ੍ਰੇਮ ਨਾ ਹਾਸਲ ਕਰ ਸਕਣ ਦਾ ਡਰ, ਆਪਣੀ ਪਤਨੀ ਤੇ ਬੱਚੇ ਗਵਾ ਲੈਣ ਦਾ ਡਰ, ਮੌਤ ਦਾ ਡਰ ਜਾਂ ਮੌਤ ਵਰਗੇ ਹਾਲਾਤਾਂ ਵਿੱਚ ਜਿਉਣ ਦਾ ਡਰ, ਬੇਹੱਦ ਬੋਰ ਹੋਣ ਦਾ ਡਰ, ਲੋਕਾਂ ਦੀਆਂ ਉਮੀਦਾਂ ਮੁਤਾਬਕ ਨਾ ਰਹਿ ਸਕਣ ਦਾ ਡਰ, ਆਪਣਾ ਵਿਸ਼ਵਾਸ ਗਵਾ ਲੈਣ ਜਾਂ ਇਹ ਸਭ ਤੇ ਕੋਈ ਹੋਰ ਤਰ੍ਹਾਂ ਦੇ ਡਰ। ਕੀ ਤੁਸੀਂ ਆਪਣੇ ਖਾਸ ਤਰ੍ਹਾਂ ਦੇ ਡਰਾਂ ਤੋਂ ਪਰਿਚਿਤ ਹੋ? ਤੇ ਅਕਸਰ ਤੁਸੀਂ ਇਹਨਾਂ ਨਾਲ ਕਿਵੇਂ ਨਜਿੱਠਦੇ ਹੋ? ਤੁਸੀਂ ਇਹਨਾਂ ਤੋਂ ਦੂਰ ਭੱਜਦੇ ਹੋ? ਕੀ ਅਜਿਹਾ ਨਹੀਂ ਹੈ? ਜਾਂ ਡਰ ਨੂੰ ਰੋਕਣ ਲਈ ਨਵੇਂ-ਨਵੇਂ ਮਖੌਟਿਆਂ ਤੇ ਖਿਆਲਾਂ ਦੀ ਰਚਨਾ ਕਰਦੇ ਹੋ? ਪਰ ਡਰ ਤੋਂ ਦੂਰ ਭੱਜਣਾ ਡਰ ਨੂੰ ਵਧਾਉਣਾ ਹੀ ਹੈ। ਡਰ ਦੇ ਵੱਡੇ ਕਾਰਨਾਂ ਚੋਂ ਇੱਕ ਤਾਂ ਇਹ ਹੈ ਕਿ ਜੋ ਅਸੀਂ ਹੁੰਦੇ ਹਾਂ ਉਸ ਅਸਲੀਅਤ ਦਾ ਅਸੀਂ ਸਾਹਮਣਾ ਨਹੀਂ ਕਰਨਾ ਚਾਹੁੰਦੇ। ਇਸ ਕਰਕੇ ਭੈ ਦੇ ਨਾਲ-ਨਾਲ ਬਚਣ ਦੇ ਭਾਜ ਦੇ ਉਸ ਜਾਲ ਦੀ ਵੀ ਜਾਂਚ ਪੜਤਾਲ ਕਰਨੀ ਪਵੇਗੀ, ਜਿਸ ਨੂੰ ਅਸੀਂ ਭੈ ਤੋਂ ਪਿੱਛਾ ਛੁਡਾਉਣ ਲਈ ਬੁਣਿਆ ਹੈ। ਜੇ ਮਨ, ਜਿਸ ਵਿੱਚ ਦਿਮਾਗ ਵੀ ਸ਼ਾਮਲ ਹੈ, ਡਰ ਨੂੰ ਦਬਾਉਂਦਾ ਹੈ, ਕੰਟਰੋਲ ਕਰਦਾ ਹੈ, ਜਾਂ ਉਸ ਦੀ ਕੋਈ ਵਿਆਖਿਆ ਘੜ ਲੈਂਦਾ ਹੈ, ਤਾਂ ਸੰਘਰਸ਼ ਪੈਦਾ ਹੁੰਦਾ ਹੈ। ਇਹ ਦਵੰਦ ਤੇ ਸੰਘਰਸ਼ ਸਿਰਫ ਊਰਜਾ ਦੀ ਬਰਬਾਦੀ ਹੈ। ਹੁਣ ਸਭ ਤੋਂ ਪਹਿਲਾਂ ਸਾਨੂੰ ਆਪਣੇ ਆਪ ਤੋਂ ਪੁੱਛਣਾ ਪਵੇਗਾ ਕਿ ਡਰ ਕੀ ਹੈ ਤੇ ਇਹ ਕਿਵੇਂ ਪੈਦਾ ਹੁੰਦਾ ਹੈ। ਡਰ ਸ਼ਬਦ ਤੋਂ ਅਸੀਂ ਕੀ ਸਮਝਦੇ ਹਾਂ? ਮੈਂ ਖੁਦ ਨੂੰ ਪੁੱਛ ਰਿਹਾ ਹਾਂ ਕਿ ਡਰ ਚੀਜ਼ ਕੀ ਹੈ, ਨਾ ਕਿ ਮੈਂ ਕਿਸ ਚੀਜ਼ ਤੋਂ ਡਰਦਾ ਹਾਂ। ਮੈਂ ਖਾਸ ਕਿਸਮ ਦੀ ਜ਼ਿੰਦਗੀ ਜਿਉਂਦਾ ਹਾਂ, ਮੈਂ ਖਾਸ ਡਰਦੇ 'ਚ ਹੀ ਸੋਚਦਾ ਹਾਂ। ਮੇਰੇ ਖਾਸ ਵਿਸ਼ਵਾਸ ਤੇ ਮਤ ਹਨ ਤੇ ਮੈਂ ਇਹਨਾਂ ਵਿੱਚ ਦਖਲਅੰਦਾਜ਼ੀ ਨੂੰ ਨਹੀਂ ਸਹਾਰ ਸਕਦਾ, ਕਿਉਂਕਿ ਇਹਨਾਂ ਵਿੱਚ ਮੇਰੀਆਂ ਜੜ੍ਹਾਂ ਹਨ। ਮੈਂ ਇਹਨਾਂ ਵਿੱਚ ਕੋਈ ਖਲਲ ਨਹੀਂ ਚਾਹੁੰਦਾ, ਕਿਉਂਕਿ ਇਸ ਢਾਂਚੇ ਦੇ ਡਾਮਾਡੋਲ ਹੋਣ ਨਾਲ ਮੈਂ ਅਗਿਆਤ ਦੀ ਆਸ਼ੰਕਾ ਕਰਕੇ ਕੰਬ ਜਾਂਦਾ ਹਾਂ, ਜੋ ਮੈਨੂੰ ਨਹੀਂ ਪਸੰਦ। ਮੈਂ ਆਪਣੀਆਂ ਜਾਣਕਾਰੀਆਂ ਤੇ ਵਿਸ਼ਵਾਸਾਂ ਦੇ ਜਿਸ ਛੋਟੇ ਜਿਹੇ ਘੇਰੇ ਵਿੱਚ ਹੀ ਜੀ ਰਿਹਾ ਹਾਂ, ਜੇ ਉਸ ਵਿੱਚੋਂ ਕੋਈ ਮੈਨੂੰ ਪੁੱਟ ਕੇ ਬਾਹਰ ਲਿਆਉਂਦਾ ਚਾਹੇ, ਤਾਂ ਮੈਂ ਸਭ ਤੋਂ ਪਹਿਲਾਂ ਤਰਕ ਵਿਤਰਕ ਨਾਲ ਇਹ ਨਿਸ਼ਚਾ ਕਰਾਂਗਾ ਕਿ ਉਹ ਦੁਨੀਆ ਕਿੱਦਾਂ ਦੀ ਹੈ ਜਿੱਥੇ ਮੈਂ ਆਪਣੀ ਜਾਣੀ ਪਛਾਣੀ ਦੁਨੀਆ ਛੱਡ ਕੇ ਜਾਂਦਾ ਹਾਂ। ਸੋ ਤੁਸੀਂ ਦੇਖਿਆ ਹੈ ਕਿ ਮਨ ਦੇ ਅੰਦਰ ਦਿਮਾਗ ਦੀਆਂ ਕੋਸ਼ਿਕਾਵਾਂ ਦੀ ਮਦਦ ਨਾਲ ਜੋ ਢਾਂਚਾ ਬਣ ਕੇ ਤਿਆਰ ਹੋ ਜਾਂਦਾ ਹੈ, ਉਸ ਨੂੰ ਤੋੜ ਕੇ ਦਿਮਾਗ ਦੀਆਂ ਕੋਸ਼ਿਕਾਵਾਂ ਕੋਈ ਨਵਾਂ ਢਾਂਚਾ ਬਣਾਉਣਾ ਨਹੀਂ ਚਾਹੁੰਦੀਆਂ, ਜਿਸ ਬਾਰੇ ਕੁਝ ਪੱਕਾ ਨਹੀਂ ਹੈ। ਇਸ ਕਰਕੇ ਜਿਸ ਨੂੰ ਭੈ ਕਿਹਾ ਜਾਂਦਾ ਹੈ, ਉਹ ਨਿਸ਼ਚਿਤਤਾ ਤੋਂ ਅਨਿਸ਼ਚਿਤਤਾ ਵੱਲ ਜਾਣ ਦੀ ਹੀ ਇੱਕ ਗਤੀ ਹੈ। ਇਸ ਘੜੀ ਜਦ ਮੈਂ ਇੱਥੇ ਬੈਠਾ ਹਾਂ ਤਾਂ ਮੈਨੂੰ ਕੋਈ ਡਰ ਨਹੀਂ ਹੈ। ਵਰਤਮਾਨ ਵਿੱਚ ਮੈਨੂੰ ਕੋਈ ਡਰ ਨਹੀਂ, ਨਾ ਮੈਨੂੰ ਕੁਝ ਹੋ ਰਿਹਾ ਹੈ, ਨਾ ਮੈਨੂੰ ਕੋਈ ਡਰਾ ਰਿਹਾ ਹੈ, ਨਾ ਹੀ ਮੈਥੋਂ ਕੋਈ ਖੋ ਰਿਹਾ ਹੈ। ਪਰ ਇਸ ਅਮਲੀ ਪਲ ਤੋਂ ਪਰੇ ਮਨ ਵਿੱਚ ਇੱਕ ਜ਼ਿਆਦਾ ਗਹਿਰਾ ਤਲ ਹੈ, ਜੋ ਚੇਤਨ ਜਾਂ ਅਚੇਤਨ ਤੌਰ ਤੇ ਇਹੀ ਸੋਚੀ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਖਬਰੇ ਕੀ ਹੋਵੇਗਾ, ਜਾਂ ਫਿਰ ਅਤੀਤ ਦੀ ਚਿੰਤਾ 'ਚ ਘੁਲਿਆ ਜਾ ਰਿਹਾ ਹੈ। ਮੈਂ ਅਤੀਤ ਤੇ ਭਵਿੱਖ ਤੋਂ ਡਰਿਆ ਹੋਇਆ ਹਾਂ। ਮੈਂ ਸਮੇਂ ਨੂੰ ਵੰਡ ਦਿੰਦਾ ਹਾਂ ਤੇ ਵਿਚਾਰ ਉੱਠ ਖਲੋਂਦਾ ਹੈ ਕਿ ਸਾਵਧਾਨ ਰਹੋ, ਜੇ ਕੱਲ ਹੋਇਆ ਸੀ ਉਹ ਕਿਤੇ ਫਿਰ ਨਾ ਹੋ ਜਾਏ। ਭਵਿੱਖ ਲਈ ਤਿਆਰ ਰਹੋ। ਭਵਿੱਖ ਤੁਹਾਡੇ ਲਈ ਖਤਰਨਾਕ ਸਾਬਤ ਹੋ ਸਕਦਾ ਹੈ। ਜੇ ਤੁਹਾਡੇ ਕੋਲ ਹੁਣ ਹੈ, ਕਿਤੇ ਉਹ ਗੁਆਚ ਨਾ ਜਾਏ। ਕੀ ਪਤਾ ਕੱਲ ਨੂੰ ਨੌਕਰੀ ਰਹੇ ਨਾ ਰਹੇ, ਤੁਹਾਡੀ ਪਤਨੀ ਕਿਸੇ ਹੋਰ ਨਾਲ ਭੱਜ ਜਾਏ, ਕੱਲ ਕਿਤੇ ਤੁਸੀਂ ਮਰ ਹੀ ਨਾ ਜਾਓ। ਇੱਦਾਂ ਵੀ ਹੋ ਸਕਦਾ ਹੈ ਕਿ ਜੀਵਨ ਵਿੱਚ ਤੁਸੀਂ ਮਸ਼ਹੂਰ ਹੀ ਨਾ ਹੋ ਪਾਓ।
ਆਉਣ ਵਾਲੇ ਦਿਨਾਂ 'ਚ ਤੁਸੀਂ ਬਿਲਕੁਲ ਇਕੱਲੇ ਰਹਿ ਜਾਓ। ਇਸ ਲਈ ਜਿੱਥੋਂ ਤੱਕ ਹੋ ਸਕੇ ਕੱਲ੍ਹ ਦੇ ਬਾਰੇ ਵਿੱਚ ਸਭ ਕੁਝ ਪੱਕਾ ਕਰਕੇ ਚੱਲੋ। ਹੁਣ ਤੁਸੀਂ ਆਪਣਾ ਖਾਸ ਕਿਸਮ ਦਾ ਜੋ ਭੈ ਹੈ ਉਸ ਨੂੰ ਲਓ, ਉਸ ਨੂੰ ਦੇਖੋ, ਉਸ ਦੀ ਜੋ ਤੁਹਾਡੇ ਅੰਦਰ ਪ੍ਰਤੀਕਿਰਿਆ ਉੱਠੇ ਉਸ ਨੂੰ ਦੇਖੋ ਤੇ ਨਿਰਖੋ ਕਿ ਤੁਸੀਂ ਉਸ ਤੋਂ ਭੱਜ ਬਗੈਰ, ਉਸ ਦਾ ਦਮਨ ਕੀਤੇ ਬਗੈਰ, ਉਸ ਦੀ ਕੋਈ ਸਫਾਈ ਲੱਭੇ ਬਗੈਰ, ਸਮਰਥਨ ਜਾਂ ਵਿਰੋਧ ਤੋਂ ਬਗੈਰ ਉਸ ਨੂੰ ਦੇਖ ਸਕਦੇ ਹੋ। ਕੀ ਤੁਸੀਂ ਡਰ ਸ਼ਬਦ ਨੂੰ ਪਰੇ ਹਟਾ ਕੇ ਆਪਣੇ ਡਰ ਨੂੰ ਮੁੱਲ ਰੂਪ ਵਿੱਚ ਦੇਖ ਸਕਦੇ ਹੋ? ਉਦਾਹਰਨ ਲਈ, ਕੀ ਤੁਸੀਂ ਮੌਤ ਦੇ ਡਰ ਨੂੰ ਦੇਖ ਸਕਦੇ ਹੋ ਬਿਨਾਂ ਮੌਤ ਸ਼ਬਦ ਤੋਂ, ਜੋ ਤੁਹਾਡੇ ਅੰਦਰ ਡਰ ਦੀ ਕੰਬਣੀ ਛੇੜ ਦਿੰਦਾ ਹੈ? ਕੀ ਮੌਤ ਸ਼ਬਦ ਖੁਦ ਹੀ ਸਾਡੇ ਅੰਦਰ ਇੱਕ ਥਰਥਰਾਹਟ ਪੈਦਾ ਨਹੀਂ ਕਰਦਾ, ਜਿਵੇਂ ਪ੍ਰੇਮ ਸ਼ਬਦ ਸਾਡੇ ਅੰਦਰ ਇੱਕ ਹੋਰ ਕਿਸਮ ਦੀ ਸਨਸਨੀ ਪੈਦਾ ਕਰਦਾ ਹੈ, ਇੱਕ ਛਵੀ ਖੜੀ ਕਰ ਦਿੰਦਾ ਹੈ? ਤੁਸੀਂ ਕਈ ਮੌਤਾਂ ਦੇਖੀਆਂ ਹੋਣਗੀਆਂ ਜਿਨ੍ਹਾਂ ਦੀ ਯਾਦ ਤੁਹਾਡੇ ਅੰਦਰ ਬੈਠ ਗਈ ਹੈ। ਮੌਤ ਦੀਆਂ ਘਟਨਾਵਾਂ ਨਾਲ ਤੁਸੀਂ ਆਪਣਾ ਸੰਬੰਧ ਵੀ ਜੋੜਿਆ ਹੋਇਆ ਹੈ। ਇਹਨਾਂ ਸਾਰੀਆਂ ਗੱਲਾਂ ਕਰਕੇ ਮੌਤ ਦੀ ਜੋ ਤਸਵੀਰ ਦਿਮਾਗ ਵਿੱਚ ਬੈਠ ਗਈ ਹੈ, ਕਿਤੇ ਉਹੀ ਤੇ ਡਰ ਪੈਦਾ ਨਹੀਂ ਕਰਦੀ। ਕੀ ਤੁਸੀਂ ਆਪਣਾ ਅੰਤ ਨਜ਼ਦੀਕ ਆਉਂਦਾ ਦੇਖ ਕੇ ਡਰਦੇ ਹੋ? ਕਿਤੇ ਦਿਮਾਗ ਵਿੱਚ ਬੈਠੀ ਮੌਤ ਦੀ ਤਸਵੀਰ ਤੋਂ ਤਾਂ ਨਹੀਂ? ਡਰ ਦੀ ਵਜ੍ਹਾ ਨਾਲ ਉਹ ਲਫ਼ਜ਼ ਜਾਂ ਅਸਲ ਅੰਤ। ਜੇ ਡਰ ਦੀ ਵਜ੍ਹਾ ਇੱਕ ਸ਼ਬਦ ਜਾਂ ਯਾਦ ਹੈ ਤਾਂ ਫਿਰ ਇਹ ਡਰ ਤਾਂ ਉੱਕਾ ਹੀ ਨਹੀਂ। ਮੰਨ ਲਓ ਕਿ 2 ਸਾਲ ਪਹਿਲਾਂ ਤੁਸੀਂ ਬਿਮਾਰ ਸੀ ਤੇ ਉਸ ਬਿਮਾਰੀ ਤੇ ਪੀੜ ਦੀ ਯਾਦ ਅਜੇ ਤੱਕ ਹੈ। ਇਹ ਯਾਦ ਕਹਿੰਦੀ ਹੈ ਕਿ ਸਾਵਧਾਨ ਰਹੋ ਤਾਂ ਕਿ ਬਿਮਾਰ ਨਾ ਪੈ ਜਾਓ। ਤੇ ਇਹ ਯਾਦ ਆਪਣੇ ਅਤੀਤ ਦੇ ਸੰਬੰਧ ਦੇ ਸਹਾਰੇ ਤੁਹਾਡੇ ਅੰਦਰ ਭੈ ਪੈਦਾ ਕਰਦੀ ਹੈ। ਇਹ ਡਰ ਬਿਲਕੁਲ ਨਿਰਮੂਲ ਤੇ ਨਿਰਾਧਾਰ ਹੈ, ਕਿਉਂਕਿ ਹੁਣ ਤੇ ਇਸ ਵਕਤ ਤੁਸੀਂ ਚੰਗੇ ਭਲੇ ਹੋ ਤੇ ਬਿਮਾਰੀ ਦਾ ਤੁਹਾਡੇ ਨਾਲ ਦੂਰ ਦੂਰ ਦਾ ਵਾਸਤਾ ਨਹੀਂ ਹੈ। ਵਿਚਾਰ ਆਪਣੇ ਆਪ ਵਿੱਚ ਪੁਰਾਣਾ ਹੈ, ਕਿਉਂਕਿ ਇਹ ਯਾਦ ਦੀ ਪ੍ਰਤੀਕਿਰਿਆ ਹੈ। ਯਾਦ ਹਮੇਸ਼ਾ ਪੁਰਾਣੀ ਹੀ ਹੁੰਦੀ ਹੈ। ਵਿਚਾਰ ਸਮੇਂ ਦੇ ਮਾਧਿਅਮ ਨਾਲ ਡਰ ਦਾ ਭਰਮ ਪੈਦਾ ਕਰਦਾ ਹੈ, ਜੋ ਕਿ ਹਕੀਕਤ ਨਹੀਂ ਹੈ। ਹਕੀਕਤ ਤੇ ਇਹ ਹੈ ਕਿ ਤੁਸੀਂ ਬਿਲਕੁਲ ਠੀਕ ਹੋ, ਪਰ ਪਿਛਲੀ ਬਿਮਾਰੀ ਦਾ ਤਜਰਬਾ ਜੋ ਯਾਦ ਵਿੱਚ ਸਾਂਭ ਕੇ ਰੱਖਿਆ ਹੋਇਆ ਹੈ, ਉਹ ਵਿਚਾਰ ਜਗਾਉਂਦਾ ਹੈ ਕਿ ਖਬਰਦਾਰ ਰਹੋ, ਕਿਤੇ ਫਿਰ ਬਿਮਾਰ ਨਾ ਪੈ ਜਾਓ। ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਵਿਚਾਰ ਹੀ ਭੈ ਉਤਪੰਨ ਕਰਦਾ ਹੈ। ਇਸ ਤੋਂ ਅਲੱਗ ਹੀ ਭੈ ਦਾ ਕੋਈ ਵਜੂਦ ਹੈ? ਕੀ ਭੈ ਹਮੇਸ਼ਾ ਵਿਚਾਰ ਦਾ ਨਤੀਜਾ ਹੈ? ਜੇ ਹਾਂ, ਤਾਂ ਕੀ ਭੈ ਦਾ ਕੋਈ ਹੋਰ ਰੂਪ ਵੀ ਹੋ ਸਕਦਾ ਹੈ? ਅਸੀਂ ਮੌਤ ਤੋਂ ਡਰਦੇ ਹਾਂ, ਜਿਸ ਦਾ ਅਰਥ ਹੈ ਉਹ ਜੋ ਕਿ ਕੱਲ੍ਹ ਜਾਂ ਪਰਸੋਂ ਇੱਕ ਨਾ ਇੱਕ ਦਿਨ ਹੋਣ ਵਾਲਾ ਹੈ। ਅਸਲੀਅਤ ਤੇ ਕੁਝ ਹੋਰ ਵਾਲੇ ਵਿੱਚ ਫਰਕ ਹੈ, ਇੱਕ ਫਾਸਲਾ, ਇੱਕ ਹਾਲਤ ਵਿਚਾਰ ਨੇ ਅਨੁਭਵ ਕੀਤੀ ਹੋਈ ਹੈ। ਜਦ ਇਹ ਮੌਤ ਦੀ ਕਿਸੇ ਘਟਨਾ ਨੂੰ ਦੇਖਦਾ ਹੈ ਤੇ ਕਹਿੰਦਾ ਹੈ, ਮੈਂ ਵੀ ਤੇ ਇੱਕ ਦਿਨ ਮਰਨਾ ਹੈ। ਇਸ ਕਰਕੇ ਮੌਤ ਦਾ ਭੈ ਵਿਚਾਰਾਂ ਨੇ ਪੈਦਾ ਕੀਤਾ ਹੋਇਆ ਹੈ। ਵਿਚਾਰ ਜੇ ਆਪਣੀ ਉਛਲ ਕੂਦ ਬੰਦ ਕਰ ਦੇਵੇ ਤਾਂ ਕੀ ਭੈ ਦਾ ਕੋਈ ਵਜੂਦ ਰਹਿ ਜਾਏਗਾ? ਕੀ ਡਰ ਦਾ ਵਿਚਾਰ ਫਲ ਹੈ? ਜੇ ਹੈ ਤਾਂ ਕਿਉਂਕਿ ਵਿਚਾਰ ਹਮੇਸ਼ਾ ਪੁਰਾਣੇ ਹੁੰਦੇ ਹਨ, ਡਰ ਵੀ ਹਮੇਸ਼ਾ ਪੁਰਾਣਾ ਹੀ ਹੋਏਗਾ। ਜਿਵੇਂ ਕਿ ਅਸੀਂ ਕਿਹਾ ਹੈ ਕਿ ਵਿਚਾਰ ਨਵਾਂ ਨਹੀਂ ਹੁੰਦਾ, ਜੇਕਰ ਅਸੀਂ ਇਸ ਨੂੰ ਪਛਾਣਦੇ ਹਾਂ ਇਹ ਪੁਰਾਣਾ ਹੋ ਜਾਂਦਾ ਹੈ, ਤਾਂ ਅਸੀਂ ਪੁਰਾਣੇ ਦੇ ਦੁਹਰਾਏ ਜਾਣ ਤੋਂ ਡਰਦੇ ਹਾਂ, ਅਰਥਾਤ ਜੋ ਬੁਰਾ ਹੋ ਚੁੱਕਿਆ ਹੈ ਉਸ ਦੇ ਭਵਿੱਖ ਵਿੱਚ ਫਿਰ ਹੋਣ ਦੀ ਸੰਭਾਵਨਾ ਦਾ ਵਿਚਾਰ ਹੀ ਡਰ ਹੈ। ਇਸ ਕਰਕੇ ਭੈ ਲਈ ਵਿਚਾਰ ਹੀ ਸਿੱਧੇ ਤੌਰ ਤੇ ਜ਼ਿੰਮੇਦਾਰ ਹੈ। ਗੱਲ ਇਵੇਂ ਹੀ ਹੈ, ਇਸ ਨੂੰ ਤੁਸੀਂ ਆਪ ਸਿੱਧੇ ਦੇਖ ਸਕਦੇ ਹੋ। ਅਚਾਨਕ ਜਦ ਕਿਸੇ ਖਤਰੇ ਨਾਲ ਤੁਹਾਡਾ ਸਾਹਮਣਾ ਹੋ ਜਾਂਦਾ ਹੈ ਤੇ ਤਤਕਾਲ ਉੱਥੇ ਕੋਈ ਡਰ ਨਹੀਂ ਹੁੰਦਾ, ਪਰ ਜਿਉਂ ਹੀ ਵਿਚਾਰ ਟਪਕ ਪੈਂਦਾ ਹੈ ਭੈ ਸ਼ੁਰੂ ਹੋ ਜਾਂਦਾ ਹੈ। ਇਸ ਕਰਕੇ ਸਾਡੇ ਸਾਹਮਣੇ ਸਵਾਲ ਹੁਣ ਇਹ ਹੈ ਕਿ ਮਨ ਲਈ ਪੂਰਨ ਰੂਪ ਵਿੱਚ ਵਰਤਮਾਨ ਵਿੱਚ ਜਿਉਣਾ ਸੰਭਵ ਹੈ, ਕਿਉਂਕਿ ਅਜਿਹਾ ਮਨ ਹੀ ਭੈ ਤੋਂ ਮੁਕਤ ਰਹਿ ਸਕਦਾ ਹੈ। ਪਰ ਇਸ ਨੂੰ ਠੀਕ ਸਮਝਣ ਲਈ ਤੁਹਾਨੂੰ ਵਿਚਾਰ, ਯਾਦ ਤੇ ਵਕਤ ਦੇ ਪੂਰੇ ਢਾਂਚਿਆਂ ਨੂੰ, ਉਹਨਾਂ ਦੇ ਆਪਸੀ ਤਾਲਮੇਲ ਨੂੰ ਸਮਝਣਾ ਪਵੇਗਾ। ਜੇ ਤੁਹਾਡੀ ਇਹ ਸਮਝ ਸਿਰਫ ਬੌਧਿਕ ਅਤੇ ਸ਼ਬਦਾਂ ਦੇ ਤਲ ਤੇ ਹੀ
ਨਹੀਂ ਹੈ, ਸਗੋਂ ਅਸਲੀ ਹੈ, ਯਾਨੀ ਪੂਰੀ ਮਨ ਦਿਲੋਂ ਜਾਣ ਨਾਲ ਹੈ, ਤਾਂ ਫਿਰ ਤੁਸੀਂ ਭੈ ਤੋਂ ਮੁਕਤ ਹੋ ਜਾਓਗੇ। ਫਿਰ ਭੈ ਨੂੰ ਪੈਦਾ ਕੀਤੇ ਤੋਂ ਬਿਨਾਂ ਵਿਚਾਰਾਂ ਦੀ ਵਰਤੋਂ ਕਰ ਸਕਦੇ ਹਾਂ। ਇਹ ਠੀਕ ਹੈ ਕਿ ਯਾਦਾਂ ਦੇ ਤੇ ਵਿਚਾਰਾਂ ਦੀ ਰੋਸ਼ਨੀ 'ਚ ਜ਼ਿੰਦਗੀ 'ਚ ਇੱਕ ਥਾਂ ਹੈ। ਸਾਡੀ ਆਪਸੀ ਗੱਲਬਾਤ ਲਈ, ਨੌਕਰੀ ਵਗੈਰਾ ਕਰਨ ਲਈ ਵਿਚਾਰ ਬਹੁਤ ਜ਼ਰੂਰੀ ਔਜ਼ਾਰ ਹਨ। ਵਿਚਾਰ ਦੀ ਪ੍ਰਤੀਕਿਰਿਆ ਹੈ ਉਹ ਯਾਦ ਜੋ ਅਨੁਭਵ, ਗਿਆਨ, ਪਰੰਪਰਾ ਤੇ ਵਕਤ ਦੇ ਸਹਾਰੇ ਬਣੀ ਹੋਈ ਹੈ। ਇਸੇ ਯਾਦ ਦੀ ਪਿੱਠ ਭੂਮੀ ਵਿੱਚ ਅਸੀਂ ਪ੍ਰਤੀਕਿਰਿਆ ਕਰਦੇ ਹਾਂ ਤੇ ਇਹ ਪ੍ਰਤੀਕਿਰਿਆ ਹੀ ਸਾਡਾ ਸੋਚ, ਵਿਚਾਰ ਤੇ ਚਿੰਤਨ ਹੈ। ਕੁਝ ਧਰਾਤਲਾਂ ਤੇ ਵਿਚਾਰ ਬਹੁਤ ਹੀ ਜ਼ਰੂਰੀ ਹਨ, ਪਰ ਜਦ ਵਿਚਾਰ ਮਾਨਸਿਕ ਤਲ ਤੇ ਅਤੀਤ ਅਤੇ ਭਵਿੱਖ ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ ਅਤੇ ਕਦੇ ਦੁੱਖ ਅਤੇ ਕਦੇ ਸੁੱਖ ਦੀ ਰਚਨਾ ਕਰਨ ਲੱਗ ਜਾਂਦਾ ਹੈ, ਤਾਂ ਮਨ ਸੰਵੇਦਨਹੀਨ ਤੇ ਜੜ ਹੋ ਜਾਂਦਾ ਹੈ। ਫਿਰ ਜੜਤਾ ਲਾਜ਼ਮੀ ਹੋ ਜਾਂਦੀ ਹੈ। ਇਸ ਕਰਕੇ ਮੈਂ ਆਪਣੇ ਆਪ ਤੋਂ ਪੁੱਛਦਾ ਹਾਂ, ਆਖਰ ਕਿਉਂ ਸੁੱਖ ਤੇ ਦੁੱਖ ਨੂੰ ਪੈਦਾ ਕਰਦਾ ਹੋਇਆ ਮੇਰਾ ਸਾਰਾ ਚਿੰਤਨ ਤੇ ਸੋਚ ਵਿਚਾਰ ਅਤੀਤ ਅਤੇ ਭਵਿੱਖ ਦੇ ਦੋ ਕਿਨਾਰਿਆਂ ਨਾਲ ਬੱਝਾ ਹੋਇਆ ਹੈ, ਜਦ ਕਿ ਮੈਂ ਇਹ ਜਾਣਦਾ ਹਾਂ ਕਿ ਅਜਿਹਾ ਚਿੰਤਨ ਤੇ ਸੋਚ ਵਿਚਾਰ ਡਰ ਪੈਦਾ ਕਰਦਾ ਹੈ ਅਤੇ ਇਹ ਸੰਭਵ ਨਹੀਂ ਹੈ ਕਿ ਮਨੋਵਿਗਿਆਨਕ ਰੂਪ 'ਚ ਵਿਚਾਰ ਬੰਦ ਹੋ ਜਾਣ। ਨਹੀਂ ਤੇ ਡਰ ਕਦੇ ਖਤਮ ਨਹੀਂ ਹੋਵੇਗਾ। ਵਿਚਾਰ ਦੀ ਖਾਸੀਅਤ ਹੈ ਕਿ ਉਹ ਹਮੇਸ਼ਾ ਕਿਸੇ ਨਾ ਕਿਸੇ ਕੰਮ 'ਚ ਰੁੱਝਿਆ ਰਹਿੰਦਾ ਹੈ ਤੇ ਸਾਡੇ 'ਚੋਂ ਬਹੁਤੇ ਲੋਕ ਆਪਣੇ ਮਨ ਨੂੰ ਲਗਾਤਾਰ ਰੁੱਝਿਆ ਰੱਖਣਾ ਚਾਹੁੰਦੇ ਹਨ, ਤਾਂ ਕਿ ਅਸਲ ਵਿੱਚ ਜੋ ਅਸੀਂ ਹਾਂ, ਜਿੱਦਾਂ ਦੇ ਹਾਂ, ਉਸ ਨੂੰ ਦੇਖਣ ਤੋਂ ਬਚੇ ਰਹੀਏ। ਖਾਲੀ ਰਹਿਣ ਤੋਂ ਸਾਨੂੰ ਡਰ ਲੱਗਦਾ ਹੈ, ਹੋਰ ਤਾਂ ਹੋਰ ਸਾਨੂੰ ਆਪਣੇ ਡਰ ਨੂੰ ਦੇਖਣ ਤੇ ਵੀ ਡਰ ਲੱਗਦਾ ਹੈ। ਚੇਤਨ ਹੋ ਕੇ ਤੁਸੀਂ ਆਪਣੇ ਡਰਾਂ ਤੋਂ ਜਾਣੂ ਹੋ ਸਕਦੇ ਹੋ, ਪਰ ਕੀ ਮਨ ਦੇ ਗਹਿਰੇ ਤਲ ਤੇ ਛੁਪੇ ਡਰਾਂ ਤੋਂ ਤੁਸੀਂ ਜਾਣੂ ਹੋ? ਅਤੇ ਆਪਣੇ ਡੂੰਘੇ ਲੁਕੇ ਹੋਏ ਡਰਾਂ ਦਾ ਤੁਸੀਂ ਕਿਵੇਂ ਪਤਾ ਲਗਾਓਗੇ? ਕੀ ਡਰ ਨੂੰ ਚੇਤਨ ਅਤੇ ਅਵਚੇਤਨ ਵਿੱਚ ਵੰਡਿਆ ਜਾ ਸਕਦਾ ਹੈ? ਇਹ ਸਵਾਲ ਅਤਿਅੰਤ ਮਹੱਤਵਪੂਰਨ ਹੈ। ਮਾਹਿਰਾਂ, ਮਨੋਵਿਗਿਆਨਿਕਾਂ ਤੇ ਮਨੋਵਿਸ਼ਲੇਸ਼ਕਾਂ ਨੇ ਡਰ ਨੂੰ ਗਹਿਰੀ ਤੇ ਉਥਲੀ ਸਤਹ ਵਿੱਚ ਵੰਡਿਆ ਹੋਇਆ ਹੈ। ਪਰ ਜੇ ਤੁਸੀਂ ਮਨੋਵਿਗਿਆਨੀਆਂ ਜਾਂ ਮੇਰੇ ਮਗਰ ਲੱਗੋਗੇ ਤਾਂ ਤੁਸੀਂ ਸਾਡੇ ਸਿਧਾਂਤਾਂ, ਮਤਾਂ ਅਤੇ ਗਿਆਨ ਨੂੰ ਤੇ ਜਾਣ ਜਾਓਗੇ, ਪਰ ਤੁਸੀਂ ਆਪਣੇ ਆਪ ਨੂੰ ਨਹੀਂ ਜਾਣ ਸਕੋਗੇ। ਤੁਸੀਂ ਫਰਾਇਡ, ਜੁੰਗ ਜਾਂ ਮੇਰੇ ਅਨੁਸਾਰ ਆਪਣੇ ਆਪ ਨੂੰ ਨਹੀਂ ਸਮਝ ਸਕਦੇ। ਦੂਸਰੇ ਲੋਕਾਂ ਦੇ ਸਿਧਾਂਤਾਂ ਤੇ ਮਾਨਤਾਵਾਂ ਦਾ ਜ਼ਰਾ ਜਿਹਾ ਵੀ ਮਹੱਤਵ ਨਹੀਂ ਹੈ। ਇਹ ਨਿਰੋਲ ਤੁਹਾਡੀ ਜ਼ਿੰਮੇਵਾਰੀ ਹੈ ਕਿ ਤੁਸੀਂ ਇਹ ਪਤਾ ਲਗਾਓ ਕਿ ਚੇਤਨ ਤੇ ਅਵਚੇਤਨ ਦੇ ਰੂਪ ਵਿੱਚ ਭੈ ਨੂੰ ਵੰਡਣਾ ਜ਼ਰੂਰੀ ਹੈ, ਜਾਂ ਸੱਚ ਇਹ ਹੈ ਕਿ ਭੈ ਇੱਕ ਹੀ ਹੈ, ਰੂਪ ਭਾਵੇਂ ਕਿੰਨੇ ਹੋਣ। ਜਿਵੇਂ ਸਾਰੀਆਂ ਇੱਛਾਵਾਂ ਦੀ ਕਿਰਿਆ ਪਿੱਛੇ ਅਨੁਭੂਤੀ ਤਾਂ ਇੱਕ ਹੀ ਹੈ, ਇੱਛਾ ਕਰਨਾ। ਇੱਛਾ ਦੇ ਪਦਾਰਥ ਬਦਲਦੇ ਰਹਿੰਦੇ ਹਨ, ਵੱਖ-ਵੱਖ ਹੋ ਸਕਦੇ ਹਨ, ਪਰ ਸੁਭਾਗਤ ਰੂਪ ਵਿੱਚ ਤਾਂ ਇੱਛਾ ਇੱਕ ਹੀ ਹੈ। ਇਸੇ ਤਰ੍ਹਾਂ ਸ਼ਾਇਦ ਭੈ ਦਾ ਵਜੂਦ ਵੀ ਇੱਕੋ ਹੈ। ਤੁਹਾਨੂੰ ਹਜ਼ਾਰ ਗੱਲਾਂ ਦਾ ਡਰ ਹੋ ਸਕਦਾ ਹੈ, ਪਰ ਡਰ ਆਪਣੇ ਆਪ ਵਿੱਚ ਇੱਕ ਹੀ ਹੈ। ਜਦ ਤੁਹਾਨੂੰ ਇਹ ਸਾਫ਼ ਹੋ ਜਾਂਦਾ ਹੈ ਕਿ ਡਰ ਨੂੰ ਕਿਸਮਾਂ ਵਿੱਚ ਤੇ ਹਿੱਸਿਆਂ ਵਿੱਚ ਨਹੀਂ ਵੰਡਿਆ ਜਾ ਸਕਦਾ, ਫਿਰ ਤੁਸੀਂ ਅਵਚੇਤਨ ਨੂੰ ਪੂਰੀ ਤਰ੍ਹਾਂ ਨਕਾਰ ਦਿੰਦੇ ਹੋ। ਇਸ ਤਰ੍ਹਾਂ ਮਨੋਵਿਗਿਆਨੀਆਂ ਤੇ ਮਨੋਵਿਸ਼ਲੇਸ਼ਕਾਂ ਨੂੰ ਅੰਗੂਠਾ ਦਿਖਾ ਦਿੰਦੇ ਹੋ। ਜਦ ਤੁਸੀਂ ਇਹ ਸਮਝ ਲੈਂਦੇ ਹੋ ਕਿ ਡਰ ਇੱਕ ਹੀ ਪ੍ਰਕਿਰਿਆ ਤੇ ਗਤੀ ਹੈ ਜੋ ਆਪਣੇ ਆਪ ਨੂੰ ਵੱਖ-ਵੱਖ ਢੰਗਾਂ ਨਾਲ ਪ੍ਰਗਟ ਕਰਦੀ ਹੈ, ਤਾਂ ਤੁਹਾਡਾ ਸਾਰਾ ਧਿਆਨ ਉਸ ਗਤੀ ਤੇ ਕੇਂਦਰਿਤ ਹੋ ਜਾਂਦਾ ਹੈ, ਨਾ ਕਿ ਗਤੀ ਦੀ ਦਿਸ਼ਾ ਜਾਂ ਨਿਸ਼ਾਨੇ ਤੇ। ਫਿਰ ਤੁਹਾਡੇ ਅੱਗੇ ਇੱਕ ਹੋਰ ਸਵਾਲ ਰਹਿ ਜਾਂਦਾ ਹੈ ਕਿ ਗਤੀ ਨੂੰ ਬਿਨਾਂ ਤੋੜੇ ਮਰੋੜੇ ਜਿਉਂ ਦਾ ਤਿਉਂ ਕਿਵੇਂ ਦੇਖ ਸਕਦੇ ਹੋ, ਕਿਉਂਕਿ ਮਨ ਦੀ ਆਦਤ ਚੀਜ਼ਾਂ ਨੂੰ ਹਿੱਸਿਆਂ ਵਿੱਚ ਵੰਡਣ ਦੀ ਹੈ। ਸਾਡੇ ਸਾਹਮਣੇ ਹੁਣ ਕਈ ਕਿਸਮਾਂ ਦੇ ਡਰ ਨਹੀਂ ਹਨ, ਸਗੋਂ ਡਰ ਦਾ ਪੂਰਾ ਚਿੱਤਰ ਹੈ। ਪਰ ਸਵਾਲ ਇਹ ਹੈ ਕਿ ਮਨ ਜੋ ਹਿੱਸਿਆਂ ਵਿੱਚ ਸੋਚਦਾ ਹੈ, ਇਸ ਚਿੱਤਰ ਨੂੰ ਪੂਰੇ ਦਾ ਪੂਰਾ ਕਿਵੇਂ ਦੇਖ ਸਕਦਾ ਹੈ? ਕੀ ਇਹ ਕਰ ਸਕੇਗਾ? ਅਸੀਂ ਅਜੇ ਤੱਕ ਹਿੱਸਿਆਂ ਵਿੱਚ ਹੀ ਵੰਡਿਆ ਜੀਵਨ ਜਿਉਇਆ ਹੈ। ਇਸ ਲਈ ਸੰਭਾਵਨਾ ਇਹੀ ਹੈ ਕਿ ਅਸੀਂ ਇਸ ਪੂਰੇ ਡਰ ਨੂੰ ਵੀ ਵਿਚਾਰ ਦੇ ਹਿੱਸੇ ਕਰਨ ਵਾਲੀ ਪ੍ਰਕਿਰਿਆ ਦੇ ਸਹਾਰੇ ਹੀ ਦੇਖ ਪਾਵਾਂਗੇ। ਵਿਚਾਰ ਦੀ ਮਸ਼ੀਨਰੀ ਹੀ ਅਜਿਹੀ ਹੈ ਕਿ ਉਹ ਹਰ ਚੀਜ਼ ਨੂੰ ਹਿੱਸਿਆਂ ਵਿੱਚ ਤੋੜ ਦਿੰਦੀ ਹੈ।
ਮੈਨੂੰ ਕਿਸੇ ਨਾਲ ਪਿਆਰ ਹੈ, ਕਿਸੇ ਨਾਲ ਨਫ਼ਰਤ, ਕੋਈ ਮੇਰਾ ਦੁਸ਼ਮਣ ਹੈ, ਕੋਈ ਮਿੱਤਰ। ਕੁਝ ਮੇਰੇ ਖਾਸ ਤੌਰ ਤਰੀਕੇ ਹਨ, ਰੁਝਾਨ ਤੇ ਝੁਕਾਅ, ਮੇਰੀ ਨੌਕਰੀ, ਮੇਰਾ ਅਹੁਦਾ, ਮੇਰੀ ਇੱਜ਼ਤ, ਮੇਰੀ ਪਤਨੀ, ਮੇਰੇ ਬਾਲ ਬੱਚੇ, ਮੇਰਾ ਦੇਸ਼ ਤੇ ਮੇਰਾ ਰੱਬ, ਤੇਰਾ ਰੱਬ। ਇਹ ਸਭ ਹਿੱਸੇ ਵਿਚਾਰ ਨੇ ਕੀਤੇ ਹਨ। ਇਹੀ ਵਿਚਾਰ ਜਦੋਂ ਡਰ ਦੀ ਪੂਰੀ ਤਸਵੀਰ ਨੂੰ ਦੇਖਦਾ ਹੈ ਜਾਂ ਦੇਖਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇਸ ਨੂੰ ਹਿੱਸਿਆਂ ਵਿੱਚ ਤੋੜ ਕੇ ਰੱਖ ਦਿੰਦਾ ਹੈ। ਇਸ ਤੋਂ ਜ਼ਾਹਰ ਹੁੰਦਾ ਹੈ ਕਿ ਮਨ ਇਸ ਪੂਰੇ ਡਰ ਨੂੰ ਤਾਂ ਹੀ ਦੇਖ ਸਕਦਾ ਹੈ ਜੇ ਮਨ ਵਿਚਾਰ ਰਹਿਤ ਹੋ ਜਾਏ। ਕੀ ਤੁਸੀਂ ਆਪਣੇ ਡਰ ਦਾ ਕਿਸੇ ਸਿੱਟੇ, ਨਿਰਣੇ ਤੇ ਉਸ ਬਾਰੇ ਇਕੱਠਾ ਕੀਤੇ ਗਿਆਨ ਤੋਂ ਬਗੈਰ ਉਸ ਦਾ ਨਿਰੀਖਣ ਕਰ ਸਕਦੇ ਹੋ? ਜੇ ਨਹੀਂ, ਤਾਂ ਜਿਸ ਦਾ ਤੁਸੀਂ ਨਿਰੀਖਣ ਕਰ ਰਹੇ ਹੋ ਉਹ ਤੁਹਾਡਾ ਅਤੀਤ ਹੈ, ਡਰ ਨਹੀਂ ਹੈ। ਜੇ ਹਾਂ, ਤਾਂ ਜੀਵਨ ਵਿੱਚ ਪਹਿਲੀ ਵਾਰ ਤੁਸੀਂ ਅਤੀਤ ਦੇ ਦਖਲ ਤੋਂ ਬਿਨਾਂ ਡਰ ਦਾ ਨਿਰੀਖਣ ਕਰ ਰਹੇ ਹੋ। ਨਿਰੀਖਣ ਕਰਨਾ ਤਾਂ ਹੀ ਸੰਭਵ ਹੈ ਜਦ ਮਨ ਸ਼ਾਂਤ ਤੇ ਸਥਿਰ ਹੋਵੇ। ਠੀਕ ਉਸੇ ਤਰ੍ਹਾਂ ਜਿਵੇਂ ਕੋਈ ਵਿਅਕਤੀ ਕੀ ਕਹਿ ਰਿਹਾ ਹੈ ਉਸ ਨੂੰ ਤੁਸੀਂ ਠੀਕ ਠਾਕ ਤਾਂ ਹੀ ਸੁਣ ਸਕਦੇ ਹੋ ਜੇ ਤੁਹਾਡਾ ਮਨ ਆਪਣੇ ਨਾਲ ਵੀ ਬੜਬੜ ਨਹੀਂ ਕਰ ਜਾ ਰਿਹਾ, ਜਦੋਂ ਉਹ ਆਪਣੀਆਂ ਹੀ ਚਿੰਤਾਵਾਂ ਤੇ ਸਮੱਸਿਆ ਵਿੱਚ ਉਲਝਿਆ ਹੋਇਆ ਨਹੀਂ ਹੈ। ਕਿ ਇਸ ਤਰ੍ਹਾਂ ਤੁਸੀਂ ਆਪਣੇ ਡਰ ਨੂੰ ਬਿਨਾਂ ਉਸ ਨੂੰ ਖਤਮ ਕਰਨ ਦੀ ਕੋਸ਼ਿਸ਼ ਤੋਂ, ਬਿਨਾਂ ਉਸ ਦੇ ਉਲਟ ਜਾਏ ਜ਼ਬਰਦਸਤੀ ਹੌਸਲਾ ਲਿਆਉਣ ਦੀ ਕੋਸ਼ਿਸ਼ ਕੀਤੇ ਬਗੈਰ, ਬਿਨਾਂ ਇਸ ਤੋਂ ਭੱਜੇ ਵੀ ਵੇਖ ਸਕਦੇ ਹੋ। ਹੁਣ ਜੇ ਤੁਸੀਂ ਕਹਿੰਦੇ ਹੋ ਕਿ ਤੁਸੀਂ ਡਰ ਨੂੰ ਕੰਟਰੋਲ ਕਰਨਾ ਹੀ ਹੈ, ਮੈਂ ਇਸ ਤੋਂ ਛੁਟਕਾਰਾ ਪਾਉਣਾ ਹੀ ਹੈ, ਮੈਂ ਇਸ ਤੋਂ ਛੁਟਕਾਰਾ ਪਾ ਕੇ ਹੀ ਰਹਾਂਗਾ, ਮੈਂ ਇਹ ਸਮਝਣਾ ਹੀ ਪੈਣਾ ਹੈ, ਤੁਹਾਨੂੰ ਪਤਾ ਹੀ ਨਹੀਂ ਕਿ ਤੁਸੀਂ ਇਸ ਤੋਂ ਭੱਜਣ ਦੀ ਜੀ ਤੋੜ ਕੋਸ਼ਿਸ਼ ਵਿੱਚ ਲੱਗੇ ਹੋਏ ਹੋ। ਸ਼ਾਇਦ ਤੁਸੀਂ ਬਿਨਾਂ ਕਿਸੇ ਮੁਸ਼ਕਲ ਤੋਂ ਬੱਦਲ ਦੀ ਕਿਸੇ ਟੁਕੜੀ ਨੂੰ, ਇੱਕ ਦਰਖਤ ਨੂੰ ਜਾਂ ਇੱਕ ਨਦੀ ਦੇ ਪ੍ਰਵਾਹ ਨੂੰ ਕਾਫੀ ਸ਼ਾਂਤ ਚਿੱਤ ਹੋ ਕੇ ਦੇਖ ਸਕਦੇ ਹੋ, ਕਿਉਂਕਿ ਉਹ ਤੁਹਾਡੇ ਲਈ ਮਹੱਤਵਪੂਰਨ ਨਹੀਂ ਹਨ। ਪਰ ਆਪਣੇ ਆਪ ਨੂੰ ਦੇਖ ਸਕਣਾ ਕਿਤੇ ਵੀ ਵੱਧ ਮੁਸ਼ਕਿਲ ਹੈ, ਕਿਉਂਕਿ ਉੱਥੇ ਜ਼ਰੂਰਤਾਂ ਵਿਹਾਇਕ ਹਨ ਤੇ ਤੁਹਾਡੀ ਪ੍ਰਤੀਕਿਰਿਆ ਓਨੀ ਹੀ ਤੇਜ਼ ਤੇ ਫਟਾਫਟ ਹੈ। ਜਦੋਂ ਕਿਤੇ ਤੁਸੀਂ ਡਰ, ਨਿਰਾਸ਼ਾ, ਇਕੱਲਾਪਨ, ਈਰਖਾ ਜਾਂ ਮਨ ਦੀ ਕਿਸੇ ਹੋਰ ਕਰੂਪ ਦਿਸ਼ਾ ਤੇ ਸਿੱਧੇ ਸੰਪਰਕ ਵਿੱਚ ਹੁੰਦੇ ਹੋ, ਉਸ ਵਕਤ ਕੀ ਤੁਸੀਂ ਇੰਨੀ ਪੂਰਨਤਾ ਤੇ ਤਨਦੇਹੀ ਨਾਲ ਇਸ ਨੂੰ ਦੇਖ ਸਕਦੇ ਹੋ ਕਿ ਦੇਖਦੇ ਹੋਏ ਤੁਹਾਡਾ ਮਨ ਬਿਲਕੁਲ ਮੌਨ, ਸ਼ਾਂਤ ਤੇ ਸਥਿਰ ਰਹੇ? ਕੀ ਮਨ ਡਰ ਦੇ ਵੱਖ-ਵੱਖ ਰੂਪਾਂ ਨੂੰ ਨਹੀਂ ਸਗੋਂ ਖੁਦ ਡਰ ਨੂੰ ਦੇਖ ਸਕਦਾ ਹੈ? ਕੀ ਮਨ ਡਰ ਦੇ ਕਾਰਨਾਂ ਦਾ ਨਹੀਂ ਸਗੋਂ ਪੂਰੇ ਦੇ ਪੂਰੇ ਡਰ ਦਾ ਬੋਧ ਕਰ ਸਕਦਾ ਹੈ? ਜੇ ਤੁਸੀਂ ਡਰ ਦੇ ਬਿਉਰੇ ਨੂੰ ਹੀ ਦੇਖਦੇ ਸਮਝਦੇ ਰਹੋਗੇ ਜਾਂ ਆਪਣੇ ਡਰਾਂ ਨਾਲ ਇੱਕ-ਇੱਕ ਕਰਕੇ ਨਿਬੜਨ ਦੀ ਕੋਸ਼ਿਸ਼ ਕਰਦੇ ਰਹੋਗੇ ਤਾਂ ਤੁਸੀਂ ਡਰ ਦੇ ਨਾਲ ਛਿਨ-ਛਿਨ ਜਿਉਣ ਦੀ ਕਲਾ ਕਦੇ ਨਹੀਂ ਸਿੱਖ ਸਕੋਗੇ। ਤੇ ਇਹੀ ਬੇਸ਼ਕੀਮਤੀ ਗੱਲ ਹੈ। ਡਰ ਵਰਗੀ ਜਿਉਂਦੀ ਚੀਜ਼ ਨਾਲ ਜਿਉਣ ਲਈ ਅਸਾਧਾਰਨ ਰੂਪ ਵਿੱਚ ਸੂਖਮ ਤੇ ਸੰਵੇਦਨਸ਼ੀਲ ਦਿਲੋਂ ਦਿਮਾਗ ਦੀ ਜ਼ਰੂਰਤ ਹੈ, ਜੋ ਨਿਰਣਿਆਂ 'ਚ ਵੱਜਿਆ ਹੋਇਆ ਨਹੀਂ ਹੈ ਅਤੇ ਜੋ ਡਰ ਦੀ ਹਰ ਗਤੀਵਿਧੀ ਦਾ ਪਿੱਛਾ ਕਰ ਸਕਦਾ ਹੈ। ਜੇ ਤੁਸੀਂ ਡਰ ਦਾ ਨਿਰੀਖਣ ਕਰਦੇ ਹੋਏ ਇਸ ਦੇ ਨਾਲ-ਨਾਲ ਜਿਉਂਦੇ ਹੋ, ਤੁਸੀਂ ਇਹ ਸਮਝ ਲੈਣਾ ਹੈ ਕਿ ਕੰਮ ਸਵੇਰੇ ਤੋਂ ਸ਼ਾਮ ਤੱਕ ਬੈਠ ਕੇ ਕਰਨਾ ਹੈ। ਡਰ ਦੀ ਪੂਰੀ ਪ੍ਰਤੀਕਿਰਿਆ ਇੱਕ-ਇੱਕ ਮਿੰਟ, ਇੱਕ ਸੈਕਿੰਡ ਦੇ ਵਿੱਚ ਦੇਖੀ ਤੇ ਸਮਝੀ ਜਾ ਸਕਦੀ ਹੈ, ਬਿਜਲੀ ਦੀ ਲਿਸ਼ਕੋਰ ਵਾਂਗ। ਜੇ ਤੁਸੀਂ ਡਰ ਨਾਲ ਇੰਨੀ ਪੂਰਨਤਾ ਨਾਲ ਜਿਉਂਦੇ ਹੋ ਤਾਂ ਜ਼ਰੂਰੀ ਹੈ ਕਿ ਤੁਸੀਂ ਇਹ ਪੁੱਛੋ ਕਿ ਉਹ ਕੌਣ ਹੈ ਜੋ ਡਰ ਨਾਲ ਜੀ ਰਿਹਾ ਹੈ, ਉਹ ਕੌਣ ਹੈ ਜੋ ਡਰ ਨੂੰ ਦੇਖ ਰਿਹਾ ਹੈ, ਜੋ ਹਰ ਤਰ੍ਹਾਂ ਦੇ ਡਰ ਦੀ ਗਤੀਵਿਧੀ ਦਾ ਨਿਰੀਖਣ ਕਰ ਰਿਹਾ ਹੈ ਤੇ ਨਾਲ ਹੀ ਡਰ ਦੇ ਕੇਂਦਰੀ ਤੱਥ ਬਾਰੇ ਵੀ ਸਜਗ ਤੇ ਸੁਚੇਤ ਹੈ। ਕੀ ਇਹ ਦੇਖਣ ਵਾਲਾ ਇੱਕ ਮੁਰਦਾ ਸ਼ੈ ਹੈ, ਕੋਈ ਜੜ ਸੱਤਾ ਹੈ ਜਿਸ ਨੇ ਆਪਣੇ ਬਾਰੇ ਢੇਰ ਸਾਰਾ ਗਿਆਨ ਤੇ ਬਹੁਤ ਸਾਰੀ ਜਾਣਕਾਰੀ ਇਕੱਠੀ ਕਰ ਲਈ ਹੈ? ਕੀ ਇਹ ਮੁਰਦਾ ਸ਼ੈ ਹੀ ਡਰ ਦਾ ਨਿਰੀਖਣ ਕਰਦੀ ਹੋਈ ਇਸ ਨਾਲ ਜੀ ਰਹੀ ਹੈ? ਕੀ ਇਹ ਦੇਖਣ ਤੇ ਨਿਰੀਖਣ ਕਰਨ ਵਾਲਾ ਅਤੀਤ ਹੀ ਦੀ ਲਾਸ਼ ਹੈ ਜਾਂ ਇੱਕ ਜਿਉਂਦੀ ਜਾਗਦੀ ਹਸਤੀ ਹੈ? ਤੁਹਾਡਾ ਕੀ ਜਵਾਬ ਹੈ? ਮੈਨੂੰ ਉੱਤਰ ਨਾ ਦਿਓ, ਆਪਣੇ ਆਪ ਨੂੰ ਹੀ ਉੱਤਰ ਦਿਓ। ਕੀ ਦੇਖਣ ਵਾਲਾ ਇੱਕ ਮਰੀ ਹੋਈ ਸਤਾ ਹੈ ਜੋ ਇੱਕ ਜਿਉਂਦੀ ਚੀਜ਼ ਨੂੰ ਦੇਖ ਰਹੀ ਹੈ,
ਜਾਂ ਇੱਕ ਜਿਉਂਦੀ ਚੀਜ਼ ਦਾ ਨਿਰੀਖਣ ਕਰਨ ਵਾਲੀ ਵੀ ਇੱਕ ਜਿਉਂਦੀ ਹਸਤੀ ਹੈ, ਕਿਉਂਕਿ ਦੇਖਣ ਵਾਲੇ ਵਿੱਚ ਦੋਵੇਂ ਹਾਲਾਤ ਜਾਂ ਹਾਲਾਤਾਂ ਮੌਜੂਦ ਹਨ। ਇਹ ਦੇਖਣ ਵਾਲਾ ਇੱਕ ਸਾਖੀ ਜਾਂ ਦ੍ਰਿਸ਼ਟਾ ਹੈ ਜੋ ਡਰ ਦਾ ਸ਼ਿਕਾਰ ਹੋਣਾ ਨਹੀਂ ਚਾਹੁੰਦਾ। ਇਹ ਦ੍ਰਿਸ਼ਟੀ ਡਰ ਦੇ ਬਾਰੇ ਆਪਣੇ ਸਾਰੇ ਅਨੁਭਵਾਂ ਦਾ ਗਿਆਨ ਬਣੀ ਬੈਠਾ ਹੈ। ਇਸ ਤਰ੍ਹਾਂ ਇਹ ਦ੍ਰਿਸ਼ਟਾ ਆਪਣੇ ਆਪ ਨੂੰ ਉਸ ਤੋਂ ਅਲੱਗ ਸਮਝਦਾ ਹੈ ਜਿਸ ਨੂੰ ਇਹ ਡਰ ਕਹਿੰਦਾ ਹੈ। ਇਸ ਨੇ ਆਪਣੇ ਅਤੇ ਡਰ ਵਿਚਕਾਰ ਇੱਕ ਦੂਰੀ ਪੈਦਾ ਕਰ ਲਈ ਹੈ ਜਿਸ ਤੋਂ ਇਹ ਹਰ ਵਕਤ ਉੱਪਰ ਉੱਠਣ ਜਾਂ ਭੱਜਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਇਸ ਕਰਕੇ ਇਹ ਅਖੌਤੀ ਦ੍ਰਿਸ਼ਟਾ ਤੇ ਡਰ ਦੇ ਵਿੱਚ ਇੱਕ ਲਗਾਤਾਰ ਲੜਾਈ ਛਿੜੀ ਰਹਿੰਦੀ ਹੈ। ਇਹ ਲੜਾਈ ਮਹਿਜ ਊਰਜਾ ਦੀ ਬਰਬਾਦੀ ਹੈ। ਜਿਵੇਂ ਜਿਵੇਂ ਤੁਸੀਂ ਨਿਰੀਖਣ ਕਰਦੇ ਹੋ, ਤੁਹਾਨੂੰ ਇਹ ਪਤਾ ਲੱਗਦਾ ਹੈ ਕਿ ਦੇਖਣ ਵਾਲਾ ਅਰਥਾਤ ਦ੍ਰਿਸ਼ਟਾ ਧਾਰਨਾਵਾਂ ਦੇ ਯਾਦਾਂ ਦਾ ਇੱਕ ਬੰਡਲ ਮਾਤਰ ਹੈ ਜਿਸ ਦਾ ਨਾ ਕੋਈ ਸਾਰ ਹੈ ਤੇ ਨਾ ਕੋਈ ਸਾਰਥਿਕ ਆਧਾਰ। ਪਰ ਡਰ ਇੱਕ ਵਾਸਤਵਿਕ ਹਕੀਕਤ ਹੈ ਜਿਸ ਨੂੰ ਤੁਸੀਂ ਕਲਪਨਾ ਤੇ ਸਿਧਾਂਤ ਦੇ ਸਹਾਰੇ ਸਮਝਣਾ ਚਾਹੁੰਦੇ ਹੋ, ਪਰੰਤੂ ਇਹ ਅਸੰਭਵ ਹੈ। ਉਹ ਦ੍ਰਿਸ਼ਟਾ ਜੋ ਕਹਿੰਦਾ ਹੈ ਕਿ ਮੈਂ ਡਰਿਆ ਹੋਇਆ ਹਾਂ ਤੇ ਮੈਂ ਆਪਣੇ ਡਰ ਨੂੰ ਦੇਖ ਰਿਹਾ ਹਾਂ ਕਿ ਉਹ ਆਪ ਡਰ ਤੋਂ ਅਲੱਗ ਕੋਈ ਵੱਖਰੀ ਚੀਜ਼ ਹੈ ਜਿਸ ਦਾ ਉਹ ਬਾਹਰੋਂ ਤੇ ਅਲੱਗ ਸਤ੍ਹਾ ਦੇ ਰੂਪ ਵਿੱਚ ਨਿਰੀਖਣ ਦਾ ਦਾਅਵਾ ਕਰ ਰਿਹਾ ਹੈ। ਸੱਚਾਈ ਇਹ ਹੈ ਕਿ ਉਹ ਦ੍ਰਿਸ਼ਟਾ ਹੀ ਡਰ ਹੈ। ਜਦ ਇਹ ਬੋਧ ਹੋ ਜਾਂਦਾ ਹੈ ਤਾਂ ਡਰ ਤੋਂ ਛੁਟਕਾਰਾ ਕਰਾਉਣ ਦੀ ਕੋਸ਼ਿਸ਼ ਵਿੱਚ ਹੋਣ ਵਾਲੀ ਊਰਜਾ ਦੀ ਬਰਬਾਦੀ ਵੀ ਰੁਕ ਜਾਂਦੀ ਹੈ। ਨਾਲ ਹੀ ਨਾਲ ਦ੍ਰਿਸ਼ਟਾ ਤੇ ਦ੍ਰਿਸ਼ ਦੇ ਵਿੱਚ ਦੇਸ਼ਕਾਲ ਦਾ ਅੰਤਰ ਵੀ ਮਿਟ ਜਾਂਦਾ ਹੈ। ਜਦ ਤੁਸੀਂ ਇਹ ਦੇਖਦੇ ਹੋ ਕਿ ਤੁਸੀਂ ਡਰ ਤੋਂ ਅਲੱਗ ਨਹੀਂ ਹੋ, ਉਸ ਦਾ ਇੱਕ ਹਿੱਸਾ ਹੋ, ਸਗੋਂ ਤੁਸੀਂ ਖੁਦ ਹੀ ਡਰ ਤੋਂ, ਤਾਂ ਇਸ ਡਰ ਦੇ ਸੰਬੰਧ ਵਿੱਚ ਕੁਝ ਵੀ ਕਰਨ ਦੀ ਜ਼ਰੂਰਤ ਹੀ ਨਹੀਂ ਰਹਿੰਦੀ। ਫਿਰ ਡਰ ਤਾਂ ਆਪਣੇ ਆਪ ਅੰਤ ਹੋ ਜਾਂਦਾ ਹੈ। ਪਾਠ 6ਵਾਂ। ਡਰ, ਸੁੱਖ, ਦੁੱਖ, ਵਿਚਾਰ ਤੇ ਹਿੰਸਾ, ਇਹ ਸਭ ਇੱਕ ਦੂਜੇ ਨਾਲ ਜੁੜੇ ਹੋਏ ਹਨ। ਸਾਡੇ ਚੋਂ ਬਹੁਤਿਆਂ ਨੂੰ ਹਿੰਸਾ ਚੋਂ ਸੁੱਖ ਮਿਲਦਾ ਹੈ। ਕਿਸੇ ਨੂੰ ਨਾਪਸੰਦ ਕਰਨ ਵਿੱਚ, ਇੱਕ ਵਿਸ਼ੇਸ਼ ਜਾਤੀ ਜਾਂ ਗਰੁੱਪ ਦੇ ਲੋਕਾਂ ਨਾਲ ਨਫ਼ਰਤ ਕਰਨ ਵਿੱਚ, ਦੂਸਰਿਆਂ ਲਈ ਵਿਰੋਧੀ ਵਿਚਾਰ ਤੇ ਭਾਵਨਾਵਾਂ ਰੱਖਣ ਵਿੱਚ ਵੀ ਲੋਕ ਇੱਕ ਪ੍ਰਕਾਰ ਦੇ ਸੁੱਖ ਦਾ ਅਨੁਭਵ ਕਰਦੇ ਹਨ। ਪਰ ਜਦੋਂ ਮਨ ਵਿੱਚੋਂ ਸਾਰੀ ਹਿੰਸਾ ਨਿਕਲ ਜਾਂਦੀ ਹੈ ਤਾਂ ਇੱਕ ਅਪੂਰਵ ਆਨੰਦ ਮਹਿਸੂਸ ਹੁੰਦਾ ਹੈ ਜਿਹੜਾ ਹਿੰਸਾ ਤੋਂ ਪ੍ਰਾਪਤ ਹੋਣ ਵਾਲੇ ਸੁੱਖ ਨਾਲੋਂ ਤੇ ਉਸ ਨਾਲ ਜੁੜੇ ਡਰ, ਟਕਰਾਅ ਤੇ ਨਫ਼ਰਤ ਨਾਲੋਂ ਵੱਖਰਾ ਹੁੰਦਾ ਹੈ। ਕੀ ਅਸੀਂ ਹਿੰਸਾ ਦੀ ਜੜ ਤੱਕ ਪਹੁੰਚ ਸਕਦੇ ਹਾਂ ਅਤੇ ਇਸ ਤੋਂ ਮੁਕਤ ਹੋ ਸਕਦੇ ਹਾਂ? ਨਹੀਂ ਤਾਂ ਇੱਕ ਦੂਸਰੇ ਨਾਲ ਅਸੀਂ ਸਦਾ ਤਣਾਅ ਤੇ ਦਵੰਦ 'ਚ ਹੀ ਜਿਉਂਦੇ ਰਹਾਂਗੇ। ਬਹੁਤੇ ਲੋਕ ਤਾਂ ਇੱਦਾਂ ਹੀ ਜਿਉਂਦੇ ਹਨ। ਜੇ ਤੁਸੀਂ ਵੀ ਇੱਦਾਂ ਹੀ ਜਿਉਣਾ ਚਾਹੁੰਦੇ ਹੋ ਤਾਂ ਫਿਰ ਮੈਂ ਕੁਝ ਨਹੀਂ ਕਹਿਣਾ। ਜੇ ਤੁਸੀਂ ਕਹਿੰਦੇ ਹੋ, ਖੈਰ ਹੈ ਤਾਂ ਅਫਸੋਸ ਦੀ ਗੱਲ, ਪਰ ਹਿੰਸਾ ਤਾਂ ਖਤਮ ਹੋਣ ਵਾਲੀ ਚੀਜ਼ ਨਹੀਂ, ਤਾਂ ਤੁਹਾਡੇ ਤੇ ਮੇਰੇ ਵਿੱਚ ਫਿਰ ਸੰਵਾਦ ਜਾਂ ਰਾਜ ਹੀ ਨਹੀਂ ਬਚਦਾ, ਕਿਉਂਕਿ ਤੁਸੀਂ ਹੁਣ ਆਪਣੇ ਸਾਹਮਣੇ ਇੱਕ ਕੰਧ ਖੜੀ ਕਰ ਲਈ ਹੈ। ਪਰ ਜੇ ਤੁਸੀਂ ਕਹਿੰਦੇ ਹੋ, ਨਹੀਂ, ਜਿਉਣ ਦਾ ਕੁਝ ਵੱਖਰਾ ਢੰਗ ਵੀ ਹੋ ਸਕਦਾ ਹੈ, ਤਾਂ ਹੀ ਅਸੀਂ ਇੱਕ ਦੂਜੇ ਨਾਲ ਗੱਲਬਾਤ ਕਰ ਸਕਾਂਗੇ। ਅਸੀਂ ਜੋ ਇਸ ਗੱਲਬਾਤ 'ਚ ਸ਼ਮੂਲੀਅਤ ਕਰਨਾ ਚਾਹੁੰਦੇ ਹਾਂ, ਮਿਲ ਕੇ ਇਸ 'ਤੇ ਗੌਰ ਕਰੀਏ ਕਿ ਇਹ ਸੱਚਮੁੱਚ ਸੰਭਵ ਹੈ ਕਿ ਇਸ ਭਿਆਨਕ ਰੂਪ ਵਿੱਚ ਹਿੰਸਕ ਸੰਸਾਰ ਅੰਦਰ ਰਹਿੰਦੇ ਹੋਏ ਵੀ ਅਸੀਂ ਆਪਣੇ ਅੰਦਰੋਂ ਹਰ ਤਰ੍ਹਾਂ ਦੀ ਹਿੰਸਾ ਨੂੰ ਜੜੋਂ ਪੁੱਟ ਸਕੀਏ। ਮੇਰੇ ਖਿਆਲ ਵਿੱਚ ਇਹ ਸੰਭਵ ਹੈ। ਮੈਂ ਆਪਣੇ ਅੰਦਰ ਚਿੰਤਾ, ਘਿਰਣਾ, ਈਰਖਾ ਤੇ ਡਰ ਦਾ ਇੱਕ ਸਾਹ ਵੀ ਲੈਣਾ ਨਹੀਂ ਚਾਹੁੰਦਾ। ਮੈਂ ਸਿਰਫ ਸ਼ਾਂਤੀ ਤੇ ਅਮਨ ਨਾਲ ਜਿਉਣਾ ਚਾਹੁੰਦਾ ਹਾਂ। ਇਸ ਦਾ ਮਤਲਬ ਇਹ ਨਹੀਂ ਕਿ ਮੈਂ ਮਰ ਜਾਣਾ ਚਾਹੁੰਦਾ ਹਾਂ। ਮੈਂ ਇਸ ਧਰਤੀ ਤੇ ਜਿਉਣਾ ਚਾਹੁੰਦਾ ਹਾਂ ਜੇ ਇੰਨੀ ਸੁੰਦਰ, ਇੰਨੀ ਖੁਸ਼ਹਾਲ ਅਤੇ ਇੰਨੀ ਭਰੀ ਪੂਰੀ ਹੈ। ਮੈਂ ਦਰਖਤਾਂ, ਫੁੱਲਾਂ, ਦਰਿਆਵਾਂ, ਹਰੇ ਭਰੇ ਮੈਦਾਨਾਂ, ਭਾਂਤ-ਭਾਂਤ ਦੇ ਲੋਕਾਂ, ਔਰਤਾਂ, ਮੁੰਡੇ, ਕੁੜੀਆਂ ਦੇ ਹੱਸਦੇ ਖੇਡਦੇ ਬੱਚਿਆਂ ਨੂੰ ਦੇਖਦਾ ਚਾਹੁੰਦਾ ਹਾਂ। ਅਰਥਾਤ ਮੈਂ ਜੀਵਨ ਦੇ ਹਰ ਰੂਪ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ। ਨਾਲ ਦੀ ਨਾਲ ਮੈਂ ਇਹ ਚਾਹੁੰਦਾ ਹਾਂ ਕਿ
ਮੈਂ ਆਪਣੇ ਤੇ ਜਗਤ ਨਾਲ ਪੂਰੀ ਸ਼ਾਂਤੀ ਨਾਲ ਜਿਉਵਾਂ, ਤੇ ਇਸ ਲਈ ਮੈਨੂੰ ਕੀ ਕਰਨਾ ਚਾਹੀਦਾ ਹੈ? ਹਿੰਸਾ ਚਾਹੇ ਜਿੱਥੇ ਵੀ ਹੋਵੇ, ਬੀਜ ਰੂਪ ਵਿੱਚ ਸਾਡੇ ਅੰਦਰ ਹੋਵੇ ਜਾਂ ਬਾਹਰ ਫੈਲੇ ਸਮਾਜਿਕ ਜਮਾਤੀ ਘੋਲ ਵਿੱਚ ਹੋਵੇ, ਦੰਗੇ ਫਸਾਦ ਹੋਣ, ਅੰਤਰਰਾਸ਼ਟਰੀ ਟਕਰਾਅ ਤੇ ਯੁੱਧ ਹੋਵੇ, ਅਗਰ ਇਸ ਹਿੰਸਾ ਨੂੰ ਸਹੀ ਦੇਖਣਾ ਸਿੱਖ ਜਾਈਏ ਤਾਂ ਸ਼ਾਇਦ ਅਸੀਂ ਇਸ ਤੋਂ ਪਾਰ ਜਾ ਸਕਾਂਗੇ। ਹਿੰਸਾ ਇੱਕ ਅਤਿਅੰਤ ਗੁੰਝਲਦਾਰ ਮਸਲਾ ਹੈ। ਸਦੀਆਂ ਤੋਂ ਆਦਮੀ ਹਿੰਸਕ ਰਿਹਾ ਹੈ। ਸਾਰੇ ਸੰਸਾਰ ਵਿੱਚ ਫੈਲੇ ਅਨੇਕ ਧਰਮਾਂ ਨੇ ਆਦਮੀ ਨੂੰ ਸੰਯਮ ਵਿੱਚ ਬੰਨ੍ਹਣ ਦੀ ਕੋਸ਼ਿਸ਼ ਕੀਤੀ ਹੈ, ਪਰ ਇਸ ਉਪਰਾਲੇ ਵਿੱਚ ਕੋਈ ਵੀ ਸਫਲ ਨਹੀਂ ਹੋਇਆ। ਇਸ ਕਰਕੇ ਜੇ ਅਸੀਂ ਇਸ ਸਮੱਸਿਆ ਦੀ ਗਹਿਰਾਈ ਨਾਲ ਛਾਣਬੀਣ ਕਰਨੀ ਹੈ ਤਾਂ ਸਾਨੂੰ ਇਸ ਸੰਬੰਧ ਵਿੱਚ ਬਹੁਤ ਗੰਭੀਰ ਹੋਣਾ ਚਾਹੀਦਾ ਹੈ। ਤਾਂ ਹੀ ਅਸੀਂ ਹਿੰਸਾ ਤੋਂ ਉੱਪਰ ਉੱਠ ਕੇ ਚੇਤਨਾ ਦੀ ਇੱਕ ਨਵੀਂ ਉਚਾਈ ਨੂੰ ਪਾ ਸਕਾਂਗੇ। ਪਰ ਜੇ ਕੇਵਲ ਅਸੀਂ ਬੌਧਿਕ ਵਿਲਾਸ ਅਤੇ ਮਨੋਰੰਜਨ ਲਈ ਇਸ ਮਸਲੇ ਨਾਲ ਖੇਡਣਾ ਚਾਹੁੰਦੇ ਹਾਂ, ਫਿਰ ਅਸੀਂ ਕੋਈ ਜ਼ਿਆਦਾ ਦੂਰ ਨਹੀਂ ਜਾ ਸਕਾਂਗੇ। ਤੁਹਾਨੂੰ ਵੀ ਇੱਦਾਂ ਲੱਗ ਸਕਦਾ ਹੈ ਕਿ ਅਸੀਂ ਆਪ ਤਾਂ ਇਸ ਮਸਲੇ ਲਈ ਬਹੁਤ ਹੀ ਫਿਕਰਮੰਦ ਹਾਂ, ਪਰ ਜਿੰਨਾ ਚਿਰ ਦੁਨੀਆ ਦੇ ਬਾਕੀ ਲੋਕ ਸਾਡੇ ਵਾਂਗ ਗੰਭੀਰ ਨਹੀਂ ਹੋ ਜਾਂਦੇ ਤੇ ਇਸ ਸੰਬੰਧ ਵਿੱਚ ਕੁਝ ਕਰਨ ਨੂੰ ਤਿਆਰ ਨਹੀਂ ਹੋ ਜਾਂਦੇ, ਤਾਂ ਸਾਡੇ ਕਰਨ ਨਾਲ ਕੀ ਹੋਣ ਲੱਗਾ ਹੈ। ਪਰ ਉਹ ਇਸ ਨੂੰ ਗੰਭੀਰਤਾ ਨਾਲ ਲੈਂਦੇ ਹਨ ਕਿ ਨਹੀਂ, ਇਸ ਦੀ ਮੈਂ ਪਰਵਾਹ ਕਿਉਂ ਕਰਾਂ। ਮੈਂ ਇਸ ਨੂੰ ਗੰਭੀਰਤਾ ਨਾਲ ਲੈਂਦਾ ਹਾਂ, ਇੰਨਾ ਹੀ ਕਾਫੀ ਹੈ। ਮੈਂ ਆਪਣੇ ਭਰਾਵਾਂ ਲਈ ਜ਼ਿੰਮੇਦਾਰ ਨਹੀਂ ਹਾਂ। ਆਦਮੀ ਹੋਣ ਦੇ ਨਾਤੇ ਮੈਂ ਖੁਦ ਹਿੰਸਾ ਦੀ ਕਰੂਪਤਾ ਤੇ ਖਤਰੇ ਨੂੰ ਬਹੁਤ ਹੀ ਗਹਿਰਾਈ ਨਾਲ ਮਹਿਸੂਸ ਕਰਦਾ ਹਾਂ। ਇਸ ਕਰਕੇ ਮੈਂ ਹਮੇਸ਼ਾ ਇਹ ਖਿਆਲ ਰੱਖਾਂ ਕਿ ਘੱਟੋ ਘੱਟ ਮੈਂ ਖੁਦ ਅੰਦਰੋਂ ਹਿੰਸਕ ਨਾ ਰਹਾਂ। ਮੈਂ ਤੁਹਾਨੂੰ ਜਾਂ ਕਿਸੇ ਹੋਰ ਨੂੰ ਕਿਵੇਂ ਕਹਿ ਸਕਦਾ ਹਾਂ ਕਿ ਹਿੰਸਕ ਨਾ ਬਣੋ? ਇਸ ਦਾ ਕੁਝ ਵੀ ਮਤਲਬ ਨਹੀਂ ਹੈ ਜਿੰਨਾ ਚਿਰ ਤੁਸੀਂ ਖੁਦ ਇਹ ਨਹੀਂ ਚਾਹੁੰਦੇ। ਜੇ ਤੁਸੀਂ ਸੱਚਮੁੱਚ ਹਿੰਸਾ ਦੇ ਇਸ ਮਸਲੇ ਨੂੰ ਸਮਝਣਾ ਤੇ ਸੁਲਝਾਉਣਾ ਚਾਹੁੰਦੇ ਹੋ ਤਾਂ ਅਸੀਂ ਨਾਲ ਮਿਲ ਕੇ ਇਸ ਦੀ ਛਾਣਬੀਣ ਤੇ ਜਾਂਚ ਪੜਤਾਲ ਨੂੰ ਅੱਗੇ ਵਧਾ ਸਕਦੇ ਹਾਂ। ਕੀ ਹਿੰਸਾ ਦਾ ਮਸਲਾ ਕਿਤੇ ਬਾਹਰ ਦਾ ਹੈ ਜਾਂ ਕਿ ਇੱਥੇ ਦੇ ਹੀ ਮੌਜੂਦ ਹੈ? ਕਿ ਬਾਹਰੀ ਜਗਤ ਦੀ ਹਿੰਸਾ ਦੀ ਸਮੱਸਿਆ ਨੂੰ ਤੁਸੀਂ ਹੱਲ ਕਰਨਾ ਚਾਹੁੰਦੇ ਹੋ, ਜਾਂ ਕਿ ਤੁਹਾਡੇ ਅੰਦਰ ਹੋਰ ਜੋ ਹਿੱਸਾ ਮੌਜੂਦ ਹੈ ਉਸ ਹਿੰਸਾ ਦੀ ਤਹਿ ਤੱਕ ਜਾਣਾ ਚਾਹੁੰਦੇ ਹੋ? ਜੇ ਤੁਸੀਂ ਖੁਦ ਆਪਣੇ ਅੰਦਰ ਦੀ ਹਿੰਸਾ ਤੋਂ ਆਜ਼ਾਦ ਹੋ ਗਏ ਹੋ ਤਾਂ ਤੁਸੀਂ ਪੁੱਛੋਗੇ ਕਿ ਹਿੰਸਾ, ਜ਼ੁਲਮ, ਈਰਖਾ, ਲੋਭ, ਛੀਨਾ ਛਪਟੀ ਤੇ ਹੜਪੜ ਹਥਿਆਉਣ ਦੀ ਦੌੜ ਨਾਲ ਭਰੇ ਇਸ ਜਗਤ ਵਿੱਚ ਮੈਂ ਕਿਵੇਂ ਜਾਵਾਂ? ਇਹ ਮੈਨੂੰ ਨਿਗਲ ਤੇ ਨਹੀਂ ਜਾਏਗਾ, ਤਬਾਹ ਤਾਂ ਨਹੀਂ ਕਰ ਦੇਵੇਗਾ? ਇਹ ਇੱਕ ਜ਼ਰੂਰੀ ਸਵਾਲ ਹੈ ਜੋ ਅਕਸਰ ਪੁੱਛਿਆ ਜਾਂਦਾ ਰਿਹਾ ਹੈ। ਜਦ ਤੁਸੀਂ ਅਜਿਹਾ ਸਵਾਲ ਕਰਦੇ ਹੋ ਤਾਂ ਮੈਨੂੰ ਲੱਗਦਾ ਹੈ ਕਿ ਤੁਸੀਂ ਆਪਣੇ ਜੀਵਨ ਵਿੱਚ ਅਜੇ ਪੂਰੀ ਸ਼ਾਂਤੀ ਸਥਾਪਿਤ ਨਹੀਂ ਕੀਤੀ। ਜੇ ਤੁਹਾਡੇ ਜੀਵਨ ਵਿੱਚ ਪੂਰੀ ਸ਼ਾਂਤੀ ਹੈ ਤਾਂ ਯਕੀਨ ਕਰੋ ਤੁਹਾਡੇ ਲਈ ਫਿਰ ਕੋਈ ਸਮੱਸਿਆ ਰਹਿ ਹੀ ਨਹੀਂ ਜਾਂਦੀ। ਭਾਵੇਂ ਤੁਹਾਨੂੰ ਫੌਜ ਵਿੱਚ ਭਰਤੀ ਹੋਣ ਤੋਂ ਇਨਕਾਰ ਕਰਨ ਦੀ ਵਜ੍ਹਾ ਨਾਲ ਜੇਲ੍ਹ ਜਾਣਾ ਪਵੇ। ਜੇ ਤੁਹਾਨੂੰ ਲੜਨਾ ਮਨਜ਼ੂਰ ਨਹੀਂ ਤਾਂ ਹੋ ਸਕਦਾ ਹੈ ਤੁਹਾਨੂੰ ਗੋਲੀ ਨਾਲ ਉਡਾ ਦਿੱਤਾ ਜਾਏ, ਪਰ ਇਹ ਤੁਹਾਡੇ ਲਈ ਕੋਈ ਮਸਲਾ ਨਹੀਂ। ਤੁਹਾਨੂੰ ਗੋਲੀ ਮਾਰ ਦਿੱਤੀ ਜਾਏਗੀ, ਬਸ ਇੰਨੀ ਕੁ ਗੱਲ ਹੈ। ਇਸ ਹਿੰਸਾ ਨੂੰ ਠੀਕ ਠਾਕ ਸਮਝ ਲੈਣਾ ਬਹੁਤ ਮਹੱਤਵਪੂਰਨ ਹੈ। ਅਸੀਂ ਹਿੰਸਾ ਨੂੰ ਇੱਕ ਧਾਰਨਾ ਦੇ ਰੂਪ ਵਿੱਚ ਨਹੀਂ, ਸਗੋਂ ਇੱਕ ਹਕੀਕਤ ਦੇ ਰੂਪ ਵਿੱਚ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਜਿਹੀ ਹਕੀਕਤ ਜਿਸ ਦੀ ਹੋਂਦ ਆਦਮੀ ਦੇ ਅੰਦਰ ਮੌਜੂਦ ਹੈ, ਤੇ ਉਹ ਆਦਮੀ ਤਾਂ ਮੈਂ ਖੁਦ ਹਾਂ। ਇਸ ਸਮੱਸਿਆ ਦੀ ਗਹਿਰਾਈ ਵਿੱਚ ਛਾਣਬੀਣ ਕਰਨ ਲਈ ਮੈਨੂੰ ਪੂਰੀ ਸੰਵੇਦਨਸ਼ੀਲਤਾ ਅਤੇ ਖੁੱਲ੍ਹੇਪਨ ਦੇ ਨਾਲ ਇਸ ਦੇ ਆਮਣੇ ਸਾਹਮਣੇ ਹੋਣਾ ਪਵੇਗਾ। ਕਹਿਣ ਦਾ ਮਤਲਬ ਹੈ ਕਿ ਮੈਨੂੰ ਖੁਦ ਖੁੱਲ੍ਹ ਕੇ ਆਪਣੇ ਆਪ ਦੇ ਸਾਹਮਣੇ ਹੋਣਾ ਪਵੇਗਾ। ਇਹ ਜ਼ਰੂਰੀ ਨਹੀਂ ਹੈ ਕਿ ਮੈਂ ਆਪਣਾ ਆਪ ਖੋਲ੍ਹ ਕੇ ਤੁਹਾਡੇ ਸਾਹਮਣੇ ਰੱਖਾਂ, ਕਿਉਂਕਿ ਜ਼ਰੂਰੀ ਨਹੀਂ ਕਿ ਤੁਹਾਡੇ ਇਸ ਵਿੱਚ ਦਿਲਚਸਪੀ ਹੋਵੇ। ਨਾਲੇ ਮੈਨੂੰ ਮਨ ਦੇ ਉਸ ਹਾਲਤ ਵਿੱਚ ਹੋਣਾ ਚਾਹੀਦਾ ਹੈ ਜਿਸ ਵਿੱਚ ਮਨ ਇਸ ਸਮੱਸਿਆ ਦਾ ਪਿੱਛਾ ਕਰਦਾ ਹੋਇਆ ਇਸ ਨੂੰ ਦੇਖਣ ਸਮਝਣ ਲਈ ਅੰਤ ਤੱਕ ਜਾਣ ਲਈ ਤਿਆਰ ਰਹੇ। ਕਿਤੇ ਵਿੱਚੋਂ ਥੱਕ ਹਾਰ ਕੇ ਨਾ ਬੈਠ ਜਾਏ, ਬਸ ਹੁਣ ਮੈਂ ਹੋਰ ਅੱਗੇ ਨਹੀਂ ਜਾ ਸਕਦਾ। ਇਹ ਗੱਲ ਮੈਨੂੰ ਬਿਲਕੁਲ ਸਾਫ਼ ਹੋ ਜਾਣੀ ਚਾਹੀਦੀ ਹੈ ਕਿ ਮੈਂ
ਇੱਕ ਹਿੰਸਕ ਆਦਮੀ ਹਾਂ। ਇਸ ਹਿੰਸਾ ਦਾ ਤਜਰਬਾ ਮੈਨੂੰ ਕਈ ਰੂਪਾਂ ਵਿੱਚ ਹੋਇਆ ਹੈ। ਗੁੱਸੇ ਵਿੱਚ, ਕਾਮ ਵਾਸਨਾ ਦੀ ਆਤੁਰਤਾ ਵਿੱਚ, ਨਫ਼ਰਤ ਵਿੱਚ, ਸਾੜੇ ਤੇ ਆਪਸੀ ਦੁਸ਼ਮਣੀ ਵਿੱਚ। ਮੈਂ ਹਿੰਸਾ ਨੂੰ ਦੇਖਿਆ ਹੈ, ਉਸ ਨੂੰ ਜਾਣਿਆ ਹੈ। ਇਸ ਲਈ ਹੁਣ ਮੈਂ ਆਪਣੇ ਆਪ ਨੂੰ ਇਹ ਕਹਿ ਰਿਹਾ ਹਾਂ, ਮੈਂ ਇਸ ਪੂਰੀ ਸਮੱਸਿਆ ਨੂੰ ਚੰਗੀ ਤਰ੍ਹਾਂ ਸਮਝਣਾ ਚਾਹੁੰਦਾ ਹਾਂ, ਕੇਵਲ ਇਸ ਦੇ ਇੱਕ ਹਿੱਸੇ ਨੂੰ ਨਹੀਂ ਜੋ ਯੁੱਧ ਵਗੈਰਾ ਦੇ ਰੂਪ ਵਿੱਚ ਪ੍ਰਗਟ ਹੁੰਦਾ ਰਹਿੰਦਾ ਹੈ, ਸਗੋਂ ਆਦਮੀ ਦੇ ਅੰਦਰ ਛਿਪੀ ਉਸ ਹਮਲਾਵਰੀ ਨੂੰ ਜੋ ਜਾਨਵਰਾਂ ਵਿੱਚ ਵੀ ਹੁੰਦੀ ਹੈ ਤੇ ਜਿਸ ਦਾ ਮੈਂ ਇੱਕ ਹਿੱਸਾ ਹਾਂ। ਹਿੰਸਾ ਸਿਰਫ ਦੁਨੀਆ ਦੀ ਹੱਤਿਆ ਕਰਨਾ ਹੀ ਨਹੀਂ ਹੈ। ਜਦ ਅਸੀਂ ਤਿੱਖੇ ਤੇ ਚੁੰਬਵੇਂ ਸ਼ਬਦਾਂ ਦੀ ਵਰਤੋਂ ਕਰਦੇ ਹਾਂ, ਜਦ ਕਿਸੇ ਆਦਮੀ ਦੀ ਬੇਇੱਜ਼ਤੀ ਕਰਨ ਲਈ ਅਸੀਂ ਖਾਸ ਰਵੱਈਆ ਅਤੇ ਸ਼ਕਲ ਅਪਣਾਉਂਦੇ ਹਾਂ, ਜਦ ਡਰ ਕਰਕੇ ਕਿਸੇ ਦਾ ਹੁਕਮ ਮੰਨਦੇ ਹਾਂ ਜਾਂ ਉਸ ਦੀ ਤਰਫਦਾਰੀ ਕਰਦੇ ਹਾਂ, ਇਹ ਸਭ ਵੀ ਹਿੰਸਾ ਹੀ ਹੈ। ਦੇਸ਼, ਸਮਾਜ ਅਤੇ ਰੱਬ ਦੇ ਨਾਂ ਤੇ ਜੋ ਜਥੇਬੰਦ ਕਤਲੇ-ਰੱਦ ਚੱਲਦੀ ਹੈ, ਉਹ ਸਿਰਫ ਉਹੀ ਹਿੰਸਾ ਨਹੀਂ, ਹਿੰਸਾ ਦਾ ਹੋਰ ਜ਼ਿਆਦਾ ਗਹਿਰਾ ਤੇ ਸੂਖਮ ਵਜੂਦ ਵੀ ਹੈ। ਹਿੰਸਾ ਦੀ ਉਸ ਗਹਿਰਾਈ ਵਿੱਚ ਜਾ ਕੇ ਹੀ ਅਸੀਂ ਉਸ ਦੀ ਛਾਣਬੀਣ ਕਰ ਰਹੇ ਹਾਂ। ਜਦ ਤੁਸੀਂ ਆਪਣੇ ਆਪ ਨੂੰ ਭਾਰਤੀ ਜਾਂ ਯੂਰਪੀ, ਮੁਸਲਮਾਨ ਜਾਂ ਈਸਾਈ, ਇਹੋ ਜਿਹਾ ਹੀ ਹੋਰ ਕੁਝ ਕਹਿੰਦੇ ਹੋ ਤੇ ਮੰਨਦੇ ਹੋ, ਤਾਂ ਕੀ ਤੁਸੀਂ ਹਿੰਸਕ ਹੋ ਰਹੇ ਹੋ? ਕੀ ਤੁਸੀਂ ਜਾਣਦੇ ਹੋ ਅਜਿਹਾ ਕਿਉਂ ਹੈ? ਅਜਿਹਾ ਇਸ ਲਈ ਹੈ ਕਿ ਫਿਰ ਤੁਸੀਂ ਬਾਕੀ ਮਨੁੱਖ ਜਾਤੀ ਨਾਲੋਂ ਆਪਣੇ ਆਪ ਨੂੰ ਵੱਖ ਕਰ ਰਹੇ ਹੋ। ਜਦੋਂ ਤੁਸੀਂ ਧਰਮ, ਪਰੰਪਰਾ, ਕੌਮੀਅਤ ਦੇ ਆਧਾਰ ਤੇ ਆਪਣੇ ਆਪ ਨੂੰ ਵੱਖ ਕਰਦੇ ਹੋ, ਤਾਂ ਇਸ ਨਾਲ ਹਿੰਸਾ ਜਨਮ ਲੈਂਦੀ ਹੈ। ਉਹ ਆਦਮੀ ਜੋ ਹਿੰਸਾ ਨੂੰ ਸਮਝਣ ਦੀ ਦਿਸ਼ਾ ਵਿੱਚ ਕੋਸ਼ਿਸ਼ ਕਰ ਰਿਹਾ ਹੈ, ਉਹ ਨਾ ਤਾਂ ਕਿਸੇ ਧਰਮ ਦਾ ਹੈ, ਨਾ ਕਿਸੇ ਦੇਸ਼ ਜਾਂ ਰਾਜਨੀਤਿਕ ਪਾਰਟੀ ਦਾ, ਅਰਥਾਤ ਕਿਸੇ ਵੀ ਧਿਰ ਨਾਲ ਉਹ ਜੁੜਿਆ ਨਹੀਂ ਹੁੰਦਾ, ਕਿਉਂਕਿ ਉਹ ਆਪਣਾ ਸੰਬੰਧ ਸਮੁੱਚੀ ਮਾਨਵ ਜਾਤੀ ਨਾਲ ਰੱਖਦਾ ਹੈ, ਕਿਉਂਕਿ ਉਹ ਮਾਨਵ ਮਾਤਰ ਦੇ ਸੁਭਾਅ ਨੂੰ ਸਮਝਣ ਵਿੱਚ ਲੱਗਾ ਹੋਇਆ ਹੈ। ਹਿੰਸਾ ਦੀ ਵਿਆਖਿਆ ਕਰਨ ਵਾਲਿਆਂ ਪ੍ਰਮੁੱਖ ਦੋ ਵਿਚਾਰਧਾਰਾਵਾਂ ਹਨ। ਇੱਕ ਦਾ ਕਹਿਣਾ ਹੈ ਕਿ ਹਿੰਸਾ ਮਨੁੱਖ ਦਾ ਜਨਮਜਾਤ ਸੁਭਾਅ ਹੈ। ਦੂਸਰੀ ਵਿਚਾਰਧਾਰਾ ਕਹਿੰਦੀ ਹੈ ਕਿ ਹਿੰਸਾ ਉਸ ਸਮਾਜਿਕ ਤੇ ਤਹਿਜੀਬੀ ਵਿਰਾਸਤ ਦਾ ਨਤੀਜਾ ਹੈ ਜਿਸ ਵਿੱਚ ਇਨਸਾਨ ਜਿਉਂਦਾ ਹੈ। ਇਹਨਾਂ ਵਿੱਚੋਂ ਕਿਹੜੀ ਵਿਚਾਰਧਾਰਾ ਦਾ ਵਿਸ਼ਲੇਸ਼ਣ ਸਾਡੇ ਲਈ ਜ਼ਿਆਦਾ ਸਹੀ ਹੈ, ਅਸੀਂ ਕੁਝ ਲੈਣਾ ਦੇਣਾ ਨਹੀਂ ਹੈ, ਨਾ ਹੀ ਇਹ ਮਹੱਤਵਪੂਰਨ ਹੀ ਹੈ। ਮਹੱਤਵਪੂਰਨ ਤਾਂ ਇਹ ਤੱਥ ਹੈ ਕਿ ਅਸੀਂ ਹਿੰਸਕ ਹਾਂ, ਨਾ ਕਿ ਇਸ ਦੇ ਕਾਰਨਾਂ ਦੀ ਤਲਾਸ਼। ਗੁੱਸਾ ਹਿੰਸਾ ਨੂੰ ਜ਼ਾਹਰ ਕਰਨ ਵਾਲੀਆਂ ਆਮ ਗੱਲਾਂ ਵਿੱਚੋਂ ਇੱਕ ਹੈ। ਜਦ ਕੋਈ ਮੇਰੀ ਪਤਨੀ ਜਾਂ ਭੈਣ ਨਾਲ ਛੇੜਖਾਨੀ ਕਰਦਾ ਹੈ ਤਾਂ ਮੈਂ ਕਹਿੰਦਾ ਹਾਂ ਕਿ ਮੇਰਾ ਗੁੱਸਾ ਜਾਇਜ਼ ਹੈ। ਜਦ ਮੇਰੇ ਦੋਸਤ ਨੇ ਮੇਰੇ ਵਿਚਾਰਾਂ, ਮੇਰੇ ਸਿਧਾਂਤਾਂ ਤੇ ਕੋਈ ਹਮਲਾ ਕਰਦਾ ਹੈ, ਜਦ ਮੇਰੇ ਜਿਉਣ ਦੇ ਰੰਗ ਢੰਗ ਤੇ ਕੋਈ ਉਂਗਲੀ ਉਠਾਉਂਦਾ ਹੈ, ਫਿਰ ਵੀ ਮੈਂ ਆਪਣੇ ਗੁੱਸੇ ਨੂੰ ਜਾਇਜ਼ ਠਹਿਰਾਉਂਦਾ ਹਾਂ। ਜਦ ਮੇਰੇ ਤੁੱਛ ਤੇ ਛੋਟੇ-ਮੋਟੇ ਮੰਨਤਾਂ, ਵਿਚਾਰਾਂ ਤੇ ਧਾਰਨਾਵਾਂ ਤੇ ਕੋਈ ਸਵਾਲ ਖੜੇ ਕਰਦਾ ਹੈ, ਤਾਂ ਮੇਰੀਆਂ ਆਦਤਾਂ ਤੇ ਕੋਈ ਇਤਰਾਜ਼ ਜਤਾਉਂਦਾ ਹੈ, ਉਦੋਂ ਵੀ ਮੈਂ ਗੁੱਸੇ ਵਿੱਚ ਆ ਜਾਂਦਾ ਹਾਂ। ਜਦ ਮੈਨੂੰ ਚੋਟ ਪਹੁੰਚਾਉਂਦੇ ਹੋ ਜਾਂ ਮੇਰੀ ਬੇਇੱਜ਼ਤੀ ਕਰਦੇ ਹੋ, ਤਾਂ ਮੇਰੇ ਗੁੱਸੇ ਦੀ ਸੀਮਾ ਹੀ ਨਹੀਂ ਰਹਿੰਦੀ। ਅਰਥਾਤ ਜੇ ਤੁਸੀਂ ਮੇਰੀ ਪਤਨੀ ਨੂੰ ਦੜਾ ਲੈ ਜਾਂਦੇ ਹੋ ਅਤੇ ਮੈਂ ਈਰਖਾ ਨਾਲ ਮੱਚ ਉੱਠਦਾ ਹਾਂ ਤੇ ਉਸ ਈਰਖਾ ਨੂੰ ਬਿਲਕੁਲ ਜਾਇਜ਼ ਸਮਝਦਾ ਹਾਂ, ਕਿਉਂਕਿ ਮੇਰੀ ਪਤਨੀ ਮੇਰੀ ਜਾਇਦਾਦ ਹੈ। ਇਹ ਸਭ ਤਰ੍ਹਾਂ ਦੇ ਗੁੱਸੇ ਨੂੰ ਨੈਤਿਕ ਤੇ ਨਿਆਂ ਸੰਗਤ ਮੰਨਿਆ ਜਾਂਦਾ ਹੈ। ਹੋਰ ਤੇ ਹੋਰ ਆਪਣੇ ਦੇਸ਼ ਲਈ ਲੋਕਾਂ ਦੀ ਜਾਨ ਲੈਣ ਨੂੰ ਵੀ ਸਹੀ ਗਿਣਦੇ ਹਾਂ। ਗੁੱਸਾ ਜੋ ਹਿੰਸਾ ਦਾ ਹੀ ਹਿੱਸਾ ਹੈ ਦੀ ਜਦ ਛਾਣਬੀਣ ਕਰਦੇ ਹਾਂ, ਤਾਂ ਕਿ ਅਸੀਂ ਆਪਣੇ ਝੁਕਾਵਾਂ ਤੇ ਹਾਲਾਤਾਂ ਤੋਂ ਪ੍ਰਭਾਵਿਤ ਹੋ ਕੇ ਗੁੱਸੇ ਨੂੰ ਜਾਇਜ਼ ਤੇ ਨਾਜਾਇਜ਼ ਦੇ ਰੂਪ ਵਿੱਚ ਦੇਖਦੇ ਹਾਂ, ਜਾਂ ਉਸ ਨੂੰ ਸ਼ੁੱਧ ਗੁੱਸੇ ਦੇ ਰੂਪ ਵਿੱਚ ਹੀ ਦੇਖਦੇ ਸਮਝਦੇ ਹਾਂ। ਕਿ ਗੁੱਸਾ ਵੀ ਕਦੇ ਜਾਇਜ਼ ਤੇ ਉਚਿਤ ਹੁੰਦਾ ਹੈ, ਜਾਂ ਉਹ ਕੇਵਲ ਗੁੱਸਾ ਹੁੰਦਾ ਹੈ। ਗੁੱਸਾ ਜਾਨੀ ਗੁੱਸਾ ਪ੍ਰਭਾਵ ਕੋਈ ਵੀ ਨਾ ਚੰਗਾ ਨਾ ਬੁਰਾ, ਸਿਰਫ ਪ੍ਰਭਾਵ ਹੈ। ਪਰ ਜਦ ਕਿਸੇ ਅਜਿਹੀ ਚੀਜ਼ ਤੋਂ ਪ੍ਰਭਾਵਿਤ ਹੁੰਦੇ ਹੋ ਜੋ ਤੁਹਾਡੇ ਚੱਕ 'ਚ ਨਹੀਂ ਜਾਂਦੀ, ਤਾਂ ਤੁਸੀਂ ਉਸ ਨੂੰ ਝੱਟ ਬੁਰਾ ਪ੍ਰਭਾਵ ਕਹਿ ਦਿੰਦੇ ਹੋ। ਆਪਣੇ ਪਰਿਵਾਰ ਨੂੰ, ਆਪਣੇ ਦੇਸ਼ ਨੂੰ, ਇੱਕ ਰੰਗਦਾਰ ਕੱਪੜੇ ਦੇ ਟੁਕੜੇ, ਝੰਡੇ ਨੂੰ, ਇੱਕ ਵਿਸ਼ਵਾਸ ਨੂੰ, ਇੱਕ ਵਿਚਾਰ ਨੂੰ,
ਧਰਮ ਸਿਧਾਂਤ ਨੂੰ, ਜਾਂ ਜੋ ਤੁਹਾਡੀ ਮੰਗ ਹੈ, ਜਾਂ ਜੋ ਤੁਸੀਂ ਫੜ ਕੇ ਬੈਠੇ ਹੋ ਉਸ ਨੂੰ ਜਦ ਤੁਸੀਂ ਬਚਾਉਂਦੇ ਹੋ ਤਾਂ ਉਸ ਦੀ ਰੱਖਿਆ ਵਿੱਚ ਉੱਠ ਖਲੋਣਾ ਤੁਹਾਡੇ ਗੁੱਸੇ ਦੀ ਹੀ ਨਿਸ਼ਾਨੀ ਹੈ। ਕੀ ਅਸੀਂ ਗੁੱਸੇ ਨੂੰ ਦੇਖ ਸਕਦੇ ਹਾਂ ਬਿਨਾਂ ਕੋਈ ਸਫਾਈ ਦਿੱਤੇ, ਬਿਨਾਂ ਕੋਈ ਪੱਖ ਲਏ, ਬਿਨਾਂ ਇਹ ਕਹਿਣ ਦੇ ਕਿ ਮੈਂ ਮਾਲ ਅਸਬਾਬ ਦੀ ਰੱਖਿਆ ਤਾਂ ਕਰਨੀ ਹੀ ਹੈ, ਜਾਂ ਇਹ ਕਹਿੰਦੇ ਹੋਏ ਕਿ ਮੇਰਾ ਗੁੱਸਾ ਤੇ ਜਾਇਜ਼ ਹੀ ਸੀ, ਜਾਂ ਉਫ ਮੈਂ ਕਿੰਨਾ ਬੇਵਕੂਫ ਹਾਂ ਜੋ ਗੁੱਸੇ ਵਿੱਚ ਆ ਗਿਆ। ਕੀ ਅਸੀਂ ਗੁੱਸੇ ਨੂੰ ਇਸ ਤਰ੍ਹਾਂ ਦੇਖ ਸਕਦੇ ਹਾਂ ਜਿਵੇਂ ਕਿ ਉਹ ਆਪਣੇ ਹੀ ਬਲਬੂਤੇ ਤੇ ਖੜਾ ਹੋਵੇ? ਕੀ ਤੁਸੀਂ ਬਿਲਕੁਲ ਨਿਰਪੱਖ ਹੋ ਕੇ ਕਰੋਧ ਨੂੰ ਦੇਖ ਸਕਦੇ ਹੋ? ਉਸ ਦਾ ਸਮਰਥਨ ਤੇ ਵਿਰੋਧ ਤੋਂ ਕਰਨ ਤੋਂ ਬਗੈਰ ਕੀ ਤੁਸੀਂ ਅਜਿਹਾ ਕਰ ਸਕਦੇ ਹੋ? ਜੇ ਮੈਂ ਤੁਹਾਡਾ ਸਖਤ ਵਿਰੋਧੀ ਹਾਂ ਜਾਂ ਬੇਹੱਦ ਪ੍ਰਸ਼ੰਸਕ ਹਾਂ ਤਾਂ ਕੀ ਮੈਂ ਤੁਹਾਨੂੰ ਸਹੀ ਦੇਖ ਸਕਾਂਗਾ? ਮੈਂ ਤੁਹਾਨੂੰ ਤਾਂ ਹੀ ਦੇਖ ਸਕਾਂਗਾ ਜੇ ਮੈਂ ਪੂਰੇ ਧਿਆਨ ਤੇ ਸਾਵਧਾਨੀ ਨਾਲ ਭਰਿਆ ਹੋਇਆ ਹਾਂ ਅਤੇ ਉੱਪਰ ਵਾਲੀਆਂ ਦੋਨੇ ਹਾਲਤਾਂ ਨਹੀਂ ਹਨ ਕਿ ਇਸੇ ਤਰ੍ਹਾਂ ਅਸੀਂ ਗੁੱਸੇ ਨੂੰ ਵੀ ਦੇਖ ਸਕਦੇ ਹਾਂ। ਇਸ ਦਾ ਅਰਥ ਇਹ ਹੋਇਆ ਕਿ ਮੈਂ ਖੁੱਲ੍ਹੇ ਮਨ ਨਾਲ ਇਸ ਸਮੱਸਿਆ ਦੇ ਰੂਬਰੂ ਹੁੰਦਾ ਹਾਂ। ਮੈਂ ਇਸ ਦਾ ਵਿਰੋਧ ਨਹੀਂ ਕਰਦਾ। ਆਪਣੇ ਵੱਲੋਂ ਮੈਂ ਕਿਸੇ ਪ੍ਰਤੀਕਿਰਿਆ ਦੇ ਇਸ ਅਦਭੁਤ ਘਟਨਾ ਦਾ ਨਿਰੀਖਣ ਕਰਦਾ ਹਾਂ। ਨਿਰਪੱਖ, ਗੰਭੀਰ ਤੇ ਸ਼ਾਂਤ ਚਿੱਤ ਹੋ ਕੇ ਗੁੱਸੇ ਨੂੰ ਦੇਖ ਲੈਣਾ ਬਹੁਤ ਮੁਸ਼ਕਲ ਹੈ, ਕਿਉਂਕਿ ਉਹ ਮੇਰਾ ਹੀ ਇੱਕ ਹਿੱਸਾ ਹੈ। ਪਰ ਮੇਰੀ ਸਾਰੀ ਕੋਸ਼ਿਸ਼ ਹੀ ਇਹ ਹੈ, ਚਾਹੇ ਮੈਂ ਜਿਸ ਤਰ੍ਹਾਂ ਦਾ ਮਰਜ਼ੀ ਆਦਮੀ ਹੋਵਾਂ, ਭਾਵੇਂ ਗੋਰਾ ਭਾਵੇਂ ਕਾਲਾ, ਭੂਰਾ ਜਾਂ ਕਣਕ ਭਿੰਨਾ, ਮੈਂ ਇੰਨਾ ਜਾਣਦਾ ਹਾਂ ਕਿ ਮੈਂ ਹਿੰਸਕ ਹਾਂ। ਇਸ ਦਾ ਕੋਈ ਮਤਲਬ ਨਹੀਂ ਕਿ ਇਹ ਹਿੰਸਾ ਮੈਨੂੰ ਵਿਰਾਸਤ 'ਚੋਂ ਮਿਲੀ ਹੈ ਜਾਂ ਸਮਾਜ ਵਿੱਚੋਂ। ਮੇਰਾ ਸਾਰਾ ਧਿਆਨ ਕੇਵਲ ਇਸ ਗੱਲ ਤੇ ਹੈ ਕਿ ਕੀ ਹਿੰਸਾ ਤੋਂ ਮੁਕਤ ਹੋਇਆ ਜਾ ਸਕਦਾ ਹੈ। ਹਿੰਸਾ ਤੋਂ ਮੁਕਤ ਹੋਣਾ ਹੀ ਮੇਰੇ ਲਈ ਸਭ ਕੁਝ ਹੈ। ਮੇਰੀ ਕਾਮ ਵਾਸਨਾ, ਭੋਜਨ, ਪਦਵੀ, ਇੱਜ਼ਤ ਮਾਨ ਤੋਂ ਵੀ ਵੱਧ ਕੇ ਹੈ। ਉਹ ਹਿੰਸਾ ਮੈਨੂੰ ਬਰਬਾਦ ਕਰ ਰਹੀ ਹੈ। ਇਹ ਮੇਰਾ ਤੇ ਸਾਰੇ ਸੰਸਾਰ ਦਾ ਸਤਿਆਨਾਸ਼ ਕਰ ਰਹੀ ਹੈ। ਇਸ ਕਰਕੇ ਮੈਂ ਇਸ ਨੂੰ ਸਮਝਣਾ ਚਾਹੁੰਦਾ ਹਾਂ। ਮੈਂ ਇਸ ਦੇ ਪਾਰ ਜਾਣਾ ਚਾਹੁੰਦਾ ਹਾਂ। ਮੈਂ ਮਹਿਸੂਸ ਕਰਦਾ ਹਾਂ ਕਿ ਕ੍ਰੋਧ ਤੇ ਹਿੰਸਾ ਦੀਆਂ ਲਪਟਾਂ ਨਾਲ ਝੁਲਸਦੇ ਹੋਏ ਇਸ ਸੰਸਾਰ ਲਈ ਮੈਂ ਜ਼ਿੰਮੇਵਾਰ ਹਾਂ। ਮੈਂ ਕੇਵਲ ਸ਼ਬਦਾਂ ਦੀ ਖੇਡ ਨਹੀਂ ਖੇਡਣਾ ਚਾਹੁੰਦਾ, ਸਗੋਂ ਮੈਂ ਆਪਣੇ ਆਪ ਨੂੰ ਸੱਚਮੁੱਚ ਜ਼ਿੰਮੇਦਾਰ ਮਹਿਸੂਸ ਕਰਦਾ ਹਾਂ। ਮੈਂ ਆਪਣੇ ਆਪ ਨੂੰ ਕਹਿੰਦਾ ਹਾਂ ਕਿ ਮੈਂ ਕੁਝ ਵੀ ਤਾਂ ਹੀ ਕਰ ਸਕਦਾ ਹਾਂ ਜੇ ਮੈਂ ਖੁਦ ਆਪ ਗੁੱਸੇ, ਹਿੰਸਾ, ਕੌਮਪ੍ਰਸਤੀ ਆਦਿ ਤੋਂ ਬਾਹਰ ਆ ਜਾਵਾਂ। ਇਹ ਭਾਵ ਕਿ ਮੈਂ ਆਪਣੇ ਅੰਦਰ ਹਿੰਸਾ ਨੂੰ ਸਮਝਣਾ ਹੀ ਹੈ, ਮੇਰੇ ਅੰਦਰ ਖੋਜ ਲਈ ਲਗਨ ਤੇ ਜੀਵਨ ਊਰਜਾ ਪੈਦਾ ਕਰਦਾ ਹੈ। ਹਿੰਸਾ ਤੋਂ ਪਾਰ ਜਾਣ ਲਈ ਇਸ ਨੂੰ ਦਬਾਉਣਾ ਨਹੀਂ ਹੈ, ਨਾ ਹੀ ਇਸ ਨੂੰ ਨਕਾਰਨਾ ਹੈ, ਨਾ ਹੀ ਇਹ ਕਹਿਣਾ ਹੈ ਕਿ ਖੈਰ ਇਹ ਤੇ ਮੇਰਾ ਇੱਕ ਹਿੱਸਾ ਹੈ, ਜੇ ਹੈ ਤਾਂ ਹੈ, ਨਾ ਹੀ ਇਹ ਕਿ ਮੈਂ ਇਸ ਨੂੰ ਨਹੀਂ ਚਾਹੁੰਦਾ। ਅਸਲ ਵਿੱਚ ਹਿੰਸਾ ਤੋਂ ਪਾਰ ਜਾਣ ਲਈ ਮੈਨੂੰ ਇਸ ਦਾ ਨਿਰੀਖਣ ਕਰਨਾ ਹੈ, ਅਧਿਐਨ ਕਰਨਾ ਹੈ, ਸਮਝਣਾ ਹੈ। ਇਸ ਨੂੰ ਸਮਝਣ ਲਈ ਮੈਨੂੰ ਇਸ ਦੇ ਕਰੀਬ ਹੋਣਾ ਪਏਗਾ, ਇਸ ਨੂੰ ਬਹੁਤ ਨੇੜਿਓਂ ਦੇਖਣਾ ਪਏਗਾ। ਨੇੜੇ ਤਾਂ ਹੀ ਹੋਇਆ ਜਾ ਸਕਦਾ ਹੈ ਜਦੋਂ ਮੈਂ ਇਸ ਦੀ ਹਿਮਾਇਤ ਤੇ ਵਿਰੋਧ 'ਚ ਨਹੀਂ ਉਲਝਾਂਗਾ। ਭਾਵੇਂ ਅਸੀਂ ਇਸ ਦੀ ਨਿੰਦਾ ਕਰਦੇ ਹਾਂ, ਪਰ ਅਸਲ 'ਚ ਇਸ ਦਾ ਹਿਮਾਇਤ ਹੀ ਕਰਦੇ ਹਾਂ। ਤਾਂ ਹੀ ਮੈਂ ਕਹਿੰਦਾ ਹਾਂ ਕਿ ਹਾਲ ਦੀ ਘੜੀ ਇਸ ਦਾ ਵਿਰੋਧ ਜਾਂ ਹਿਮਾਇਤ ਕਰਨਾ ਬੰਦ ਕਰੋ। ਜੇ ਤੁਸੀਂ ਹਿੰਸਾ ਨੂੰ ਬੰਦ ਕਰਨਾ ਚਾਹੁੰਦੇ ਹੋ, ਯੁੱਧ ਨੂੰ ਖਤਮ ਕਰਨਾ ਚਾਹੁੰਦੇ ਹੋ, ਤਾਂ ਇਸ ਲਈ ਤੁਸੀਂ ਆਪਣਾ ਤੇ ਆਪਣੇ ਜੀਵਨ ਦਾ ਕਿੰਨਾ ਕੁ ਕੁਝ ਦਾਅ ਤੇ ਲਾਉਣ ਨੂੰ ਤਿਆਰ ਹੋ, ਕਿੰਨੀ ਕੁ ਊਰਜਾ। ਕੀ ਇਹ ਤੁਹਾਡੇ ਲਈ ਮਹੱਤਵਪੂਰਨ ਨਹੀਂ ਹੈ? ਇਸ ਕਰਕੇ ਹੀ ਤੁਹਾਡੇ ਬੱਚੇ ਮਾਰੇ ਜਾਂਦੇ ਹਨ, ਤੁਹਾਡੇ ਪੁੱਤਰ ਫੌਜ ਵਿੱਚ ਜਾਂਦੇ ਹਨ, ਜਿੱਥੇ ਉਹ ਸਤਾਏ ਜਾਂਦੇ ਹਨ ਅਤੇ ਝਟਕਾਏ ਜਾਂਦੇ ਹਨ। ਕੀ ਤੁਹਾਨੂੰ ਇਸ ਦੀ ਫਿਕਰ ਨਹੀਂ ਹੈ? ਹੇ ਭਗਵਾਨ, ਜੇ ਤੁਹਾਨੂੰ ਇਸ ਵਿੱਚ ਵੀ ਦਿਲਚਸਪੀ ਨਹੀਂ ਤਾਂ ਕਾਹਦੇ 'ਚ ਹੈ? ਪੈਸਾ ਸਾਂਭਣ ਵਿੱਚ, ਮੌਜ ਮਸਤੀ ਕਰਨ 'ਚ ਜਾਂ ਨਸ਼ੇਖੋਰੀ 'ਚ? ਕੀ ਤੁਸੀਂ ਦੇਖਦੇ ਨਹੀਂ ਕਿ ਤੁਹਾਡੇ ਅੰਦਰਲੀ ਹਿੰਸਾ ਹੀ ਤੁਹਾਡੇ ਬੱਚਿਆਂ ਦਾ ਮਲਿਆ ਮੇਟ ਕਰ ਰਹੀ ਹੈ, ਜਾਂ ਤੁਸੀਂ ਇਸ ਨੂੰ ਸਿਰਫ ਕਲਪਨਾ ਦੇ ਤੌਰ ਤੇ ਹੀ ਦੇਖਦੇ ਹੋ? ਜੇ ਤੁਹਾਨੂੰ ਇਹ ਸੱਚਮੁੱਚ ਮਹੱਤਵਪੂਰਨ ਲੱਗਦਾ ਹੈ ਤਾਂ ਠੀਕ ਹੈ, ਤੁਸੀਂ ਪੂਰੇ ਦਿਲੋਂ ਜਾਨ ਨਾਲ ਇਸ ਦੀ ਜਾਂਚ ਪੜਤਾਲ ਕਰੋ।
ਇਹ ਨਹੀਂ ਕਿ ਤੁਸੀਂ ਆਰਾਮ ਨਾਲ ਬੈਠੋ ਤੇ ਮੈਨੂੰ ਕਹੋ ਕਿ ਮੈਂ ਤੁਹਾਨੂੰ ਇਸ ਬਾਰੇ ਸਭ ਕੁਝ ਦੱਸਾਂ। ਮੈਂ ਇਹ ਤੱਥ ਤੁਹਾਡੇ ਸਾਹਮਣੇ ਰੱਖਿਆ ਹੈ ਕਿ ਤੁਸੀਂ ਗੁੱਸੇ ਤੇ ਹਿੰਸਾ ਨੂੰ ਉਹਨਾਂ ਅੱਖਾਂ ਨਾਲ ਨਹੀਂ ਦੇਖ ਸਕਦੇ ਜੋ ਸਿਰਫ ਵਿਰੋਧ ਜਾਂ ਸਮਰਥਨ ਦੀਆਂ ਆਦੀ ਹਨ। ਜੇ ਹਿੰਸਾ ਤੁਹਾਡੇ ਲਈ ਇੱਕ ਜਿਉਂਦੀ ਜਾਗਦੀ ਸਮੱਸਿਆ ਨਹੀਂ ਹੈ ਤਾਂ ਇਹ ਦੋਨੋਂ ਚੀਜ਼ਾਂ ਤੁਹਾਨੂੰ ਛੱਡਣ ਵਾਲੀਆਂ ਨਹੀਂ ਹਨ। ਇਸ ਲਈ ਪਹਿਲਾਂ ਤਾਂ ਤੁਸੀਂ ਕਈ ਚੀਜ਼ਾਂ ਸਿੱਖਣੀਆਂ ਹਨ। ਇਹ ਕਲਾ ਸਿੱਖਣੀ ਹੈ ਕਿ ਗੁੱਸੇ ਨੂੰ ਕਿਵੇਂ ਦੇਖੀਏ। ਇਹ ਵੀ ਸਿੱਖਣਾ ਹੈ ਕਿ ਆਪਣੇ ਪਤੀ ਨੂੰ, ਪਤਨੀ ਨੂੰ ਜਾਂ ਬੱਚੇ ਨੂੰ ਕਿਵੇਂ ਦੇਖੀਏ। ਭਾਵ ਤੁਸੀਂ ਧਿਆਨ ਨਾਲ ਤੇ ਗੌਰ ਨਾਲ ਦੇਖਣਾ ਸਿੱਖੋ। ਸਿਆਸਤਦਾਨਾਂ ਨੂੰ ਗੌਰ ਨਾਲ ਦੇਖੋ, ਉਹਨਾਂ ਦੇ ਹਾਵ ਭਾਵ ਨੂੰ। ਤੁਹਾਨੂੰ ਇਹ ਸਿੱਖਣਾ ਪਵੇਗਾ ਕਿ ਨਿਰਪੱਖ ਕਿਉਂ ਨਹੀਂ ਹੋ, ਤੁਸੀਂ ਵਿਰੋਧ ਜਾਂ ਸਮਰਥਨ ਕਿਉਂ ਕਰਦੇ ਹੋ। ਤੁਹਾਨੂੰ ਇਹ ਸਿੱਖਣਾ ਪਵੇਗਾ ਕਿ ਤੁਸੀਂ ਵਿਰੋਧ ਜਾਂ ਸਮਰਥਨ ਇਸ ਲਈ ਕਰਦੇ ਹੋ ਕਿਉਂਕਿ ਇਹ ਉਹ ਸਮਾਜਿਕ ਢਾਂਚੇ ਦਾ ਹਿੱਸਾ ਹੈ ਜਿਸ ਵਿੱਚ ਤੁਸੀਂ ਜਿਉਂਦੇ ਹੋ। ਇੱਕ ਭਾਰਤੀ, ਅਮਰੀਕੀ, ਜਰਮਨ ਜਾਂ ਨਿਗਰੋ ਵਗੈਰਾ ਦੇ ਰੂਪ ਵਿੱਚ ਤੁਹਾਡੇ ਸੰਸਕਾਰ ਤੇ ਇਹਨਾਂ ਸੰਸਕਾਰਾਂ ਦੀ ਮਾਰ ਹੇਠ ਤੁਹਾਡਾ ਦਿਮਾਗ ਡਲ ਤੇ ਮੁੜ ਹੋ ਗਿਆ ਹੈ। ਕੁਝ ਵੀ ਮੌਲਿਕ ਸਿੱਖਣਾ ਹੋਵੇ, ਉਸ ਦੀ ਖੋਜ ਕਰਨੀ ਹੋਵੇ ਜਾਂ ਤੁਹਾਡੇ ਕੋਲ ਗਹਿਰਾਈ 'ਚ ਜਾਣ ਦੀ ਕਵਾਇਤ ਹੋਣੀ ਚਾਹੀਦੀ ਹੈ। ਜੋ ਤੁਹਾਡਾ ਔਜ਼ਾਰ ਖੁੰਡਾ ਹੈ ਤਾਂ ਤੁਸੀਂ ਬਹੁਤ ਡੂੰਘਾਈ 'ਚ ਨਹੀਂ ਜਾ ਸਕਦੇ। ਜੇ ਅਸੀਂ ਜੋ ਕਰ ਰਹੇ ਹਾਂ ਉਹ ਹੈ ਔਜ਼ਾਰ ਨੂੰ ਤੇਜ਼ ਕਰਨਾ, ਉਸ ਨੂੰ ਧਾਰ ਦੇਣਾ, ਤੇ ਔਜ਼ਾਰ ਹੈ ਸਾਡਾ ਮਨ ਜੋ ਵਿਰੋਧ ਤੇ ਸਮਰਥਨ ਦੇ ਦੋ ਪੁੜਾਂ ਵਿੱਚ ਪਿਸ ਕੇ ਖੁੰਡਾ ਤੇ ਧਾਰਹੀਨ ਹੋ ਗਿਆ ਹੈ। ਜੇ ਤੁਹਾਡਾ ਮਨ ਸੂਈ ਦੀ ਤਰ੍ਹਾਂ ਤਿੱਖਾ ਤੇ ਹੀਰੇ ਦੀ ਤਰ੍ਹਾਂ ਮਜ਼ਬੂਤ ਹੈ ਤਾਂ ਹੀ ਤੁਸੀਂ ਗਹਿਰਾਈ ਵਿੱਚ ਜਾ ਸਕਦੇ ਹੋ, ਨਹੀਂ ਤੇ ਨਹੀਂ। ਇਸ ਦਾ ਕੋਈ ਫਾਇਦਾ ਨਹੀਂ ਕਿ ਤੁਸੀਂ ਮਜ਼ੇ ਨਾਲ ਬੈਠ ਕੇ ਪੁੱਛੋ ਮੈਂ ਅਜਿਹਾ ਮਨ ਕਿੱਥੋਂ ਲਿਆਵਾਂ। ਇਸ ਦੀ ਤੁਹਾਨੂੰ ਤਮੰਨਾ ਹੋਣੀ ਚਾਹੀਦੀ ਹੈ ਜਿਵੇਂ ਅਗਲੇ ਢੰਗ ਦੇ ਭੋਜਨ ਦੀ ਹੁੰਦੀ ਹੈ, ਅਤੇ ਇਸ ਨੂੰ ਪਾਉਣ ਲਈ ਤੁਹਾਨੂੰ ਸਾਫ਼-ਸਾਫ਼ ਦੇਖਣਾ ਪਏਗਾ ਕਿ ਕਿੰਨਾ ਕਾਰਨਾਂ ਕਰਕੇ ਤੁਹਾਡਾ ਮਨ ਮੁੱਢ ਤੋਂ ਜੜ ਹੋ ਗਿਆ ਹੈ। ਕਿਤੇ ਇਹ ਆਪਣੇ ਹੀ ਖੋਲ ਅੰਦਰ ਬੰਦ ਹੋ ਜਾਣ ਦੀ ਖੁਆਇਸ਼ ਤਾਂ ਨਹੀਂ ਜੋ ਤੁਹਾਡੇ ਦੁਆਲੇ ਇੱਕ ਕੰਧ ਖੜੀ ਕਰ ਲੈਂਦੀ ਹੈ ਜੋ ਵਿਰੋਧ ਤੇ ਸਮਰਥਨ ਦੇ ਕੁਚਰਕਰ ਦਾ ਹਿੱਸਾ ਹੈ। ਜੇ ਮਨ ਇਸ ਨੂੰ ਟੱਪ ਸਕੇ ਤਾਂ ਫਿਰ ਤੁਸੀਂ ਦੇਖ ਸਕਦੇ ਹੋ, ਅਧਿਐਨ ਕਰ ਸਕਦੇ ਹੋ, ਗਹਿਰੇ ਤੋਂ ਗਹਿਰੇ ਜਾ ਸਕਦੇ ਹੋ ਅਤੇ ਸ਼ਾਇਦ ਉਸ ਹਾਲਤ ਵਿੱਚ ਪਹੁੰਚ ਸਕਦੇ ਹੋ ਜਿੱਥੇ ਸਾਰੀ ਸਮੱਸਿਆ ਪੂਰੀ ਤਰ੍ਹਾਂ ਪਕੜ ਵਿੱਚ ਆ ਜਾਂਦੀ ਹੈ। ਆਓ ਫਿਰ ਬੁਨਿਆਦੀ ਸਵਾਲ ਵੱਲ ਮੁੜੀਏ ਕਿ ਆਪਣੇ ਅੰਦਰੋਂ ਹਿੰਸਾ ਨੂੰ ਜੜੋਂ ਪੁੱਟਣਾ ਸੰਭਵ ਹੈ। ਜੇ ਮੈਂ ਇਹ ਕਹਾਂ ਤੁਹਾਡੇ ਵਿੱਚ ਤਾਂ ਅਜੇ ਕੋਈ ਬਦਲਾਅ ਆਇਆ ਹੀ ਨਹੀਂ। ਆਖਰ ਕਿਉਂ? ਦਰਅਸਲ ਇਹ ਵੀ ਹਿੰਸਾ ਦਾ ਹੀ ਇੱਕ ਰੂਪ ਹੋਵੇਗਾ। ਖੈਰ, ਮੈਂ ਇਹ ਪੁੱਛਾਂਗਾ ਨਹੀਂ, ਮੈਂ ਤੁਹਾਡੇ ਕੋਈ ਗੱਲ ਮਨਵਾਉਣੀ ਨਹੀਂ ਚਾਹੁੰਦਾ। ਇਸ ਦਾ ਮੇਰੇ ਲਈ ਰਤੀ ਭਰ ਦਾ ਮੁੱਲ ਨਹੀਂ ਹੈ। ਇਹ ਤੁਹਾਡਾ ਜੀਵਨ ਹੈ, ਮੇਰਾ ਨਹੀਂ। ਤੁਸੀਂ ਕਿਵੇਂ ਜਿਉਂਦੇ ਹੋ ਉਹ ਤੁਹਾਡਾ ਆਪਣਾ ਮਸਲਾ ਹੈ। ਮੈਂ ਤੇ ਇੰਨਾ ਹੀ ਪੁੱਛ ਰਿਹਾ ਹਾਂ ਕਿ ਕਿਸੇ ਵੀ ਸਮਾਜ ਵਿੱਚ ਜਿਉਂਦੇ ਜਾਗਦੇ ਆਦਮੀ ਲਈ ਮਨੋਵਿਗਿਆਨਿਕ ਧਰਾਤਲ ਤੇ ਖੁਦ ਨੂੰ ਹਿੰਸਾ ਤੋਂ ਖਾਲੀ ਕਰ ਲੈਣਾ ਸੰਭਵ ਹੈ। ਜੇ ਹਾਂ ਤਾਂ ਇਹ ਪ੍ਰਕਿਰਿਆ ਸੰਸਾਰ 'ਚ ਜਿਉਣ ਦੇ ਨਵੇਂ ਢੰਗ ਨੂੰ ਜਨਮ ਦੇਵੇਗੀ। ਬਹੁਤਿਆਂ ਲੋਕਾਂ ਨੇ ਹਿੰਸਾ ਨੂੰ ਜੀਵਨ ਦੇ ਅੰਗ ਤੇ ਜਿਉਣ ਦੇ ਢੰਗ ਦੇ ਤੌਰ ਤੇ ਅਪਣਾ ਲਿਆ ਹੈ। ਦੋ ਵੱਡੀਆਂ ਜੰਗਾਂ ਨੇ ਸਾਨੂੰ ਆਦਮੀ ਤੇ ਆਦਮੀ ਵਿਚਕਾਰ, ਯਾਨੀ ਤੁਹਾਡੇ ਤੇ ਮੇਰੇ ਵਿਚਕਾਰ ਡੂੰਘੀ ਖੱਡ ਪੁੱਟਣ ਤੇ ਸਿਵਾਏ ਹੋਰ ਸਿਖਾਇਆ ਹੀ ਕੀ ਹੈ। ਪਰ ਸਾਡੇ ਵਿੱਚੋਂ ਜੋ ਲੋਕ ਸੱਚਮੁੱਚ ਹਿੰਸਾ ਤੋਂ ਨਿਜਾਤ ਪਾਉਣਾ ਚਾਹੁੰਦੇ ਹਨ, ਉਹਨਾਂ ਲਈ ਰਾਹ ਕੀ ਹੈ? ਮੈਨੂੰ ਨਹੀਂ ਲੱਗਦਾ ਕਿ ਵਿਸ਼ਲੇਸ਼ਣ ਉਸ ਦਾ ਹੱਲ ਹੈ। ਚਾਹੇ ਇਹ ਅਸੀਂ ਖੁਦ ਕਰੀਏ ਜਾਂ ਕੋਈ ਪੇਸ਼ੇਵਰ ਮਨੋਵਿਸ਼ਲੇਸ਼ਕ। ਹੋ ਸਕਦਾ ਹੈ ਕਿ ਇਸ ਨਾਲ ਸਾਡੇ ਅੰਦਰ ਥੋੜ੍ਹਾ ਬਹੁਤ ਬਦਲਾਅ ਆ ਜਾਵੇ। ਅਸੀਂ ਥੋੜ੍ਹੇ ਸ਼ਾਂਤ ਹੋ ਜਾਈਏ, ਥੋੜ੍ਹਾ ਹੋਰ ਪਿਆਰ। ਪਰ ਇਹ ਆਪਣੇ ਆਪ ਵਿੱਚ ਸੰਪੂਰਨ ਬੋਧ ਨਹੀਂ ਲਿਆ ਸਕਦਾ। ਵਿਸ਼ਲੇਸ਼ਣ ਦੀ ਕਲਾ ਤਾਂ ਸਾਨੂੰ ਆਉਣੀ ਹੀ ਚਾਹੀਦੀ ਹੈ, ਕਿਉਂਕਿ ਵਿਸ਼ਲੇਸ਼ਣ ਦੀ ਪ੍ਰਕਿਰਿਆ ਵਿੱਚ ਸਾਡਾ ਮਨ, ਸਾਡਾ ਦਿਮਾਗ ਤੇਜ਼ ਹੋ ਜਾਂਦਾ ਹੈ। ਉਸ ਵਿੱਚ ਪੈਨੇਪਨ, ਸਜਗਤਾ ਤੇ ਗੰਭੀਰਤਾ ਦਾ ਗੁਣ ਆ ਜਾਂਦਾ ਹੈ ਜੋ ਸੰਪੂਰਨ ਬੋਧ ਲਿਆਉਂਦਾ ਹੈ।
ਬਦਕਿਸਮਤੀ ਨਾਲ ਆਦਮੀ ਕੋਲ ਉਹ ਨਜ਼ਰ ਨਹੀਂ ਹੈ ਜਿਹੜੀ ਇੱਕੋ ਝਲਕ ਵਿੱਚ ਸਾਰਾ ਨਜ਼ਾਰਾ ਦੇਖ ਸਕੇ। ਅਜਿਹੀ ਸਪਸ਼ਟ ਤੇ ਵਿਆਪਕ ਨਜ਼ਰ ਤੇ ਤਾਂ ਹੀ ਮਿਲਦੀ ਹੈ ਜਦ ਆਦਮੀ ਆਪਣੇ ਅੰਦਰਲੀਆਂ ਸਾਰੀਆਂ ਬਰੀਕੀਆਂ ਨੂੰ ਵਿਸਤਾਰਪੂਰਵਕ ਦੇਖ ਲਏ ਤੇ ਫਿਰ ਬਸ ਛਲਾਂਗ। ਸਾਡੇ ਚੋਂ ਕੁਝ ਲੋਕ ਜਿਨ੍ਹਾਂ ਹਿੰਸਾ ਤੋਂ ਮੁਕਤ ਹੋਣ ਲਈ ਇੱਕ ਸਿਧਾਂਤ ਤੇ ਇੱਕ ਆਦਰਸ਼ ਦਾ ਸਹਾਰਾ ਲਿਆ ਹੈ ਜਿਸ ਨੂੰ ਅਹਿੰਸਾ ਦਾ ਨਾਮ ਦਿੱਤਾ ਹੈ। ਅਸੀਂ ਸੋਚਦੇ ਹਾਂ ਕਿ ਹਿੰਸਾ ਦੇ ਉਲਟ ਅਹਿੰਸਾ ਦਾ ਇੱਕ ਆਦਰਸ਼ ਖੜਾ ਕਰਕੇ ਅਸੀਂ ਹਿੰਸਾ ਦੀ ਹਕੀਕਤ ਤੋਂ ਛੁਟਕਾਰਾ ਪਾ ਲਵਾਂਗੇ, ਪਰ ਇਹ ਸੰਭਵ ਹੀ ਨਹੀਂ। ਆਦਰਸ਼ਾਂ ਦੀ ਤਾਂ ਕਦੇ ਵੀ ਘਾਟ ਨਹੀਂ ਰਹੀ। ਸਾਰੀਆਂ ਧਾਰਮਿਕ ਕਿਤਾਬਾਂ ਭਰੀਆਂ ਹੋਈਆਂ ਹਨ, ਪਰ ਹਕੀਕਤ ਇਹ ਹੈ ਕਿ ਅਸੀਂ ਅੱਜ ਵੀ ਹਿੰਸਕ ਹਾਂ ਤੇ ਕਿਉਂ ਨਾ ਅਸੀਂ ਹਿੰਸਾ ਨੂੰ ਅਰਥਾਤ ਹਕੀਕਤ ਨੂੰ ਹੀ ਸਮਝਣ ਦੀ ਕੋਸ਼ਿਸ਼ ਕਰੀਏ। ਸ਼ਬਦਾਂ ਨੂੰ ਖਿੱਚ ਧੂ ਕੇ ਨਵੇਂ ਆਦਰਸ਼ ਕਰਨਾ ਬੰਦ ਕਰੀਏ। ਜੇ ਸੱਚਾਈ ਨੂੰ ਸਮਝਣਾ ਹੋਵੇ ਤਾਂ ਉਸ ਵੱਲ ਪੂਰੀ ਤਵੱਜੋ ਤੇ ਪੂਰੀ ਊਰਜਾ ਦੇਣੀ ਪਏਗੀ, ਪਰ ਤਵੱਜੋ ਤੇ ਊਰਜਾ ਵਿੱਚ ਵਿਖਰਾਵ ਉਦੋਂ ਆਉਂਦਾ ਹੈ ਜਦੋਂ ਆਦਮੀ ਆਦਰਸ਼ ਤੇ ਕਲਪਨਾ ਦੇ ਜਗਤ ਦੀ ਰਚਨਾ ਕਰ ਲੈਂਦਾ ਹੈ। ਤੇ ਕੀ ਤੁਸੀਂ ਆਦਰਸ਼ ਨੂੰ ਪੂਰੀ ਤਰ੍ਹਾਂ ਨਕਾਰ ਸਕਦੇ ਹੋ? ਜਿਸ ਆਦਮੀ ਨੂੰ ਸੱਚ ਨੂੰ ਲੱਭਣ ਦੀ, ਪ੍ਰੇਮ ਨੂੰ ਜਾਣਨ ਦੀ ਲਗਨ ਹੈ, ਲਲਕ ਹੈ, ਉਹ ਇਸ ਕੰਮ ਲਈ ਸੱਚਮੁੱਚ ਗੰਭੀਰ ਹੈ। ਉਹ ਕੋਈ ਸਿਧਾਂਤ ਤੇ ਧਾਰਨਾ ਨਹੀਂ ਰੱਖਦਾ, ਉਹ ਜੋ ਹੈ ਉਸ ਵਿੱਚ ਹੀ ਜਿਉਂਦਾ ਹੈ। ਤੁਸੀਂ ਆਪਣੇ ਗੁੱਸੇ ਦੀ ਅਸਲੀਅਤ ਦੀ ਜਾਂਚ ਪੜਤਾਲ ਤਾਂ ਹੀ ਕਰ ਸਕਦੇ ਹੋ ਜਦ ਤੁਸੀਂ ਇਸ ਤੇ ਆਪਣਾ ਕੋਈ ਨਿਰਣਾ ਨਾ ਥੋਪੋ। ਜਦ ਤੁਸੀਂ ਗੁੱਸੇ ਦੇ ਉਲਟ ਕਿਸੇ ਵਿਕਲਪ ਦੀ ਕਲਪਨਾ ਕਰ ਲੈਂਦੇ ਹੋ ਤਾਂ ਇਸ ਦਾ ਅਰਥ ਹੀ ਹੈ ਕਿ ਤੁਸੀਂ ਗੁੱਸੇ ਦੇ ਬਾਰੇ ਵਿਰੋਧ ਨਾਲ ਭਰ ਗਏ ਹੋ। ਵਿਰੋਧ ਦੀ ਅੱਖ ਨਾਲ ਤੁਸੀਂ ਗੁੱਸੇ ਨੂੰ ਠੀਕ ਉਵੇਂ ਹੀ ਨਹੀਂ ਦੇਖ ਸਕਦੇ ਜਿੱਦਾਂ ਦਾ ਉਹ ਹੈ। ਜਦ ਤੁਸੀਂ ਕਹਿੰਦੇ ਹੋ ਕਿ ਤੁਸੀਂ ਕਿਸੇ ਖਾਸ ਆਦਮੀ ਨੂੰ ਨਫ਼ਰਤ ਕਰਦੇ ਹੋ ਜਾਂ ਨਾਪਸੰਦ ਕਰਦੇ ਹੋ ਤਾਂ ਇਹ ਤੁਹਾਡੀ ਅਸਲੀਅਤ ਹੈ। ਹਾਲਾਂਕਿ ਸੁਣਨ ਵਿੱਚ ਇਹ ਭੈੜਾ ਲੱਗਦਾ ਹੈ, ਚੰਗਾ ਨਹੀਂ ਲੱਗਦਾ, ਪਰ ਜੇ ਤੁਸੀਂ ਆਪਣੀ ਇਸ ਅਸਲੀਅਤ ਨੂੰ ਜਾਣੀ, ਆਪਣੀ ਨਫ਼ਰਤ ਤੇ ਨਾਪਸੰਦਗੀ ਨੂੰ ਸਾਫ਼-ਸਾਫ਼ ਦੇਖਦੇ ਹੋ, ਪੂਰੀ ਗਹਿਰਾਈ ਵਿੱਚ ਜਾ ਕੇ ਇਸ ਦੀ ਛਾਣਬੀਨ ਕਰਦੇ ਹੋ ਤਾਂ ਇਹ ਖਤਮ ਹੋ ਜਾਂਦੀ ਹੈ। ਪਰ ਜੇ ਤੁਸੀਂ ਕਹਿੰਦੇ ਹੋ ਕਿ ਮੈਨੂੰ ਨਫ਼ਰਤ ਤੇ ਘਿਰਣਾ ਕਦੇ ਨਹੀਂ ਕਰਨੀ ਚਾਹੀਦੀ, ਮੇਰੇ ਦਿਲ ਵਿੱਚ ਸਦਾ ਪ੍ਰੇਮ ਹੋਣਾ ਚਾਹੀਦਾ ਹੈ, ਫਿਰ ਤੁਸੀਂ ਦੋਹਰੇ ਮਾਪਦੰਡਾਂ 'ਚ ਪਖੰਡ ਅਤੇ ਅਡੰਬਰ ਦੇ ਜਗਤ ਵਿੱਚ ਜੀ ਰਹੇ ਹੋ। ਵਰਤਮਾਨ ਛਿਣ ਵਿੱਚ ਸੰਪੂਰਨ ਰੂਪ ਵਿੱਚ ਜਿਉਣ ਦਾ ਅਰਥ ਹੈ ਜੋ ਹੈ ਉਸ ਦੇ ਨਾਲ ਜਿਉਣਾ, ਬਿਨਾਂ ਕਿਸੇ ਸਮਰਥਨ ਜਾਂ ਵਿਰੋਧ ਦੇ ਭਾਵ ਤੋਂ। ਫਿਰ ਉਸ ਯਥਾਰਥ ਤੇ ਅਸਲੀਅਤ ਨੂੰ ਤੁਸੀਂ ਇੰਨੀ ਸਮੁੱਚਤਾ 'ਚ ਸਮਝ ਲੈਂਦੇ ਹੋ ਕਿ ਉਸ ਤੋਂ ਮੁਕਤ ਹੋ ਜਾਂਦੇ ਹੋ। ਫਿਰ ਤੁਸੀਂ ਬਿਲਕੁਲ ਸਾਫ਼ ਤੇ ਸਪਸ਼ਟ ਦੇਖਦੇ ਹੋ ਤੇ ਇਹ ਦੇਖਣਾ ਹੀ ਸਮੱਸਿਆ ਦਾ ਹੱਲ ਬਣ ਜਾਂਦਾ ਹੈ, ਤਾਂ ਕਿ ਤੁਸੀਂ ਹਿੰਸਾ ਦੇ ਚਿਹਰੇ ਨੂੰ ਸਾਫ਼-ਸਾਫ਼ ਦੇਖ ਸਕਦੇ ਹੋ। ਹਿੰਸਾ ਦਾ ਚਿਹਰਾ ਜੋ ਨਾ ਸਿਰਫ ਤੁਹਾਡੇ ਬਾਹਰ ਹੈ ਸਗੋਂ ਅੰਦਰ ਵੀ ਹੈ, ਜਿਸ ਦਾ ਅਰਥ ਹੈ ਕਿ ਹਿੰਸਾ ਤੋਂ ਪੂਰਨ ਮੁਕਤ ਹੋ ਜਾਣਾ। ਫਿਰ ਤੁਸੀਂ ਹਿੰਸਾ ਦੇ ਮੁਕਤ ਹੋਣ ਲਈ ਆਦਰਸ਼ਾਂ ਤੇ ਵਿਚਾਰਧਾਰਾਵਾਂ ਦਾ ਆਸਰਾ ਨਹੀਂ ਤੱਕਦੇ। ਇਸ ਲਈ ਬਹੁਤ ਗਹਿਰੇ ਧਿਆਨ ਦੀ ਜ਼ਰੂਰਤ ਹੈ, ਨਾ ਕਿ ਤੁਹਾਡੇ ਸ਼ਾਬਦਿਕ ਸਹਿਮਤੀ ਅਸਹਿਮਤੀ ਦੀ। ਹੁਣ ਤੱਕ ਤੁਸੀਂ ਕਾਫੀ ਕੁਝ ਪੜ੍ਹ ਸੁਣ ਲਿਆ ਹੋ, ਪਰ ਕੀ ਸੱਚਮੁੱਚ ਤੁਸੀਂ ਸਮਝਿਆ ਵੀ ਹੈ? ਤੁਹਾਡਾ ਸੰਸਕਾਰਬੱਧ ਮਨ, ਤੁਹਾਡੇ ਜਿਉਣ ਦਾ ਢੰਗ, ਜਿਸ ਸਮਾਜ ਵਿੱਚ ਤੁਸੀਂ ਰਹਿੰਦੇ ਹੋ ਉਸ ਦੀ ਪੂਰੀ ਬਨਾਵਟ, ਇਹ ਸਭ ਤੁਹਾਨੂੰ ਯਥਾਰਥ ਨੂੰ ਵੇਖਣ ਅਤੇ ਤੁਰੰਤ ਉਸ ਤੋਂ ਮੁਕਤ ਹੋ ਜਾਣ ਤੋਂ ਰੋਕਦਾ ਹੈ। ਤੁਸੀਂ ਕਹੋਗੇ ਮੈਂ ਇਸ ਬਾਰੇ ਸੋਚਾਂਗਾ, ਮੈਂ ਇਸ ਤੇ ਵਿਚਾਰ ਕਰਾਂਗਾ ਕਿ ਹਿੰਸਾ ਤੋਂ ਮੁਕਤ ਹੋਣਾ ਸੰਭਵ ਹੈ ਕਿ ਨਹੀਂ। ਮੈਂ ਇਸ ਤੋਂ ਮੁਕਤ ਹੋਣ ਦੀ ਕੋਸ਼ਿਸ਼ ਕਰਾਂਗਾ। ਇਸ ਤੋਂ ਭਿਆਨਕ ਗੱਲ ਹੋਰ ਕੀ ਹੋ ਸਕਦੀ ਹੈ ਕਿ ਮੈਂ ਕੋਸ਼ਿਸ਼ ਨਹੀਂ, ਜਾਂ ਤੇ ਤੁਸੀਂ ਕਰਦੇ ਹੋ ਜਾਂ ਨਹੀਂ ਕਰਦੇ। ਘਰ 'ਚ ਅੱਗ ਲੱਗੀ ਹੈ ਤੇ ਤੁਸੀਂ ਸਮੇਂ 'ਚ ਫੇਰੇ ਅੱਗ ਲੱਗੀ ਹੈ। ਤੁਸੀਂ ਸਮੇਂ ਦੇ ਲੇਖੇ ਜੋਖੇ 'ਚ ਪਏ ਹੋ। ਹਿੰਸਾ ਦਾ ਤੁਹਾਡੇ ਅੰਦਰ ਬਾਹਰ ਮੱਚੀ ਹੈ। ਤੁਸੀਂ ਉਸ ਕਾਰਨ ਹੀ ਤਾਂ ਚੁਫੇਰੇ ਅੱਗ ਲੱਗੀ ਹੈ ਤੇ ਤੁਸੀਂ ਕਹਿੰਦੇ ਹੋ ਮੈਨੂੰ ਸੋਚਣ ਦਿਓ ਕਿ ਅੱਗ ਬੁਝਾਉਣ ਲਈ ਕਿਹੜੀ ਵਿਚਾਰਧਾਰਾ ਸਭ ਤੋਂ ਚੰਗੀ ਹੈ। ਜਦੋਂ ਘਰ 'ਚ ਅੱਗ ਲੱਗੀ ਹੋਵੇ ਤਾਂ ਕੀ ਤੁਸੀਂ ਪਾਣੀ ਪਾਉਣ ਵਾਲੇ ਦੇ ਵਾਲਾਂ ਦਾ ਰੰਗ ਪੁੱਛਦੇ ਹੋ?